डायग्राम चेंज नहीं किया सी चेंज किया सी आधा करो दे एडमिट कराओ हो गए सारे करो अच्छा मैं आने का बुक थे रीला शेनिंग कट जाती है ठीक है वैसे ठीक है और लाइट कट जाती है फिर लाइट नहीं बहती प्रॉपर मतलब ये देते ना आपको दिक्कत क्या आ रही है मैं डार्क नहीं देखता लाइट पे है ना जब मेला पे होगा तो ठीक है कैसे बेटे नीचे ना ब्रश ले लगा टेबल पे मार लगा ब्रश बस आप ने डस्ट जी पे जाती है ना बिना करता सीगा रवि ने जैसी जो नाम उसने नेम भेजा नहीं कुछ
ज्वाइन नाम ना पाओ ਤੁਸੀਂ ਉਹਦੇ ਵਿੱਚ ਗਰੁੱਪ 'ਚ ਪਾ ਦਿਓ ਮੋਬਾਈਲ ਨੰਬਰ मैं पा दूँ ग्रुप ਦੇ ਵਿੱਚ उसको किसी नाम से फीड कर लो कितने नंबर उसी नाम पे फीड कर लो कितने नंबर 2 to 6 भी शायद ओके तो मैसेज भी सेंड करो अभी ऑफ कर दो थोड़ी देर चलो ठीक है गुड मॉर्निंग सारे जी गुड मॉर्निंग जी गुड मॉर्निंग जी गुड मॉर्निंग सर जी गुड मॉर्निंग जी हाँ जी सत श्री अकाल हाँ जी लिंक नहीं हो रहा ਤੁਹਾਡੇ ਕੋਈ ਪ੍ਰੋਬਲਮ ਨਾ ਹੋਵੇ ਸਿਗਨਲ 'ਚ सरकार गुड मॉर्निंग जी ਗੁੱਡ ਮਾਰਨਿੰਗ ਕੱਲ 9:30 ਹੋਇਆ ਸੀਗਾ ਭੇਜੋ ਰਿਕਵੈਸਟ ਦੇਖੋ ਭੇਜ ਕੇ ਤੁਸੀਂ ਰਿਕਵੈਸਟ ਭੇਜੋ ਜਰਾ ਮੈਂ ਚੈੱਕ ਕਰਦਾ ਦੇਖੀਏ ਇਸ ਨੰਬਰ ਤੇ ਰਿਕਵੈਸਟ ਆ ਨਹੀਂ ਰਹੀ ਕੀ ਪ੍ਰੋਬਲਮ ਹੈ हाँ जी गुड मॉर्निंग जी ਗੁੱਡ ਮਾਰਨਿੰਗ ਜੀ ਗੁੱਡ ਮਾਰਨਿੰਗ ਇਹ ਕਾਨੂੰ ਕੋਈ ਗੁਰਜੰਟ ਸਿੰਘ ਹੈਗੇ ਆ ਭੇਜਣਗੇ ਤੇ ਹਾਂ ਹੈਗਾ ਉਹ ਇਸ ਲਿੰਕ ਗਿਆ ਨਹੀਂ ਇਹਨਾਂ ਨੂੰ ਲਿੰਕ ਨਹੀਂ ਗਿਆ ਇਹਨਾਂ ਨੂੰ ਦੇਖੋ ਚੈੱਕ ਕਰੋ ਸਪੈਸ਼ਲ ਭੇਜ ਦੋ ਲਿੰਕ 98762 762 92 814 ਕੀ ਨਾਮ ਹੈ ਗੁਰਜੰਟ ਸਿੰਘ ਆ ਗਿਆ ਗੁਰਜੰਟ ਸਿੰਘ कुछ ना हो गया सर ओके ओके सत श्री अकाल और साउंड नहीं आ रही साउंड बंद की भी शायद हाँ गुड मॉर्निंग सर गुड मॉर्निंग जी गुड मॉर्निंग गुड जी मॉर्निंग सर जी गुड मॉर्निंग जी मेरी बात नमस्कार जी नमस्कार सर हाँ जी लेट स्टार्ट अगेन गुड मॉर्निंग ਸਾਰਿਆਂ ਨੂੰ ਜੀ ਅੱਜ ਅਸੀਂ ਨਵਾਂ ਜਿਹੜਾ ਪੇਪਰ ਹੈਗਾ ਡਿਪਾਰਟਮੈਂਟਲ ਐਗਜ਼ਾਮੀਨੇਸ਼ਨ ਆਫ ਨਾਇਬ ਤਹਿਸੀਲਦਾਰ ਪੇਪਰ ਨੰਬਰ 3 ਇਹਦਾ ਜਿਹੜਾ ਫਸਟ ਲੈਕਚਰ ਹੈ ਅਸੀਂ ਉਹ ਡਿਸਕਸ ਕਰਨ ਜਾ ਰਹੇ ਹਾਂ ਜਿਹੜਾ ਪਹਿਲਾ ਸਾਡਾ ਇਹ ਸਟਾਰਟਿੰਗ ਹੈਗੀ ਹੈ ਸਭ ਤੋਂ ਪਹਿਲਾਂ ਅਸੀਂ ਡਿਸਕਸ ਕਰਾਂਗੇ ਦੀ ਜਿਹੜੀ ਹੈਗੀ ਇੰਟਰੋਡਕਸ਼ਨ ਪ੍ਰੀਲਿਮਿਨਰੀ ਜਿਹਨੂੰ ਅਸੀਂ ਕਹਿੰਦੇ ਹਾਂ ਚੈਪਟਰ ਨੰਬਰ 1 ਪ੍ਰੀਲਿਮਿਨਰੀ ਇਹ ਕੀ ਹੈਗਾ ਜੀ ਇਹਦੇ ਵਿੱਚ दो तीन सबजैक्ट साढ़े है ये पेपर नंबर 1 है पेपर नंबर 1 ਦੇ ਵਿੱਚ
ਜਿਹੜਾ ਅਸੀਂ ਅੱਜ ਪੜਾਂਗੇ ਉਹ ਹੈਗਾ ਪੰਜਾਬ ਟੈਨੈਂਸੀ ਐਕਟ 1887, ਪੰਜਾਬ ਟੈਨੈਂਸੀ ਐਕਟ 1887। ਠੀਕ ਹੈ ਜੀ, ਇਹਦਾ ਅਸੀਂ ਪਹਿਲਾ ਚੈਪਟਰ ਪੜਾਂਗੇ। ਇਹ ਐਕਟ ਕਦੋਂ ਬਣਿਆ, ਕਿਉਂ ਬਣਿਆ, ਇਹਦੀ ਲੋੜ ਕੀ ਸੀਗੀ। ਠੀਕ ਹੈ, ਜਿਹੜਾ ਲਾਅ ਪਹਿਲਾਂ ਚੱਲਦਾ ਸੀ ਲੈਂਡਲਾਰਡ ਦਾ ਤੇ ਟੈਨੈਂਟਸ ਦਾ, ਉਹਨਾਂ ਦੇ ਬਹੁਤ ਸਾਰੇ ਡਿਸਪਿਊਟਸ ਚੱਲਦੇ ਰਹਿੰਦੇ ਸੀ ਆਪਸ ਦੇ ਵਿੱਚ, ਜਿਹਦੇ ਕਰਕੇ ਜਿਹੜਾ ਜੀ ਮੈਂਟਲੀ ਜਿਹੜੇ ਹੈਗੇ ਸੀ ਲੈਂਡਲਾਰਡ ਵੀ ਤੇ ਟੈਨੈਂਟ ਵੀ ਮੈਂਟਲੀ ਟੌਰਚਰ ਹੁੰਦੇ ਰਹਿੰਦੇ ਸੀ ਇੱਕ ਦੂਜੇ ਦੇ ਨਾਲ, ਜਦੋਂ ਡਿਸਪਿਊਟ ਹੋਣ ਦੇ ਕਾਰਨ। ਇਸ ਕਰਕੇ ਉਹਨਾਂ ਦੇ ਡਿਸਪਿਊਟਸ ਨੂੰ ਸਪੀਡੀ ਰੈਮਡੀ ਦੀ ਖਾਤਰ ਬਹੁਤ ਜਲਦੀ ਇਹਨਾਂ ਦੇ ਜਿਹੜੇ ਝਗੜੇ ਨੇ ਉਹ ਨਿਬੜਨ, ਉਹਦੇ ਲਈ ਇੱਕ ਸੈੱਟ ਆਫ ਰੂਲਸ ਤਿਆਰ ਕੀਤਾ ਗਿਆ। ਇਹ ਜਿਹੜਾ ਰੂਲ ਸੀਗਾ, ਸੈੱਟ ਆਫ ਐਕਟ ਤਿਆਰ ਕੀਤਾ ਗਿਆ, ਜਿਹਦਾ ਨਾਮ ਦਿੱਤਾ ਗਿਆ ਪੰਜਾਬ ਟੈਨੈਂਸੀ ਐਕਟ 1887। ਸਰ ਨਾਲ 3 ਨੰਬਰ ਪੇਪਰ ਨਹੀਂ ਪੜ੍ਹਨਾ ਸੀ ਜੀ ਅੱਜ? 3 ਨੰਬਰ ਪੇਪਰ ਹੈ ਜੀ, ਤੁਸੀਂ ਪਹਿਲਾਂ 8 ਹੀ ਜਾਂਦੇ ਹੋ ਜੀ। ਪਹਿਲਾ ਚੈਪਟਰ, ਅੱਛਾ ਚੈਪਟਰ ਪਹਿਲਾਂ, ਚੈਪਟਰ ਨੰਬਰ 1, ਪੇਪਰ ਨੰਬਰ 3, ਠੀਕ ਹੈ। ਡਿਪਾਰਟਮੈਂਟ ਐਗਜ਼ਾਮੀਨੇਸ਼ਨ ਨੈਬ ਤਹਿਸੀਲਦਾਰ, ਪੇਪਰ ਨੰਬਰ 3। ਪੇਪਰ ਨੰਬਰ 3 ਦੇ ਵਿੱਚ 2-3 ਬੁੱਕਸ ਹੈਗੀਆਂ ਨੇ। ਜਿਹੜੀ ਅਸੀਂ ਬੁੱਕਸ ਅੱਜ ਪੜ੍ਹਨ ਜਾ ਰਹੇ ਹਾਂ ਉਹਦਾ ਨਾਮ ਹੈਗਾ ਦੀ ਪੰਜਾਬ ਟੈਨੈਂਸੀ ਐਕਟ 1887। ਇਹਦਾ ਪੜਾਂਗੇ ਅਸੀਂ ਚੈਪਟਰ ਨੰਬਰ 1, ਜਿਨਕੀ ਇੰਟਰੋਡਕਸ਼ਨ ਪ੍ਰੀਲਿਮਿਨਰੀ ਆਫ ਦਾ ਐਕਟ। ਐਕਟ ਕੀ ਹੈ, ਕਦੋਂ ਬਣਿਆ, ਕਿਉਂ ਬਣਿਆ। ਇਹ ਐਕਟ ਬਣਾਉਣ ਦਾ ਸਰਕਾਰ ਦੀ ਮਨਸ਼ਾ ਕੀ ਸੀ, ਸਭ ਤੋਂ ਵੱਡੀ ਸਰਕਾਰ ਦੀ ਮਨਸ਼ਾ ਇਹਦੇ ਵਿੱਚ ਇਹ ਸੀਗੀ, ਜਦੋਂ ਲੈਂਡਲਾਰਡ ਸੀਗੇ, ਵੱਡੇ ਵੱਡੇ ਲੈਂਡਲਾਰਡ ਹੁੰਦੇ ਸੀਗੇ, ਉਹਨਾਂ ਦੇ ਅਗੇਂਸਟ ਬਹੁਤ ਸਾਰੇ ਟੈਨੈਂਟਸ ਉਹਨਾਂ ਦੀ ਜ਼ਮੀਨਾਂ ਦੇ ਉੱਪਰ ਕਾਸ਼ਤ ਕਰਦੇ ਸੀਗੇ। ਆਪਸੀ ਡਿਸਪਿਊਟ ਚੱਲਦੇ ਰਹਿੰਦੇ ਸੀ ਬਹੁਤ ਸਾਰੀਆਂ ਗੱਲਾਂ ਨੂੰ ਲੈ ਕੇ, ਲੈਂਡਲਾਰਡ ਦਾ ਤੇ ਟੈਨੈਂਟ ਦਾ, ਕਿਤੇ ਇੰਪਰੂਵਮੈਂਟ ਨੂੰ ਲੈ ਕੇ, ਕਿਤੇ ਕਿਰਾਏ ਦੇ ਘਾਟੇ ਵਾਧੇ ਨੂੰ ਲੈ ਕੇ, ਕਿਤੇ ਕਿਸੇ ਵੀ ਕਾਰਨ ਕਿਰਾਇਆ ਨਾ ਦੇਣ ਦੇ, ਟਾਈਮ ਸਿਰ ਕਿਰਾਇਆ ਕੋਈ ਨਹੀਂ ਸੀ ਦਿੰਦਾ, ਕੋਈ ਇਦਾਂ ਦੇ ਜਿਹੜੇ ਬਹੁਤ ਸਾਰੇ ਡਿਸਪਿਊਟ ਚੱਲਦੇ ਸੀ ਆਪਦੇ ਵਿੱਚ ਦੋਨੋਂ ਪਾਰਟੀਆਂ ਦੇ ਵਿੱਚ, ਲੈਂਡਲਾਰਡ ਤੇ ਟੈਨੈਂਟ ਦੇ ਵਿੱਚ। ਤਾਂ ਸਰਕਾਰ ਨੂੰ ਮਹਿਸੂਸ ਹੋਇਆ ਵੀ ਇਹ ਜਿਹੜੇ ਡਿਸਪਿਊਟਸ ਨੇ ਪੈਟ ਆਫ ਪੈਟ ਕੋਈ ਲਾਅ ਬਣਾਇਆ ਜਾਵੇ ਇਹਦੇ ਬੇਸਿਸ ਤੇ, ਜਿਹਦੇ ਬੇਸਿਸ ਤੇ ਜਿਹੜੀਆਂ ਕੋਰਟ ਹੈਗੀਆਂ ਨੇ ਇਹਨਾਂ ਦੇ ਡਿਸਾਈਡ ਕਰ ਸਕਣ, ਸਪੀਡੀ ਰੈਮਡੀ ਇਹਨਾਂ ਨੂੰ ਮਿਲ ਸਕੇ, ਲੈਂਡਲਾਰਡ ਨੂੰ ਵੀ ਜਾਂ ਟੈਨੈਂਟ ਨੂੰ ਵੀ ਸਪੀਡੀ ਰੈਮਡੀ ਦੇਣ ਦੀ ਖਾਤਰ ਜਿਹੜਾ ਇਹ ਐਕਟ ਹੈਗਾ ਇਹ ਵਜੂਦ ਵਿੱਚ ਆਇਆ 1887 ਦੇ ਵਿੱਚ। ਇਹਦਾ ਟਾਈਟਲ ਕੀ ਸੀਗਾ, ਇਹਦਾ ਟਾਈਟਲ ਸੀ ਸੈਕਸ਼ਨ ਨੰਬਰ 1 ਦੇ ਵਿੱਚ ਕੀ ਹੈ, ਟਾਈਟਲ ਐਕਸਟੈਂਟ ਐਂਡ ਇਨਫੋਰਸਮੈਂਟ। ਇਹਦਾ ਟਾਈਟਲ ਕੀ ਸੀ, ਟਾਈਟਲ ਸੀ ਪੰਜਾਬ ਟੈਨੈਂਸੀ ਐਕਟ 1887। ਇਹਦਾ ਜਿਹੜਾ ਹੈਗਾ ਸੀਗਾ ਐਕਸਟੈਂਟ, ਇੱਕ ਐਕਸਟੈਂਟ ਮਤਲਬ ਕਿੱਥੇ ਤੱਕ ਇਹ ਫੈਲਿਆ ਹੋਇਆ ਸੀ, ਕਿੱਥੇ ਕਿੱਥੇ ਇਹ ਲਾਗੂ ਹੋਣਾ ਸੀਗਾ ਜਿਹੜਾ ਇਹ ਐਕਟ ਸੀਗਾ। ਦੇਖੋ ਜਦੋਂ ਇਹ ਐਕਟ ਬਣਿਆ ਉਦੋਂ ਪੰਜਾਬ, ਹਰਿਆਣਾ, ਠੀਕ ਹੈ, ਸਮ ਪਾਰਟ ਆਫ ਦਾ ਹਿਮਾਚਲ, ਯੂਟੀ, ਚੰਡੀਗੜ੍ਹ, ਇਹ ਸਾਰੇ ਇਕੱਠੇ ਹੁੰਦੇ ਸੀਗੇ। ਇਸ ਕਰਕੇ ਜਿਹੜੀ ਇਹਦੀ ਐਕਸਟੈਂਸ਼ਨ ਸੀਗੀ ਉਸ ਵੇਲੇ ਵੀ ਕਿੱਥੇ ਕਿੱਥੇ ਇਹ ਲਾਗੂ ਹੁੰਦਾ ਸੀਗਾ। ਹੋਲ ਟੈਰੀਟਰੀ ਆਫ ਦਾ ਕੰਟਰੋਲਡ ਬਾਈ ਦਾ ਸਟੇਟ ਗਵਰਨਮੈਂਟ। ਸਟੇਟ ਗਵਰਨਮੈਂਟ ਪੰਜਾਬ, ਜਿਹੜੀ ਪੰਜਾਬ ਦੀ ਸਰਕਾਰ ਸੀਗੀ, ਜਿਹੜੀ ਟੈਰੀਟਰੀ ਨੂੰ, ਜਿਸ ਏਰੀਏ ਨੂੰ ਮਤਲਬ ਕਿ ਪੰਜਾਬ ਗਵਰਨਮੈਂਟ ਦੀ ਜਿਹੜੀ ਸਰਕਾਰ ਸੀ ਉਹ ਹੋਲਡ ਕਰਦੀ ਸੀ, ਕੰਟਰੋਲ ਕਰਦੀ ਸੀ, ਉਹਦੇ ਤੇ ਮਤਲਬ ਕਿ ਐਡਮਿਨਿਸਟ੍ਰੇਸ਼ਨ ਰੱਖਦੀ ਸੀਗੀ, ਉਸ ਸਾਰੇ ਏਰੀਏ ਦੇ ਵਿੱਚ ਜਿਹੜਾ ਇਹ ਐਕਟ ਸੀਗਾ ਉਹ ਲਾਗੂ ਹੁੰਦਾ ਸੀਗਾ। ਜਿਵੇਂ ਕਿ ਸਟੇਟ ਆਫ ਪੰਜਾਬ ਕਮ ਇਨਟੂ ਫੋਰਸ, ਇਹ ਕਦੋਂ ਫੋਰਸ ਵਿੱਚ ਆਇਆ, ਜਦੋਂ ਸਰਕਾਰ ਨੇ ਨੋਟੀਫਿਕੇਸ਼ਨ ਕੀਤਾ। ਇਹਦਾ ਸੈਂਟਰਲ ਗਵਰਨਮੈਂਟ ਦੀ ਪਰਮਿਸ਼ਨ ਲੈਣੀ ਹੁੰਦੀ ਹੈ ਜਦੋਂ ਕੋਈ ਐਕਟ ਬਣਦਾ ਹੈ, ਸੈਂਟਰਲ ਗਵਰਨਮੈਂਟ ਦੀ ਪਰਮਿਸ਼ਨ ਲੈ ਕੇ ਫਿਰ ਜਿਹੜਾ ਹੈਗਾ ਉਹਦੀ ਨੋਟੀਫਿਕੇਸ਼ਨ ਕੀਤੀ ਜਾਂਦੀ ਹੈ। ਜਦੋਂ ਨੋਟੀਫਿਕੇਸ਼ਨ ਹੋ ਜਾਂਦੀ ਹੈ ਤਾਂ ਉਹਦੇ ਵਿੱਚ ਦਰਸਾਇਆ ਜਾਂਦਾ ਵੀ ਇਹ ਐਕਟ ਕਦੋਂ ਲਾਗੂ ਹੋਣਾ ਹੈ। ਕਿਸੇ ਬੈਕ ਡੇਟ ਤੋਂ ਵੀ ਲਾਗੂ ਹੋ ਸਕਦਾ ਹੈ, ਕਿਸੇ ਫਿਊਚਰ ਡੇਟ ਤੋਂ ਵੀ ਲਾਗੂ ਹੋ ਸਕਦਾ ਹੈ, ਸੇਮ ਡੇਟ ਤੋਂ ਵੀ ਲਾਗੂ ਹੋ ਸਕਦਾ ਹੈ। ਫਿਰ ਇਹ ਜਨਰਲ ਸਕੋਪ ਕੀ ਸੀਗਾ, ਸਕੋਪ ਕੀ ਸੀਗਾ ਇਸ ਐਕਟ ਦਾ, ਐਕਟ ਨੂੰ ਬਣਾਉਣ ਦੇ ਵਿੱਚ ਕੀ ਹੈ, ਜਨਰਲ ਸਕੀਮ ਕੀ ਸੀਗੀ। ਜਨਰਲ ਸਕੀਮ ਤਾਂ ਮੈਂ ਆਪਾਂ ਦੱਸ ਚੁੱਕਿਆ ਮੈਂ ਤੁਹਾਨੂੰ, ਜਿਵੇਂ ਕਿ ਸਪੀਡੀ ਰੈਮਡੀ ਆਫ ਦਾ ਡਿਸਪਿਊਟਸ ਲੈਂਡਲਾਰਡ ਦੇ ਤੇ ਟੈਨੈਂਟ ਦੇ ਜਿਹੜੇ ਵਿਚਕਾਰ ਚੱਲਦੇ ਸੀਗੇ, ਉਹਨਾਂ ਨੂੰ ਸਪੀਡੀ ਤੌਰ ਤੇ, ਜਲਦੀ ਤੌਰ ਤੇ ਨਿਪਟਾਰਾ ਕਰਕੇ, ਤਾਂ ਕਿ ਆਪਣਾ ਕੰਮ ਹਰ ਕੋਈ ਬੰਦਾ ਆਪਣੇ ਵਿਦਆਊਟ ਐਨੀ ਟੈਨਸ਼ਨ ਕੰਮ ਕਰ ਸਕੇ। ਤੇ ਫਿਰ ਇਹਦੇ ਵਿੱਚ ਇਹ ਦਰਸਾਇਆ ਜਾਣਾ ਸੀਗਾ ਵੀ ਕਿਹੜੇ ਕਿਹੜੇ ਰੀਜ਼ਨ ਹੈਗੇ ਆ ਜਿਸ ਕਰਕੇ ਜਿਹੜੇ ਹੈਗੇ ਲੈਂਡਲਾਰਡ ਦੇ ਤੇ ਟੈਨੈਂਟ ਦੇ ਜਿਹੜੇ ਆਪਣੇ ਰਿਲੇਸ਼ਨਸ਼ਿਪ ਹੈਗੀ ਹੈ ਉਹ ਟਰਮੀਨੇਟ ਕੀਤੀ ਜਾ ਸਕਦੀ ਹੈ। ਲੈਂਡਲਾਰਡ ਤੇ ਟੈਨੈਂਟ, ਜਿਹੜੀ ਵੀ ਕੋਈ ਟੈਨੈਂਸੀ ਲੈਂਡਲਾਰਡ ਦੀ ਟੈਨੈਂਟ ਕੋਲੇ ਕਿਰਾਏ ਦੇ ਲਈ ਹੈਗੀ ਹੈ, ਦਿੱਤੀ ਗਈ ਹੈ, ਰੈਂਟ ਵਾਸਤੇ ਦਿੱਤੀ ਗਈ ਹੈ, ਵੀ ਉਹਨਾਂ ਦੇ ਕਿਹੜੇ ਕਿਹੜੇ ਕਾਰਨ ਹੋ ਸਕਦੇ ਨੇ ਜਿਹਦੇ ਕਰਕੇ ਜਿਹੜੀ ਦੋਨਾਂ ਦੀ ਜਿਹੜੀ ਰਿਲੇਸ਼ਨਸ਼ਿਪ ਹੈ ਉਹ ਟਰਮੀਨੇਟ ਕੀਤੀ ਜਾਵੇ, ਉਹ ਜਿਹੜਾ ਹੈਗਾ ਇਸ ਲਾਅ ਦੇ ਵਿੱਚ ਦਰਸਾਉਣਾ ਸੀਗਾ। ਦੈਨ ਇਹਦਾ ਐਕਸਟੈਂਟ ਕੀ ਸੀਗਾ, ਐਕਸਟੈਂਟ ਆਪਾਂ ਦੱਸ ਚੁੱਕੇ ਹਾਂ। ਫਿਰ ਸਟੇਟ ਆਫ ਪੰਜਾਬ ਸੀਗੀ 1/11/1956 ਤੋਂ ਪਹਿਲਾਂ ਜਿੰਨਾ ਵੀ ਏਰੀਆ ਸਰਕਾਰ ਦੇ, ਦੇਖੋ 1/11/1956 ਨੂੰ ਪੈਪਸੂ ਐਕਟ ਬਣਿਆ, ਪੈਪਸੂ ਸਰਕਾਰ ਬਣੀ। ਪੈਪਸੂ ਮਤਲਬ ਪੰਜਾਬ ਈਸਟ ਪੰਜਾਬ ਸਟੇਟ, ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ, ਪਟਿਆਲਾ ਈਸਟ ਪੰਜਾਬ ਸਟੇਟਸ ਯੂਨੀਅਨ। ਇਸ ਤੋਂ ਪਹਿਲਾਂ ਜਿਹੜੇ ਵੀ ਇਲਾਕੇ ਪੰਜਾਬ ਸਰਕਾਰ ਦੇ ਹੱਦ ਵਿੱਚ ਪੈਂਦੇ ਸੀਗੇ ਉਹਨਾਂ ਸਾਰੇ ਇਲਾਕਿਆਂ ਤੇ ਇਹ ਲਾਗੂ ਹੁੰਦਾ ਸੀਗਾ, ਜਿਹਦੇ ਵਿੱਚ ਪੰਜਾਬ ਵੀ ਆ ਜਾਂਦਾ ਸੀ, ਹਰਿਆਣਾ ਵੀ ਆ ਜਾਂਦਾ ਸੀਗਾ, ਤੇ ਨਾਲ ਹੀ ਯੂਟੀ ਚੰਡੀਗੜ੍ਹ ਵੀ ਆਉਂਦੀ ਸੀਗੀ,
ਤੇ ਇਸ ਤੋਂ ਇਲਾਵਾ ਜਿਹੜਾ ਏਰੀਆ ਜਿਹੜਾ ਪੰਜਾਬ ਦੀ ਜਦੋਂ ਰੀਆਰਗੇਨਾਈਜੇਸ਼ਨ ਹੋਈ ਹੈ 1966 ਦੇ ਵਿੱਚ, ਪੰਜਾਬ ਰੀਆਰਗੇਨਾਈਜ਼ ਹੋਇਆ। ਕਦੋਂ ਹੋਇਆ? 1966 ਦੇ ਵਿੱਚ। ਉਦੋਂ ਜਦੋਂ ਰੀਆਰਗੇਨਾਈਜ਼ ਹੋਇਆ, ਕੁਝ ਏਰੀਆ ਸੀ ਜਿਹੜਾ ਹਿਮਾਚਲ ਦਾ, ਉਹ ਏਰੀਆ ਹਿਮਾਚਲ ਦਾ ਪੰਜਾਬ ਦੇ ਵਿੱਚ ਸੀਗਾ, ਉਹ ਹਿਮਾਚਲ ਨੂੰ ਟ੍ਰਾਂਸਫਰ ਕੀਤਾ ਗਿਆ ਕੁਝ ਏਰੀਆ। ਠੀਕ ਹੈ, ਉਸ ਏਰੀਆ ਦੇ ਵਿੱਚ ਵੀ ਇਹ ਐਕਟ ਲਾਗੂ ਹੁੰਦਾ ਸੀ ਉਸ ਸਮੇਂ। ਜਿਹੜਾ ਏਰੀਆ ਪਹਿਲਾਂ ਪੰਜਾਬ ਦਾ ਸੀ ਪਾਰਟ, ਦੈਨ ਆਫਟਰ ਦਾ ਰੀਆਰਗੇਨਾਈਜੇਸ਼ਨ ਆਫ 1966 ਐਕਟ ਏਰੀਆ ਹਿਮਾਚਲ 'ਚ ਟ੍ਰਾਂਸਫਰ ਕਰ ਦਿੱਤਾ ਗਿਆ। ਉਸ ਏਰੀਆ 'ਚ ਵੀ ਇਹ ਜਿਹੜਾ ਐਕਟ ਸੀ ਉਸ ਵੇਲੇ ਲਾਗੂ ਹੁੰਦਾ ਸੀ। ਠੀਕ ਹੈ, ਇਹ ਤਾਂ ਸੀ ਇਹਦਾ ਪਾਰਟ ਵੀ ਟਾਈਟਲ ਕੀ ਸੀਗਾ, ਇਹਦਾ ਮਕਸਦ ਕੀ ਸੀਗਾ, ਸਕੋਪ ਕੀ ਸੀਗਾ, ਐਕਸਟੈਂਟ ਕੀ ਸੀਗਾ ਇਸ ਐਕਟ ਦਾ ਲਾਗੂ ਕਰਨ ਦਾ। ਤੇ ਹੁਣ ਇਹਦੀ ਜਿਹੜੀ ਮੇਨ ਇੰਪੋਰਟੈਂਟ ਕਲੌਜ਼ ਹੈਗੀ ਹੈ ਡੈਫੀਨੇਸ਼ਨ, ਸੈਕਸ਼ਨ ਨੰਬਰ 2 ਡੈਫੀਨੇਸ਼ਨ ਕਲੌਜ਼। ਇਹਦੇ ਵਿੱਚੋਂ ਜਿਹੜਾ ਹੈਗਾ ਕੁਐਸਚਨ ਤੁਹਾਨੂੰ ਆਉਣ ਦਾ ਕਾਫੀ ਸੰਭਾਵਨਾ ਹੁੰਦੀ ਹੈ। ਸੈਕਸ਼ਨ ਨੰਬਰ 2 ਡੈਫੀਨੇਸ਼ਨ ਕਲੌਜ਼ ਹੈਗੀ ਹੈ ਜੀ। ਇਹਦੇ ਵਿੱਚ ਵੱਖ-ਵੱਖ ਵਰਡਸ ਨੂੰ ਲੈ ਕੇ ਉਹਨੂੰ ਡਿਸਕ੍ਰਾਈਬ ਕੀਤਾ ਗਿਆ, ਜਿਹੜਾ ਕਿ ਬਹੁਤ ਡਿਟੇਲ ਦੇ ਵਿੱਚ ਹੈਗਾ। ਜੇ ਤੁਹਾਨੂੰ ਇਹਨਾਂ ਡੈਫੀਨੇਸ਼ਨ ਦੀ ਪੂਰੀ ਸਮਝ ਹੋਏਗੀ ਤਾਂ ਤੁਹਾਨੂੰ ਜਿਹੜਾ ਐਕਟ ਹੈਗਾ, ਐਕਟ ਦੇ ਸੈਕਸ਼ਨਸ ਹੈਗੇ ਨੇ, ਉਹਦੇ ਰੂਲਸ ਹੈਗੇ ਨੇ, ਉਹ ਪੜ੍ਹਨ 'ਚ ਕੋਈ ਦਿੱਕਤ ਨਹੀਂ ਆਏਗੀ। ਹੈ ਜੀ, ਹਾਂ, ਸੈਕਸ਼ਨ 2 ਤੇ 3 ਡਿਲੀਟ ਹੋ ਚੁੱਕੇ ਹਨ ਜੀ। ਸੈਕਸ਼ਨ ਨੰਬਰ 4 ਹੈਗੀ ਹੈ, ਸੌਰੀ, ਠੀਕ ਹੈ। ਸੈਕਸ਼ਨ 2 ਤੇ 3 ਡਿਲੀਟ ਹੋ ਚੁੱਕੇ ਹਨ। ਡੈਫੀਨੇਸ਼ਨ ਕਲਾਸ ਦੀ ਸੈਕਸ਼ਨ 4 ਹੀ ਹੈ ਜੀ। ਠੀਕ ਹੈ, ਤੁਸੀਂ ਸਹੀ ਕਹਿ ਰਹੇ ਹੋ, ਸੈਕਸ਼ਨ 4 ਹੈਗੀ ਹੈ ਡੈਫੀਨੇਸ਼ਨ ਕਲੌਜ਼। ਸੈਕਸ਼ਨ ਦੇ 2 ਤੇ 3 ਡਿਲੀਟ ਹੋ ਚੁੱਕੇ ਹਨ। ਸੈਕਸ਼ਨ 4 ਦੇ ਅੰਦਰ ਡੈਫੀਨੇਸ਼ਨ ਕਲਾਸ, ਸਭ ਤੋਂ ਪਹਿਲਾਂ ਅਸੀਂ ਪੜਾਂਗੇ ਲੈਂਡ ਕੀ ਹੁੰਦੀ ਹੈ ਜੀ। ਸਬ ਸੈਕਸ਼ਨ 1 ਲੈਂਡ। ਦੇਖੋ ਇਹ ਕੁਐਸਚਨ ਮਤਲਬ ਕਿ ਮੈਕਸਿਮਮ ਹਰ ਪੇਪਰ 'ਚ ਆਉਂਦਾ ਹੈਗਾ ਲੈਂਡ। ਇਹ ਤੁਹਾਡੇ ਲੈਂਡ ਰੈਵਨਿਊ ਐਕਟ ਦੇ ਵਿੱਚ ਵੀ ਆਉਂਦਾ ਹੈ, ਡੈਫੀਨੇਸ਼ਨ ਲੈਂਡ ਦੀ ਟੈਨੈਂਸੀ ਐਕਟ 'ਚ ਵੀ ਆਉਂਦਾ ਹੈ, ਸੈਕਸ਼ਨ ਪੇਪਰ ਨੰਬਰ 4 'ਚ ਵੀ ਆ ਜਾਂਦਾ ਹੁੰਦਾ ਹੈ। ਠੀਕ ਹੈ, ਤੁਹਾਨੂੰ ਇਹਦੀ ਕਲੀਅਰ ਹੋਣੀ ਚਾਹੀਦੀ ਹੈ ਵੀ ਲੈਂਡ ਕਿਸ ਨੂੰ ਕਿਹਾ ਜਾਂਦਾ ਹੈ। ਸਭ ਤੋਂ ਪਹਿਲਾਂ ਦੇਖੋ ਮੇਨ ਗੱਲ ਹੈਗੀ ਆ, ਅਸੀਂ ਡਿਸਪਿਊਟਸ ਦੇ ਰਿਗਾਰਡਿੰਗ ਲੈਂਡਲੋਰਡ ਐਂਡ ਟੇਨੈਂਟਸ ਪੜ੍ਹਦੇ ਹਾਂ। ਕਾਹਦੇ ਲਈ ਪੜ੍ਹਦੇ ਹਾਂ? ਜਦੋਂ ਕੋਈ ਲੈਂਡ ਕਿਸੇ ਟੇਨੈਂਟ ਨੂੰ ਕਿਸੇ ਲੈਂਡ ਓਨਰ ਵੱਲੋਂ ਕਿਰਾਏ ਤੇ ਦਿੱਤੀ ਜਾਂਦੀ ਹੈ। ਇਸ ਕਰਕੇ ਜਿਹੜੀ ਲੈਂਡ ਹੈਗੀ ਇਹਦਾ ਮੇਨ ਮਕਸਦ ਇਹ ਹੈਗਾ ਲੈਂਡ ਫਾਰ ਐਗਰੀਕਲਚਰ ਲੈਂਡ। ਠੀਕ ਹੈ, ਇੱਥੋਂ ਅਸੀਂ ਇਹ ਲੈਂਦੇ ਹਾਂ ਵੀ ਲੈਂਡ ਜਿਹੜੀ ਹੁੰਦੀ ਹੈ ਉਹ ਐਗਰੀਕਲਚਰ ਲੈਂਡ ਦੀ ਗੱਲ ਕੀਤੀ ਜਾਂਦੀ ਹੈ ਇਸ ਐਕਟ ਦੇ ਵਿੱਚ। ਮੇਬੀ ਉਹ ਕੋਈ ਪੇਸਚਰ ਹੋਵੇ, ਚਰਾਗਾਹ ਹੋਵੇ, ਠੀਕ ਹੈ, ਜਾਂ ਉਸ ਲੈਂਡ ਦੇ ਵਿੱਚ ਕੋਈ ਕੋਠਾ ਬਣਿਆ ਹੋਵੇ ਡੰਗਰਾਂ ਦੇ, ਪਸ਼ੂਆਂ ਦੇ ਲਈ, ਜਾਂ ਕੋਈ ਐਗਰੀਕਲਚਰ ਕੋਈ ਉੱਥੇ ਅੰਦਰ ਫਾਰਮ ਵੀ ਬਣਿਆ ਹੋਇਆ ਹੋਵੇ। ਠੀਕ ਹੈ, ਕੋਈ ਟਿਊਬਵੈਲ ਦੀ ਜਗ੍ਹਾ ਵੀ ਹੋਵੇ, ਕੋਈ ਰਸਤੇ ਛੱਡੇ ਹੋਏ ਹੋਣ। ਐਗਰੀਕਲਚਰ ਲੈਂਡ ਦੇ ਵਿੱਚ ਕੋਈ ਡੰਗਰਾਂ ਦੇ ਲਈ ਰੱਖਿਆ ਹੋਇਆ ਹੋਵੇ, ਪਾਰਟ ਰੱਖਿਆ ਹੋਵੇ, ਉਹਨੂੰ ਅਸੀਂ ਸਾਰਾ ਲੈਂਡ ਦੀ ਪਰਿਭਾਸ਼ਾ ਵਿੱਚ ਹੀ ਗਿਣਦੇ ਹਾਂ। ਪਰ ਦੂਜੀ ਸ਼ਰਤ ਇਹਦੇ ਵਿੱਚ ਇਹ ਲਿਖੀ ਗਈ ਹੈਗੀ ਹੈ ਵੀ ਜਿਹੜੀ ਲੈਂਡ ਦੇ ਉੱਪਰ ਕੋਈ ਕੰਸਟਰਕਸ਼ਨ ਹੋ ਜਾਂਦੀ ਹੈ, ਕਿਸੇ ਸ਼ਹਿਰ ਦੇ ਵਿੱਚ ਕੋਈ ਲੈਂਡ ਹੈਗੀ ਹੈ, ਕਿਸੇ ਟਾਊਨ ਦੇ ਵਿੱਚ ਹੈਗੀ ਹੈ, ਜਾਂ ਵਿਲੇਜ ਸਾਈਟ, ਪਿੰਡ ਦੀ ਲਾਲਕੀ ਦੇ ਅੰਦਰ ਕੋਈ ਆਬਾਦੀ ਹੈ, ਆਬਾਦੀ ਦੇ ਵਿੱਚ ਕੋਈ ਲੈਂਡ ਆਬਾਦੀ ਬਣੀ ਹੋਈ ਹੈਗੀ ਹੈ, ਇਹ ਜਿਹੜੀਆਂ ਚੀਜ਼ਾਂ ਹੈਗੀਆਂ ਨੇ ਕੰਸਟਰਕਸ਼ਨ ਬਿਲਡਿੰਗ ਕਿਸੇ ਸ਼ਹਿਰ ਦੇ ਵਿੱਚ ਹੋਵੇ ਤੇ ਕਿਸੇ ਪਿੰਡ ਦੇ ਵਿੱਚ ਕੋਈ ਆਬਾਦੀ ਦੀ ਜਗ੍ਹਾ ਹੋਵੇ, ਉਹਨੂੰ ਅਸੀਂ ਲੈਂਡ ਦੀ ਪਰਿਭਾਸ਼ਾ ਵਿੱਚ ਨਹੀਂ ਕਹਿੰਦੇ। ਜਿਵੇਂ ਕਿ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 4 ਹੈਗੀ ਹੈ, ਤੁਸੀਂ ਸਾਰਿਆਂ ਨੇ ਪੜ੍ਹਿਆ ਹੋ ਜਦੋਂ ਆਪਾਂ ਲੈਂਡ ਰੈਵਨਿਊ ਐਕਟ ਪੜ੍ਹਿਆ ਸੀਗਾ। ਸੈਕਸ਼ਨ 4 ਦੇ ਵਿੱਚ ਕੀ ਹੈਗਾ? ਵਿਲੇਜ ਸਾਈਟ। ਵਿਲੇਜ ਸਾਈਟ ਕੀ ਮਤਲਬ? ਆਬਾਦੀ ਦੇ ਜਿਹੜੀ ਲੈਂਡ ਹੈ, ਲਾਲ ਡੋਰੇ ਦੇ ਅੰਦਰ ਜਿਹੜੀ ਜਗ੍ਹਾ ਹੁੰਦੀ ਹੈ, ਉਹਦੇ ਉੱਪਰ ਜਿਹੜਾ ਲੈਂਡ ਰੈਵਨਿਊ ਐਕਟ ਹੀ ਐਪਲੀਕੇਬਲ ਨਹੀਂ ਹੁੰਦਾ। ਠੀਕ ਹੈ ਜੀ। ਪਰ ਦੂਜੇ ਪਾਸੇ ਅਸੀਂ ਗੱਲ ਕਰ ਲੈਂਦੇ ਹਾਂ ਵੀ ਇਹ ਠੀਕ ਹੈ ਵੀ ਲੈਂਡ ਰੈਵਨਿਊ ਐਕਟ ਐਪਲੀਕੇਬਲ ਨਹੀਂ ਹੁੰਦਾ, ਪਰ ਬਹੁਤ ਸਾਰੇ ਜਿਹੜੇ ਐਕਟ ਹੁੰਦੇ ਨੇ, ਜਿਵੇਂ ਰਜਿਸਟ੍ਰੇਸ਼ਨ ਐਕਟ ਹੈਗਾ, ਰਜਿਸਟਰੀਆਂ ਹੁੰਦੀਆਂ ਨੇ ਲਾਲ ਡੋਰੇ ਦੇ ਅੰਦਰ ਜ਼ਮੀਨਾਂ ਦੀਆਂ, ਜਿਵੇਂ ਸ਼ਹਿਰਾਂ ਦੇ ਵਿੱਚ ਹੁੰਦੀਆਂ ਨੇ। ਠੀਕ ਹੈ, ਉੱਥੇ ਰਜਿਸਟ੍ਰੇਸ਼ਨ ਐਕਟ ਤਾਂ ਲਾਗੂ ਹੁੰਦੇ ਨੇ, ਪਰ ਲੈਂਡ ਰੈਵਨਿਊ ਐਕਟ ਦੀ ਗੱਲ ਕਰਦੇ ਹਾਂ, ਇਹ ਉੱਥੇ ਐਕਟ ਨਹੀਂ ਲਾਗੂ ਨਹੀਂ ਹੁੰਦਾ ਹੈਗਾ। ਠੀਕ ਹੈ, ਇਹ ਤਾਂ ਸੀ ਲੈਂਡ ਰੈਵਨਿਊ ਦੀ ਲੈਂਡ ਦੀ ਪਰਿਭਾਸ਼ਾ, ਮਤਲਬ ਐਗਰੀਕਲਚਰ ਲੈਂਡ। ਅਸੀਂ ਸਿੰਪਲ ਜੀ ਗੱਲ ਕਰਨੀ ਹੈ, ਬਿਲਕੁਲ ਸੌਖਾ ਯਾਦ ਰੱਖਣਾ ਹੈ ਇਹਨੂੰ। ਤੁਸੀਂ ਲੈਂਡ ਦੀ ਪਰਿਭਾਸ਼ਾ ਇੱਥੇ ਬੁੱਕ 'ਚੋਂ ਦੇਖ ਕੇ ਪੜ੍ਹਦੇ ਹੋ ਨਾ, ਤਾਂ ਕਾਫੀ ਕਨਫਿਊਜ਼ਨ ਕ੍ਰੀਏਟ ਹੁੰਦੀ ਹੈ, ਕਈ ਵਾਰੀ ਸਮਝਣ 'ਚ ਦਿੱਕਤ ਆਉਂਦੀ ਹੈ ਵੀ ਕੀ ਕਹਿ ਰਿਹਾ ਹੈਗਾ। ਮੇਨ ਅਸੀਂ ਯਾਦ ਰੱਖਣਾ ਵੀ ਲੈਂਡ ਰੈਵਨਿਊ ਲੈਂਡ ਕੀ ਹੁੰਦੀ ਹੈ, ਐਗਰੀਕਲਚਰ ਲੈਂਡ ਕੀ ਹੁੰਦੀ ਹੈ। ਕਿਹਾ ਜਾਂਦਾ ਹੈ ਐਗਰੀਕਲਚਰ ਦੇ ਲੈਂਡ ਦੇ ਨਾਲ ਜੇ ਕੋਈ ਹੋਰ ਪਾਰਟ ਉਹਦਾ ਜੁੜਿਆ ਹੋਇਆ ਹੁੰਦਾ ਹੈ, ਕੋਈ ਕੋਠਾ, ਕੋਈ ਮਕਾਨ, ਕੋਈ ਡੰਗਰਾਂ ਦਾ, ਪਸ਼ੂਆਂ ਦਾ ਕੋਈ ਵਾੜਾ ਵਗੈਰਾ, ਜਾਂ ਰਹਿਣ ਦੇ ਲਈ ਕੋਈ ਉੱਥੇ ਫਾਰਮ ਹਾਊਸ ਬਣ ਗਿਆ, ਉਹ ਸਾਰੇ ਲੈਂਡ ਦੀ ਪਰਿਭਾਸ਼ਾ 'ਚ ਆ ਜਾਂਦੇ ਨੇ। ਕੋਈ ਪੇਸਚਰ ਹੈ, ਕੋਈ ਚਾਰਾਗਾਹ ਹੈ। ਠੀਕ ਹੈ, ਤੇ ਉਸ ਤੋਂ ਇਲਾਵਾ ਆਹ ਜਿਹੜੀਆਂ ਦੋ ਗੱਲਾਂ ਮੈਂ ਤੁਹਾਨੂੰ ਦੱਸੀਆਂ ਨੇ, ਇਹ ਯਾਦ ਰੱਖਣੀਆਂ ਨੇ ਵੀ ਜਿਹੜੀ ਕੋਈ ਬਿਲਡਿੰਗ ਹੈਗੀ ਹੈ ਸ਼ਹਿਰ ਦੇ ਵਿੱਚ ਹੈ ਜਾਂ ਆਬਾਦੀ ਦੇ ਵਿੱਚ ਹੈ, ਪਿੰਡ ਦੇ ਵਿੱਚ, ਤਾਂ ਉਹ ਲੈਂਡ ਦੀ ਪਰਿਭਾਸ਼ਾ 'ਚ ਨਹੀਂ ਆਉਂਦੀ। ਦੈਨ ਅਸੀਂ ਪੜ੍ਹਾਂਗੇ ਜੀ ਪੇ। ਸਬ ਸੈਕਸ਼ਨ 2 ਪੇ ਕੀ ਹੁੰਦਾ ਹੈ? ਪੇ ਇਸ ਐਕਟ ਦੇ ਨਾਲ ਜੇ ਆਪਾਂ ਗੱਲ ਕਰੀਏ, ਪੇ ਤੋਂ ਕੀ ਭਾਵ ਹੈ? ਪੇ ਤੋਂ ਭਾਵ ਹੈ ਵੀ ਲੈਂਡਲੋਰਡ ਕਿਸੇ ਟੈਨੈਂਟ ਨੂੰ ਕੋਈ ਆਪਣੀ ਜ਼ਮੀਨ ਦਿੰਦਾ ਹੈ। ਕਾਹਦੇ ਲਈ ਦਿੰਦਾ ਹੈ? ਕਿਰਾਏ ਤੇ ਦਿੰਦਾ ਹੈ। ਕਿਰਾਇਆ ਕਿਸ ਨੇ ਪੇ ਕਰਨਾ ਹੁੰਦਾ ਹੈ? ਦੇਖੋ ਪੇ ਮੈਂ ਯੂਜ਼ ਕਰ ਰਿਹਾ ਵਰਡ। ਕਿਰਾਇਆ ਕਿਸ ਨੇ ਪੇ ਕਰਨਾ ਹੁੰਦਾ ਹੈ? ਟੈਨੈਂਟ ਨੇ ਪੇ ਕਰਨਾ ਹੁੰਦਾ ਹੈ। ਲੈਣਾ ਕਿਸ ਨੇ ਹੁੰਦਾ ਹੈ? ਲੈਂਡਲੋਰਡ ਨੇ ਲੈਣਾ ਹੁੰਦਾ ਹੈਗਾ। ਠੀਕ ਹੈ, ਇਹਦੇ ਵਿੱਚ ਕੀ ਹੈਗਾ, ਜਿਹੜਾ ਰੈਂਟ ਹੈਗਾ,
ਰੈਂਟ, ਠੀਕ ਹੈ, ਰਿਗਾਰਡਿੰਗ ਰੈਂਟ ਗੱਲ ਕਰਦੇ ਹਾਂ, ਡਿਲੀਵਰੀ ਕੀਤੀ ਜਾਂਦੀ ਹੈ ਰੈਂਟ ਦੀ, ਠੀਕ ਹੈ, ਟੈਂਡਰਸ ਕੀਤਾ ਜਾ ਸਕਦਾ, ਰੈਂਟ ਪੇ ਕੀਤਾ ਜਾ ਸਕਦਾ, ਕਿਤੇ ਬੈਂਕ 'ਚ ਵੀ ਜਮ੍ਹਾਂ ਕਰਾਇਆ ਜਾ ਸਕਦਾ ਉਹਦੇ ਬਿਹਾਫ ਤੇ। ਰੈਂਟ ਦੇਣ ਤੋਂ ਕੋਈ ਬੰਦਾ ਰਿਫਿਊਜ਼ ਵੀ ਕਰ ਸਕਦਾ ਹੈ, ਯਾਨੀ ਕਿ ਪੇ ਕਰਨ ਤੋਂ ਰਿਫਿਊਜ਼ ਕਰ ਸਕਦਾ ਹੈ। ਪੇ ਕਰਨ ਤੋਂ ਕੋਈ ਬੰਦਾ ਫੇਲ ਵੀ ਹੋ ਸਕਦਾ ਹੈ, ਠੀਕ ਹੈ, ਪੇ ਕਰਨ ਤੋਂ ਕੋਈ ਇਨਕੈਪੇਬਲ ਵੀ ਹੋ ਸਕਦਾ ਹੈ, ਠੀਕ ਹੈ। ਇਸ ਕਰਕੇ ਜਿਹੜੀ ਪੇ ਦੀ ਪਰਿਭਾਸ਼ਾ ਹੈਗੀ ਆ ਇਹ ਰੈਂਟ ਦੇ ਨਾਲ ਰਿਲੇਟਡ ਹੈਗੀ ਆ। ਰੈਂਟ ਨੂੰ ਲੈਣ ਦੇਣ ਦੇ ਵਿੱਚ ਜਿਹੜੀ ਅਸੀਂ ਯੂਜ਼ ਕਰਦੇ ਹਾਂ ਵਰਡ, ਉਸਨੂੰ ਅਸੀਂ ਪੇ ਕਹਿੰਦੇ ਹਾਂ। ਦੈਨ ਅਗਰ ਰੈਂਟ ਕੀ ਹੁੰਦਾ ਜੀ? ਰੈਂਟ ਜਦੋਂ ਕੋਈ ਲੈਂਡਲॉर्ड अपनी कोई टेनेंसी मतलब पीस ऑफ लैंड, पार्सल ऑफ लैंड अंडर सम कंडीशंस, ठीक है, किसी टेनेंट ਨੂੰ ਕਿਰਾਏ ਤੇ ਬਾਂਧ ਦੇ ਲਈ ਦਿੰਦਾ ਹੈ, ਠੀਕ ਹੈ, ਉਹਦੇ ਇਵਜ਼ ਦੇ ਵਿੱਚ ਜੋ ਟੇਨੈਂਟ ਹੈਗਾ ਉਹ ਕਿਰਾਇਆ ਉਸਨੂੰ ਪੇ ਕਰਦਾ ਹੈ ਲੈਂਡਲॉर्ड ਨੂੰ, ਉਸ ਨੂੰ ਅਸੀਂ ਰੈਂਟ ਕਹਿੰਦੇ ਹਾਂ। ਰੈਂਟ ਦੀਆਂ ਵੀ ਕੁਝ ਕਿਸਮਾਂ ਹੋ ਸਕਦੀਆਂ ਨੇ। ਰੈਂਟ ਮੇ ਵੀ ਮਨੀ ਦੀ ਕਿਸਮ 'ਚ ਵੀ ਰੈਂਟ ਹੋ ਸਕਦਾ ਹੈ, ਪੈਸੇ ਦੇ ਲੈਣ ਦੇਣ 'ਚ ਰੈਂਟ ਹੋ ਸਕਦਾ ਹੈ। ਰੈਂਟ ਦੀ ਕੋਈ ਕਾਇੰਡ ਦੇ ਵਿੱਚ ਵੀ ਹੋ ਸਕਦਾ ਹੈ, ਜਿਵੇਂ ਆਪਾਂ ਦੇਖਦੇ ਹਾਂ ਵੀ ਫਸਲ ਦੇ ਵਿੱਚੋਂ ਫਸਲ ਲੈਣੀ, ਬਟਾਈ, ਤਿਹਾਈ, ਗਲਾ, ਨੀਰਾ, ਪੁਰਾਣਾ ਰਿਕਾਰਡ ਪੜ੍ਹਦੇ ਆ ਰਹੇ ਹਾਂ, ਠੀਕ ਹੈ। ਮਤਲਬ ਕਿ ਰੈਂਟ ਦੀ ਜਿਹੜੀ ਕਿਸਮ ਹੈ ਉਹ ਕੈਸ਼ 'ਚ ਵੀ ਹੋ ਸਕਦੀ ਹੈ, ਮਨੀ ਦੇ ਰੂਪ 'ਚ ਵੀ ਹੋ ਸਕਦੀ ਹੈ, ਤੇ ਉਹ ਕਾਇੰਡ ਦੇ ਰੂਪ 'ਚ ਵੀ ਹੋ ਸਕਦੀ ਹੈ। ਕਿਸਮ ਜੋ ਫਸਲ ਬੀਜੀ ਟੇਨੈਂਟ ਨੇ ਉਹ ਫਸਲ ਦਾ ਵਿੱਚੋਂ ਸ਼ੇਅਰ ਦੇਣੀ ਲੈਂਡਲॉर्ड ਨੂੰ। ਟੇਨੈਂਟ ਦੀ ਮਤਲਬ ਕਿ ਰੈਂਟ ਦੀ ਜਿਹੜੀ ਪਰਿਭਾਸ਼ਾ ਹੈਗੀ ਹੈ ਕਿਸਮ 'ਚ ਆ ਜਾਂਦੀ ਹੈ। ਫਿਰ ਇਸ ਤੋਂ ਇਲਾਵਾ ਦੇਖੋ, ਜੇ ਕੋਈ ਟੇਨੈਂਟ ਹੈ ਕਿਰਾਇਆ ਅਦਾ ਨਹੀਂ ਕਰ ਸਕਦਾ ਤਾਂ ਉਹ ਕੀ ਹੁੰਦਾ ਹੈ, ਉਹ ਆਪਣੀਆਂ ਸਰਵਿਸ ਵੀ ਦੇ ਸਕਦਾ ਹੈ, ਆਪਣੀਆਂ ਸਰਵਿਸ ਜਾਣੀ ਕਿ ਕਿਸੇ ਮਾਲਕ ਦੇ ਲਈ ਕੰਮ ਵੀ ਕਰ ਸਕਦਾ ਹੈ ਫਾਰ ਦਾ ਪੇਮੈਂਟ ਆਫ ਦਾ ਰੈਂਟ। ਜੇਕਰ ਉਸਨੇ ਮਤਲਬ ਕਿ ਪੇਮੈਂਟ ਦੇਣ ਤੋਂ ਪ੍ਰੋਬਲਮ ਹੋਈ ਉਸਨੂੰ, ਠੀਕ ਹੈ, ਤਾਂ ਆਪਦੀ ਉਹਦੇ ਕੋਲੇ ਕੰਮ ਕਰਕੇ, ਮਾਲਕ ਕੋਲੇ, ਲੈਂਡਲॉर्ड ਕੋਲੇ ਕੰਮ ਕਰਕੇ ਜਿਹੜਾ ਆਪਣਾ ਕਿਰਾਇਆ ਹੈਗਾ ਉਹ ਵੀ ਪੇ ਕਰ ਸਕਦਾ ਹੈਗਾ। ਮਤਲਬ ਕਿ ਦੇਖੋ, ਹੁਣ ਕਿਰਾਏ ਦੀਆਂ ਰੈਂਟ ਦੀਆਂ 3 ਕਿਸਮਾਂ ਹੋ ਗਈਆਂ: ਰੈਂਟ ਇਨ ਕੈਸ਼, ਰੈਂਟ ਇਨ ਕਾਇੰਡ, ਰੈਂਟ ਇਨ ਸਰਵਿਸ। ਨੈਕਸਟ ਅਸੀਂ ਪੜਾਂਗੇ ਜੀ सबसेक्शन 3, सबसेक्शन 4, ਏਰੀਅਰ ਆਫ ਰੈਂਟ। ਦੇਖੋ, ਏਰੀਅਰ ਕਦੋਂ ਬਣਦਾ ਹੈ? ਜਦੋਂ ਕਿਸੇ ਡਿਊ ਡੇਟ ਦੇ ਉੱਪਰ ਕੋਈ ਰਕਮ ਕਿਸੇ ਨੇ ਪੇ ਕਰਨੀ ਹੁੰਦੀ ਹੈ ਪਰ ਉਹ ਪੇ ਨਹੀਂ ਕਰ ਪਾਉਂਦਾ, ਠੀਕ ਹੈ, ਮਤਲਬ ਉਹ ਸਮਾਂ ਨਿਕਲ ਜਾਂਦਾ ਹੈ। ਜਿਵੇਂ ਆਪਾਂ ਫਿਕਸ ਕਰਦੇ ਹਾਂ, ਕੋਈ ਡੇਟਾਂ ਫਿਕਸ ਕੀਤੀਆਂ ਹੁੰਦੀਆਂ ਨੇ, ਸੋਨੇ ਦੀ ਰੇਟ ਫਿਕਸ ਕੀਤੀ ਜਾਂਦੀ ਹੈ, ਹਾੜੀ ਦੀ ਡੇਟ ਫਿਕਸ ਕੀਤੀ ਜਾਂਦੀ ਹੈ, ਜਿਵੇਂ ਲੈਂਡ ਨੂੰ ਕਲੈਕਟ ਕਰਨ ਦੀ ਰੇਟ ਫਿਕਸ ਕੀਤੀ ਹੋਈ ਹੁੰਦੀ ਹੈ। ਇੱਦਾਂ ਰੈਂਟ ਦੀ ਡੇਟਸ ਵੀ ਹੋ ਸਕਦਾ ਲੈਂਡਲॉर्ड ਦੇ ਟੇਨੈਂਟ ਦੇ ਵਿੱਚ ਕੋਈ ਫਿਕਸ ਕੀਤੀ ਹੋਈ ਹੋਵੇ। ਉਹ ਜਦੋਂ ਉਹਨਾਂ ਦਾ ਮਿਊਚੁਅਲ ਐਗਰੀਮੈਂਟ ਹੋਇਆ ਹੁੰਦਾ ਹੈ, ਆਪਣਾ ਉਹਨਾਂ ਦਾ ਸਮਝੌਤਾ ਹੋਇਆ ਹੁੰਦਾ ਹੈ, ਇਕਰਾਰਨਾਮਾ ਹੋਇਆ ਹੁੰਦਾ ਵੀ ਕਿਹੜੀ ਤਰੀਕ ਤੱਕ ਤੁਸੀਂ ਮੈਨੂੰ ਰੈਂਟ ਪੇ ਕਰ ਦੋਗੇ, ਠੀਕ ਹੈ। ਉਸ ਤਰੀਕ ਤੱਕ ਜਦੋਂ ਬੰਦਾ ਕੋਈ ਟੇਨੈਂਟ ਹੈਗਾ ਉਹ ਕਿਰਾਇਆ ਅਦਾ ਨਹੀਂ ਕਰਦਾ, ਕਿਰਾਇਆ ਪੇ ਨਹੀਂ ਕਰਦਾ, ਜਾਂ ਉਹਨੂੰ ਨਾ ਕੈਸ਼ ਦੇ ਵਿੱਚ ਹੈ ਕੈਸ਼ ਨਹੀਂ ਦਿੰਦਾ, ਜੇ ਕਾਇੰਡ ਦੇ ਵਿੱਚ ਤਾਂ ਕਾਇੰਡ ਨਹੀਂ ਦਿੰਦਾ, ਜਾਂ ਫਿਰ ਉਹਨੂੰ ਕੋਈ ਸਰਵਿਸ ਸਮਝੌਤੇ ਦੇ ਤਹਿਤ ਕੋਈ ਸਰਵਿਸ ਵੀ ਅਦਾ ਨਹੀਂ ਕਰਦਾ, ਤਾਂ ਉਹ ਜਿਹੜਾ ਰੈਂਟ ਹੁੰਦਾ ਹੈ ਉਹ ਏਰੀਅਰ ਬਣ ਜਾਂਦਾ ਹੈ, ਏਰੀਅਰ ਆਫ ਰੈਂਟ ਬਣ ਜਾਂਦਾ ਹੈ, ਠੀਕ ਹੈ। ਮਤਲਬ ਇਹ ਕਹ ਲਈਏ ਵੀ ਰੈਂਟ ਰਿਮੇਨਸ ਅਨਪੇਡ। ਜਿਹੜਾ ਰੈਂਟ ਹੈ ਜਦੋਂ ਉਹ ਅਨਪੇਡ ਹੋ ਜਾਵੇ, rent remains unpaid till the date on which it has to be paid by the tenant to the landlord। ਜਦੋਂ ਵੀ ਕਿਸੇ ਕਿਰਾਏਦਾਰ ਨੇ ਕਿਸੇ ਪਾਰਟਿਕੂਲਰ ਡੇਟ ਤੱਕ ਕਿਰਾਇਆ ਪੇ ਕਰਨਾ ਹੋਵੇ ਕਿਸੇ ਲੈਂਡਲॉर्ड ਨੂੰ, ਉਸ ਡੇਟ ਤੱਕ ਉਹ ਕਿਰਾਇਆ ਪੇ ਨਾ ਕਰੇ, ਮਤਲਬ ਰੈਂਟ ਅਨਪੇਡ ਰਹਿ ਜਾਏ, ਤਾਂ ਉਸਨੂੰ ਏਰੀਅਰ ਆਫ ਰੈਂਟ ਕਹਿ ਦਿੰਦੇ ਸੀ, ਠੀਕ ਹੈ ਜੀ। ਨੈਕਸਟ ਅਸੀਂ ਪੜਾਂਗੇ ਸਬਸੈਕਸ਼ਨ 5। ਸਬਸੈਕਸ਼ਨ 5 ਕੀ ਹੈਗਾ? ਟੇਨੈਂਟ ਹੈ। ਟੇਨੈਂਟ ਕੌਣ ਹੁੰਦਾ ਹੈ? ਟੇਨੈਂਟ, ਲੈਂਡਲॉर्ड, ਟੇਨੈਂਟ, ਇਹ ਦੋਨਾਂ ਦੇ ਉੱਪਰ ਜ਼ਰੂਰ ਲੈਂਡਲॉर्ड ਟੇਨੈਂਸੀ, ਇਹਨਾਂ ਦੋਨਾਂ ਦੇ ਉੱਪਰ ਜ਼ਰੂਰ ਜਿਹੜੀ ਹੈਗੀ ਹੈ ਕੁਐਸਚਨ ਆ ਜਾਂਦਾ ਹੁੰਦਾ ਹੈ। ਲੈਂਡਲॉर्ड, ਟੇਨੈਂਟ ਐਂਡ ਟੇਨੈਂਸੀ, ਇਹ ਆਪਸ 'ਚ ਤਿੰਨੇ ਜਿਹੜੇ ਵਰਡ ਨੇ ਇੰਟਰ ਰਿਲੇਟਡ ਹੈਗੇ ਨੇ। ਤੇ ਇੱਥੇ ਗੱਲ ਕੀਤੀ ਟੇਨੈਂਟ ਦੀ। ਟੇਨੈਂਟ ਕੌਣ ਹੁੰਦਾ ਹੈ? ਕੋਈ ਵਿਅਕਤੀ ਹੋਏਗਾ ਨਾ, ਅ ਪਰਸਨ ਹੂ ਹੋਲਡਸ ਦਾ ਲੈਂਡ ਅੰਡਰ ਅ ਲੈਂਡ ਓਨਰ। ਕਿਸੇ ਲੈਂਡ ਓਨਰ ਦੀ ਜਦੋਂ ਕੋਈ ਵਿਅਕਤੀ ਜ਼ਮੀਨ ਲੈਂਦਾ ਕਿਸੇ ਵਿਅਕਤੀ ਤੋਂ, ਠੀਕ ਹੈ, ਉਹ ਉਸਦਾ ਟੇਨੈਂਟ ਕਹਾਉਂਦਾ ਹੈ। ਇਹ ਕੀ ਹੁੰਦਾ ਫਿਰ? ਇਹ ਲਾਇਬਲ ਟੂ ਪੇ ਦਾ ਰੈਂਟ। ਇਹਦੀ ਜ਼ਿੰਮੇਵਾਰੀ ਹੁੰਦੀ ਹੈ ਵੀ ਉਹਦੇ ਇਵਜ਼ ਦੇ ਵਿੱਚ ਜਿਹੜੀ ਜ਼ਮੀਨ ਉਸਨੇ ਕਿਸੇ ਮਾਲਕ ਦੀ ਰੈਂਟ ਉੱਪਰ ਲਈ ਵੀ ਹੈਗੀ ਹੈ, ਠੀਕ ਹੈ, ਉਹ ਹੀ ਇਜ਼ ਲਾਇਬਲ ਟੂ ਪੇ ਦਾ ਰੈਂਟ, ਤਾਂ ਉਹ ਜਿਹੜਾ ਉਹਦਾ ਕਿਰਾਇਆ ਹੈਗਾ ਉਹ ਮਾਲਕ ਨੂੰ ਅਦਾ ਕਰੇਗਾ, ਠੀਕ ਹੈ। ਇਹਦੇ ਵਿੱਚ ਇਹੀ ਜਿਹੜੀ ਇਹਦੀ ਹੈਗੀ ਹੈ, ਇਸ ਨੂੰ ਪਰਿਭਾਸ਼ਾ ਆ ਜਾਂਦੀ ਹੈ ਵੀ ਟੇਨੈਂਟ ਕੌਣ ਹੁੰਦਾ ਹੈ? ਜਿਸ ਟੇਨੈਂਟ ਨੇ
ਕਿਸੇ ਵਿਅਕਤੀ ਨੇ ਜਦੋਂ ਕਿਸੇ ਮਾਲਕ ਦੀ ਜ਼ਮੀਨ a parcel of land, piece of land under some conditions, ठीक है, कोई पर्टिकुलर पीस ऑफ लैंड या पर्टिकुलर खेवट या कोई मतलब के एरिया उसने मतलब रेंट ਤੇ ਲਿਆ ਹੋਇਆ ਹੋਵੇ ਕਿਸੇ ਮਾਲਕ ਦਾ, ਉਹਦੇ ਇਵਜ਼ ਦੇ ਵਿੱਚ ਉਹ ਰੈਂਟ ਪੇ ਕਰਦਾ ਹੋਵੇ, ਚਾਹੇ ਕੈਸ਼ 'ਚ ਕਰਦਾ ਹੋਵੇ, ਚਾਹੇ ਉਹ ਕਾਇੰਡ 'ਚ ਕਰਦਾ ਹੋਵੇ, ਚਾਹੇ ਉਹ ਸਰਵਿਸ ਦੇ ਕੇ ਅਦਾ ਕਰੇ, ਤਾਂ ਉਸ ਨੂੰ ਅਸੀਂ ਟੈਨੈਂਟ ਕਹਿੰਦੇ ਆ। ਪਰ ਟੈਨੈਂਟ ਦੇ ਵਿੱਚ ਇਹ ਕਹਿੰਦੇ ਨੇ ਵੀ 2-3 ਅੱਗੇ ਸਬ ਕਲੌਜ਼ ਦਿੱਤੀਆਂ। ਹਾਂਜੀ, ਮੁਜ਼ਾਰਾ ਵੀ ਇਸੇ ਨੂੰ ਕਿਹਾ ਜਾਂਦਾ ਸੀ, ਮੁਜ਼ਾਰਾ ਵੀ। ਹਾਂ, ਮੁਜ਼ਾਰੇ ਵੀ ਇਹੀ ਕਹਿੰਦੇ ਜੀ, ਮੁਜ਼ਾਰਾ ਵੀ ਇਹੀ ਹੁੰਦਾ। ਟੈਨੈਂਟ ਨੂੰ ਮੁਜ਼ਾਰੇ ਹੁੰਦੇ ਜਿਹੜੇ ਕਿਸੇ ਮਾਲਕ ਦੀ ਜ਼ਮੀਨ ਜਿਹੜੇ ਬਾਹਰ ਆਉਂਦੇ ਨੇ ਕਿਰਾਇਆ ਅਦਾ ਕਰਦੇ ਆ, ਦੈਟ ਇਜ਼ ਕਾਲਡ ਮੁਜ਼ਾਰਾ ਵੀ ਕਹਿੰਦੇ ਆ, ਟੈਨੈਂਟ ਵੀ ਕਹਿੰਦੇ ਆ। ਅੱਜ ਦੀ ਡੇਟ 'ਚ ਅਸੀਂ ਠੇਕੇਦਾਰ ਕਹਾਂਗੇ ਜੀ, ਜਿਹਨੂੰ ਜ਼ਮੀਨ ਠੇਕੇ ਦਿੱਤੀ ਹੁੰਦੀ ਹੈ, ਅਸੀਂ ਮਾਲਕਾਂ ਨੇ ਜਿਹਨੂੰ ਜ਼ਮੀਨ ਠੇਕੇ ਦਿੱਤੀ ਹੁੰਦੀ ਹੈ, ਜਿਹੜੇ ਠੇਕੇਦਾਰ ਹੁੰਦੇ ਨੇ ਉਹ ਟੈਨੈਂਟ ਹੁੰਦੇ ਆ। ਠੀਕ ਹੈ ਜੀ। ਅੱਗੇ ਇਹਦੇ ਵਿੱਚ ਕੀ ਹੈਗਾ, ਸਬ ਕਲੌਜ਼ A, ਇਨਫੀਰੀਅਰ ਲੈਂਡ ਓਨਰ ਜਿਹੜਾ ਹੈਗਾ ਉਹਨੂੰ ਅਸੀਂ ਕਿਰਾਏਦਾਰ ਨਹੀਂ ਕਹਿ ਸਕਦੇ, ਉਹਨੂੰ ਅਸੀਂ ਟੈਨੈਂਟ ਨਹੀਂ ਕਹਿ ਸਕਦੇ, ਕਿਉਂਕਿ ਉਹਦੇ ਕੋਲੇ ਓਨਰਸ਼ਿਪ ਦੇ ਰਾਈਟਸ ਹੁੰਦੇ ਨੇ। ਠੀਕ ਹੈ। ਸਬ ਕਲੌਜ਼ A ਦੇ ਵਿੱਚ ਕੀ ਹੈਗਾ, ਇਹ ਜਿਹੜਾ ਇਨਫੀਰੀਅਰ ਲੈਂਡ ਓਨਰ ਹੈਗਾ that not includes in the tenant ਦੀ ਪਰਿਭਾਸ਼ਾ 'ਚ ਨਹੀਂ ਆਉਂਦਾ, ਉਹਦੇ ਕੋਲ ਓਨਰਸ਼ਿਪ ਦੇ ਰਾਈਟਸ ਹੁੰਦੇ ਆ, ਉਹ ਆਪ ਖੁਦ ਤੋਂ ਐਜ਼ ਏ ਲੈਂਡ ਓਨਰ ਉਹ ਜ਼ਮੀਨ ਜਿਹੜੀ ਆਪਦੀ ਹੈਗੀ ਆ ਉਹ ਫਰਦਰ ਟੈਨੈਂਟ ਨੂੰ ਕਿਰਾਏ ਤੇ ਦਿੰਦਾ ਹੈਗਾ। ਇਸੇ ਤਰੀਕੇ ਨਾਲ ਜਿਹੜਾ ਮੌਰਗੇਜੀ ਰਾਈਟਸ ਹੁੰਦਾ ਹੈ, ਮੌਰਗੇਜੀ ਰਾਈਟਸ ਆਫ ਦਾ ਓਨਰਸ਼ਿਪ ਰਾਈਟਸ ਹੁੰਦੇ ਆ ਕਿਸੇ ਮੌਰਗੇਜੀ ਕੋਲੇ, ਮੌਰਗੇਜੀ ਵਿਦ ਪੋਜੈਸ਼ਨਸ ਹੁੰਦੇ ਆ। ਠੀਕ ਹੈ, ਉਹਨੂੰ ਵੀ ਅਸੀਂ ਟੈਨੈਂਟ ਨਹੀਂ ਕਹਿ ਸਕਦੇ। ਇਸੇ ਤਰੀਕੇ ਨਾਲ ਜਿਹੜੀ ਇੱਕ ਸਬਸੈਕਸ਼ਨ C ਹੈਗੀ ਇਹਦੇ ਵਿੱਚ, ਸਬਸੈਕਸ਼ਨ ਨਹੀਂ, ਕਲੌਜ਼ C 'ਚ ਕੀ ਹੈਗਾ, ਜਦੋਂ ਅਸੀਂ ਲੈਂਡ ਰੈਵਨਿਊ ਐਕਟ ਪੜ੍ਹਿਆ ਸੀਗਾ, ਲੈਂਡ ਰੈਵਨਿਊ ਐਕਟ ਦੇ ਵਿੱਚ ਇੱਕ ਜਿਹੜਾ ਚੈਪਟਰ ਹੈਗਾ ਰਿਕਵਰੀ ਆਫ ਏਰੀਅਰਸ ਆਫ ਲੈਂਡ ਰੈਵਨਿਊ। ਠੀਕ ਹੈ, ਉਹਦੇ ਵਿੱਚ ਕੀ ਹੈਗਾ, ਸੈਕਸ਼ਨ 60 ਤੋਂ ਲੈ ਕੇ ਸੈਕਸ਼ਨ 96 ਤੱਕ ਜਾਂਦੇ ਹੈ ਰਿਕਵਰੀ ਦੇ ਜਿਹੜੇ ਸੈਕਸ਼ਨਸ ਹੈਗੇ ਨੇ। ਉਹਦੇ ਵਿੱਚ ਕੀ ਹੈਗਾ, ਜਦੋਂ ਕੋਈ ਬੰਦਾ ਆਪਣਾ ਜਿਹੜਾ ਹੈਗਾ ਏਰੀਅਰ ਹੈ ਲੈਂਡ ਰੈਵਨਿਊ ਪੇ ਕਰਨ ਦੇ ਵਿੱਚ ਅਸਮਰਥ ਹੋ ਜਾਂਦਾ ਹੈ, ਜਾਂ ਕੋਈ ਨੰਬਰਦਾਰ ਹੈ ਜਾਂ ਕੋਈ ਲੈਂਡ ਓਨਰ ਹੈ ਲੈਂਡ ਰੈਵਨਿਊ ਪੇ ਕਰਨ 'ਚ ਅਸਮਰਥ ਹੋ ਜਾਂਦਾ ਹੈ, ਤਾਂ ਆਪਣੇ ਕੋਲ ਸੈਕਸ਼ਨ 71 ਹੈਗਾ। ਸੈਕਸ਼ਨ 71 ਦੇ ਵਿੱਚ ਕੀ ਹੈਗਾ, ਲੈਂਡ ਰੈਵਨਿਊ ਐਕਟ ਦੀ ਗੱਲ ਕਰ ਰਿਹਾ ਜੀ ਮੈਂ। ਸੈਕਸ਼ਨ 71 ਦੇ ਵਿੱਚ ਅਸੀਂ ਕਲੈਕਟਰ ਵੱਲੋਂ ਜਿਹੜੀ ਉਹਦੀ ਲੈਂਡ ਹੁੰਦੀ ਹੈ ਮਾਲਕ ਦੀ, ਜਿਹੜਾ ਡਿਫਾਲਟਰ ਹੁੰਦਾ ਹੈ, ਠੀਕ ਹੈ, ਉਹਦੀ ਜਿਹੜੀ ਲੈਂਡ ਹੈ ਉਸ ਤੋਂ ਪੋਜੈਸ਼ਨ ਲੈ ਕੇ ਉਹਦੇ ਨਾਲ ਦੇ ਕਿਸੇ ਖੇਤ ਮਾਲਕ ਨੂੰ ਦਿੱਤਾ ਜਾਂਦਾ ਹੈ ਉਨੀ ਦੇਰ ਦੇ ਲਈ, ਜਿੰਨੀ ਦੇਰ ਤੱਕ ਜਿਹੜਾ ਉਹਦਾ ਹੈਗਾ ਏਰੀਅਰ ਦੀ ਰਿਕਵਰੀ ਨਾ ਹੋ ਜਾਵੇ। ਜਦੋਂ ਰਿਕਵਰੀ ਹੋ ਜਾਂਦੀ ਹੈ ਫਿਰ ਜਿਹੜਾ ਉਹਦਾ ਹੈਗਾ ਵਾਪਸ ਉਹਨੂੰ ਜ਼ਮੀਨ ਦੇ ਦਿੱਤੀ ਜਾਂਦੀ ਹੈ। ਇੱਥੇ ਗੱਲ ਕੀਤੀ ਗਈ ਹੈ ਇਸ ਸੈਕਸ਼ਨ ਦੇ ਵਿੱਚ, ਇਸ ਕਲੌਜ਼ ਦੇ ਵਿੱਚ ਗੱਲ ਕੀਤੀ ਗਈ ਹੈ C ਕਲੌਜ਼ ਦੇ ਵਿੱਚ, ਵੀ ਇੱਦਾਂ ਪੰਜਾਬ ਲੈਂਡ ਰੈਵਨਿਊ ਐਕਟ ਦੀ ਸੈਕਸ਼ਨ 71 ਦੇ ਤਹਿਤ ਜਾਂ 73 ਦੇ ਤਹਿਤ ਜਦੋਂ ਅਸੀਂ ਕਿਸੇ ਵਿਅਕਤੀ ਦੀ ਜਿਹੜੀ ਜ਼ਮੀਨ ਹੈ ਉਹ ਟ੍ਰਾਂਸਫਰ ਕਰਕੇ ਕਿਸੇ ਦੂਜੇ ਵਿਅਕਤੀ ਨੂੰ ਦਿੰਦੇ ਹਾਂ ਟੈਂਪਰੇਰੀ ਬੇਸਿਸ ਤੇ ਵਾਹਨ ਦੀ ਖਾਤਰ, ਰਿਕਵਰੀ ਲੈਣ ਦੀ ਖਾਤਰ, ਤਾਂ ਉਹ ਵਿਅਕਤੀ ਜਿਹੜਾ ਜ਼ਮੀਨ ਕਾਸ਼ਤ ਕਰਦਾ ਹੈਗਾ ਉਸ ਨੂੰ ਅਸੀਂ ਟੈਨੈਂਟ ਨਹੀਂ ਕਹਿ ਸਕਦੇ। ਠੀਕ ਹੈ ਜੀ। ਫਿਰ ਇਸੇ ਤਰੀਕੇ ਹੈ ਲੈਸੀ ਆਫ ਦਾ ਗਵਰਨਮੈਂਟ, ਅੱਗੇ ਕਲੌਜ਼ D ਆ ਜਾਂਦੀ ਹੈ। ਕਲੌਜ਼ D ਦੇ ਵਿੱਚ ਕੀ ਹੈ, ਗਵਰਨਮੈਂਟ ਨੇ ਕਿਸੇ ਵਿਅਕਤੀ ਨੂੰ ਕੋਈ ਜ਼ਮੀਨ ਦਿੱਤੀ ਹੈ, ਲੀਜ਼ ਤੇ ਦਿੱਤੀ ਵੀ ਹੈਗੀ ਹੈ, ਠੀਕ ਹੈ, ਫਾਰ ਸਪੈਸੀਫਿਕ ਪਰਪਸ ਲਈ ਦਿੱਤੀ ਹੈ, ਉਹਨੂੰ ਵੀ ਅਸੀਂ ਟੈਨੈਂਟ ਨਹੀਂ ਕਹਿ ਸਕਦੇ। ਠੀਕ ਹੈ ਜੀ। ਇਹ ਹੈਗੀ ਸੀ ਤੁਹਾਡੀ ਜਿਹੜੀ ਆਪਣੀ ਸਬਸੈਕਸ਼ਨ 5 ਟੈਨੈਂਟ ਦੀ ਪਰਿਭਾਸ਼ਾ। ਹੁਣ ਅਸੀਂ ਅੱਗੇ ਪੜਾਂਗੇ ਜੀ ਸਬਸੈਕਸ਼ਨ 6। ਸਬਸੈਕਸ਼ਨ 6 'ਚ ਕੀ ਹੈ, ਲੈਂਡਲॉर्ड। ਸਬਸੈਕਸ਼ਨ 6 ਲੈਂਡਲॉर्ड ਨਾਲ ਰਿਲੇਟ ਕਰਦਾ ਜੀ, ਵੀ ਲੈਂਡਲॉर्ड ਕੌਣ ਹੁੰਦਾ ਹੈਗਾ। ਸਿੰਪਲ ਜੀ ਪਰਿਭਾਸ਼ਾ ਹੈਗੀ, ਲੈਂਡਲॉर्ड ਕੀ ਹੈ, ਲੈਂਡਲॉर्ड who gives his land to a tenant for the purpose of agriculture। ਜਦੋਂ ਕੋਈ ਮਾਲਕ ਕਿਸੇ ਵੀ ਕਿਰਾਏਦਾਰ ਨੂੰ ਆਪਣੀ ਜਿਹੜੀ ਜ਼ਮੀਨ ਹੈਗੀ ਹੈ ਉਹ ਵਾਹੀ ਦੇ ਯੋਗ ਪਰਪਸ ਲਈ ਜਾਂ ਕਿਸੇ ਹੋਰ ਮਕਸਦ ਲਈ ਦਿੰਦਾ ਹੈਗਾ, ਉਹ ਲੈਂਡਲॉर्ड ਕਹਾਉਂਦਾ ਹੈ। ਲੈਂਡਲॉर्ड ਹੀ ਜਿਹੜਾ ਮਾਮਲਾ ਹੈਗਾ ਲੈਂਡਲॉर्ड ਵੱਲੋਂ ਪੇ ਕੀਤਾ ਜਾਂਦਾ ਹੈ। ਜਿਹੜਾ ਰੈਂਟ ਹੈਗਾ ਟੈਨੈਂਟ ਵੱਲੋਂ ਰੈਂਟ ਦਿੱਤਾ ਜਾਂਦਾ ਹੈ, ਤੇ ਜਿਹੜਾ ਲੈਂਡਲॉर्ड ਹੈ ਉਹ ਰੈਂਟ ਰਿਸੀਵ ਕਰਦਾ ਹੈ। ਠੀਕ ਹੈ ਜੀ। ਲੈਂਡਲॉर्ड ਤਾਂ ਇੰਨਾ ਕੀ ਹੈਗਾ, ਜਿਹੜਾ ਕੋਈ ਮਾਲਕ ਆਪਣੀ ਜ਼ਮੀਨ ਕਿਸੇ ਟੈਨੈਂਟ ਨੂੰ ਕਿਰਾਏ ਉੱਪਰ ਦਿੰਦਾ ਹੈ ਤੇ ਰੈਂਟ ਰਿਸੀਵ ਕਰਦਾ ਹੈ। ਰੈਂਟ ਰਿਸੀਵ ਇਨ ਕੈਸ਼, ਇਨ ਕਾइंड ਔਰ ਇਨ ਸਰਵਿਸ ਵੀ ਹੋ ਸਕਦਾ ਹੈਗਾ।
ਨੈਕਸਟ ਹੈਗਾ ਜੀ ਸਬਸੈਕਸ਼ਨ 7 ਟੇਨੈਂਟ ਐਂਡ ਲੈਂਡਲॉर्ड। फिर ਇੱਥੇ ਇਹੀ ਦੁਬਾਰਾ ਫਿਰ ਆ ਗਿਆ ਲੈਂਡਲॉर्ड ਟੇਨੈਂਟ ਐਂਡ ਲੈਂਡਲॉर्ड ਇਨਕਲੂਡ ਦਾ ਪ੍ਰੀਡਿਸੈਸਰ। ਦੇਖੋ ਇੱਥੇ ਕਿ ਥੋੜਾ ਫਰਕ ਹੈ। ਲੈਂਡਲॉर्ड ਤੇ ਟੇਨੈਂਟ ਬਾਰੇ ਅਸੀਂ ਪੜ੍ਹ ਚੁੱਕੇ ਹਾਂ ਪਹਿਲਾਂ। ਲੈਂਡਲॉर्ड ਕੀ ਹੈ ਹੁਣੀ ਪੜ੍ਹਿਆ ਸੀ, ਤੇ ਟੇਨੈਂਟ ਬਾਰੇ ਵੀ ਪੜ੍ਹ ਚੁੱਕੇ ਹਾਂ ਅਸੀਂ। ਠੀਕ ਹੈ, ਟੇਨੈਂਟ ਦੇ ਵਿੱਚ ਕੌਣ ਹੁੰਦਾ ਹੈ? ਜਿਹੜਾ ਜ਼ਮੀਨ ਬੰਦ ਹੈ ਕਿਸੇ ਦੀ ਮਾਲਕ ਦੀ, ਤੇ ਲੈਂਡਲॉर्ड ਹੈ ਜਿਹੜਾ ਜ਼ਮੀਨ ਦਿੰਦਾ ਹੈ, ਕਿਰਾਇਆ ਲੈਂਦਾ, ਉਹ ਹੁੰਦਾ ਲੈਂਡਲॉर्ड। ਇੱਥੇ ਆ ਕੇ ਜਿਹੜਾ ਵਰਡ ਹੈਗਾ ਟੇਨੈਂਟ ਐਂਡ ਲੈਂਡਲॉर्ड, ਇਹ ਕਿਉਂ ਯੂਜ਼ ਕੀਤਾ ਗਿਆ ਸਬਸੈਕਸ਼ਨ 7? ਇਹ ਥੋੜਾ ਡਿਫਰੈਂਸ ਹੈਗਾ। ਟੇਨੈਂਟ ਐਂਡ ਲੈਂਡਲॉर्ड ਇੱਥੇ ਕਿਉਂ ਯੂਜ਼ ਕੀਤਾ ਕਿ ਇਹਦੀ ਪਰਿਭਾਸ਼ਾ ਕੀ ਦਿੱਤੀ ਗਈ ਹੈ, ਟੇਨੈਂਟ ਕੀ ਹੁੰਦਾ, ਲੈਂਡਲॉर्ड ਕੀ ਕੀਤਾ। ਇਹਦੇ ਇੱਥੇ ਆ ਕੇ ਨੇ ਥੋੜਾ ਇਹਦੇ ਵਿੱਚ ਕਿਹਾ ਵੀ ਇਹ ਵੀ ਲੈਂਡਲॉर्ड ਹੁੰਦੇ ਆ, ਇਹ ਵੀ ਟੇਨੈਂਟ ਹੋ ਸਕਦੇ ਆ। ਕੌਣ? ਪ੍ਰੀਡਿਸੈਸਰ ਕੌਣ ਹੁੰਦੇ ਨੇ? ਪੂਰਵਜ, ਵੱਡੇ ਵਡੇਰੇ ਜਿਹਨੂੰ ਆਪਾਂ ਕਹਿ ਲਈਏ। ਕਿਸੇ ਲੈਂਡਲॉर्ड ਦਾ ਜਿਹੜਾ ਫਾਦਰ ਹੈ, ਜਿਹੜਾ ਦਾਦਾ ਹੈਗਾ, ਹੀ ਮੇ ਬੀ ਦਾ ਲੈਂਡਲॉर्ड, ਹੀ ਮੇ ਬੀ ਦਾ ਟੇਨੈਂਟ। ਮੰਨ ਲਓ ਕਿਸੇ ਬਜ਼ੁਰਗ ਦੇ ਕੋਲੋਂ ਜ਼ਮੀਨ ਆ ਰਹੀ ਹੈ, ਕਬਜ਼ੇ ਦੇ ਵਿੱਚ ਸੀਗੀ ਕਿਸੇ ਟੇਨੈਂਟ ਦੇ, ਉਹਨਾਂ ਦਾ ਦਾਦਾ ਟੇਨੈਂਟ ਸੀਗਾ। ਠੀਕ ਹੈ, ਦਾਦੇ ਦੀ ਡੈਥ ਹੋ ਗਈ, ਜ਼ਮੀਨ ਅੱਗੇ ਫਾਦਰ ਫਿਰ ਟੇਨੈਂਟ ਬਣ ਗਿਆ। ਫਾਦਰ ਦੀ ਡੈਥ ਹੋ ਗਈ, ਫਿਰ ਅੱਗੇ ਬੱਚੇ ਆ ਗਏ, ਬੱਚੇ ਟੇਨੈਂਟ ਬਣ ਗਏ। ਮਤਲਬ ਇੱਥੇ ਇਹ ਨਹੀਂ ਹੈਗਾ ਵੀ ਤੁਸੀਂ ਉਹਨੂੰ ਡਿਸਕਨੈਕਟ ਨਹੀਂ ਕਰ ਸਕਦੇ। ਜੇ ਤੁਸੀਂ ਦੇਖੋਗੇ ਵੀ ਇਹਦੀ ਟੈਨੈਂਸੀ ਦੀ ਕਿੰਨਾ ਲਾਈਫ ਹੈਗੀ ਹੈ, ਕਿੰਨੀ ਉਮਰ ਹੋ ਗਈ ਟੈਨੈਂਸੀ ਨੂੰ, ਕਿੰਨਾ ਟਾਈਮ ਪੀਰੀਅਡ ਹੋ ਗਿਆ ਇਸ ਟੈਨੈਂਸੀ ਦਾ, ਤਾਂ ਜੇ ਆਪਾਂ ਗੱਲ ਕਰੀਏ ਵੀ ਉਹ ਤਾਂ ਉਹਦਾ ਬਾਬਾ ਸੀ ਜਾਂ ਉਹਦਾ ਦਾਦਾ ਸੀ ਜੋ ਪਹਿਲਾਂ ਟੇਨੈਂਟ ਸੀਗਾ, ਉਹ ਹੁਣ ਤਾਂ ਇਹ ਬੱਚੇ ਟੇਨੈਂਟ ਨੇ। ਠੀਕ ਹੈ, ਇੱਥੇ ਆ ਕੇ ਇਸ ਸੈਕਸ਼ਨ ਦੇ ਵਿੱਚ ਜਿਹੜੀ ਇਹ ਸਬਸੈਕਸ਼ਨ ਹੈਗੀ ਹੈ, ਕਿੰਨੀ ਹੈ? ਸਬਸੈਕਸ਼ਨ 7 ਹੈ। ਇੱਥੇ ਆ ਕੇ ਨੇ ਕਲੀਅਰ ਕਰ ਦਿੱਤਾ ਵੀ ਨਹੀਂ, ਜੇ ਕਿਸੇ ਬਜ਼ੁਰਗ ਦੇ ਕੋਲ ਜ਼ਮੀਨ ਸੀਗੀ ਪਹਿਲਾਂ ਐਜ਼ ਏ ਇਨ ਦਾ ਕੈਪੈਸਿਟੀ ਆਫ ਲੈਂਡ ਓਨਰ ਔਰ ਇਨ ਦਾ ਕੈਪੈਸਿਟੀ ਆਫ ਟੇਨੈਂਟ, ਦੈਟ ਇਜ਼ ਉਹ ਕੰਟੀਨਿਊ ਚਲੇਗੀ। ਉਹ ਵੀ ਇਸੇ ਪਰਿਭਾਸ਼ਾ ਚ ਆਏਗਾ, ਉਹ ਵੀ ਟੇਨੈਂਟ ਵੀ ਹੋ ਸਕਦਾ ਹੈ, ਉਸ ਨੂੰ ਐਜ਼ ਏ ਲੈਂਡ ਓਨਰ ਵੀ ਗਿਣਿਆ ਜਾ ਸਕਦਾ ਹੈ। ਮਾਲਕ ਦੀ ਡੈਥ ਵੀ ਹੋ ਸਕਦੀ ਹੈ, ਮਾਲਕ ਦੇ ਅੱਗੇ ਜਿਹੜੇ ਬੱਚੇ ਨੇ ਉਹ ਵੀ ਆ ਸਕਦੇ ਨੇ। ਮਤਲਬ ਕਿ ਪ੍ਰੀਡਿਸੈਸਰ ਇਹਨੇ ਕਿਹਾ ਵੀ ਇੱਥੇ ਜਿਹੜੇ ਇਨਕਲੂਡ ਕੀਤੇ ਜਾਂਦੇ ਆ ਟੇਨੈਂਟ ਦੀ ਭਾਸ਼ਾ 'ਚ ਤੇ ਲੈਂਡਲॉर्ड ਦੀ ਭਾਸ਼ਾ ਦੇ ਵਿੱਚ ਜਿਹੜੇ ਇਨਕਲੂਡ ਕੀਤੇ ਜਾਂਦੇ ਨੇ, ਉਹਨੂੰ ਪ੍ਰੀਡਿਸੈਸਰ ਨੂੰ ਵੀ ਅਸੀਂ ਇਨਕਲੂਡ ਕਰਦੇ ਹਾਂ। ਠੀਕ ਹੈ, ਇਹਦੇ ਨਾਲ ਹੀ ਹੈਗਾ ਸਕਸੈਸਰ ਇਨ ਇੰਟਰਸਟ। ਇਹ ਪਹਿਲਾ ਵਰਡ ਪੜਿਆ ਸੀ ਪ੍ਰੀਡਿਸੈਸਰ, ਮਤਲਬ ਕਿ ਪੂਰਵਜ। ਇੱਥੇ ਡਿਗਰੀ ਦੀ ਗੱਲ ਨਹੀਂ ਕੀਤੀ। ਪੂਰਵਜ ਮੇ ਬੀ ਐਨੀ ਡਿਗਰੀ, ਫਸਟ ਡਿਗਰੀ, ਸੈਕੰਡ ਡਿਗਰੀ, ਥਰਡ ਡਿਗਰੀ, ਕੋਈ ਵੀ ਪੂਰਵਜ ਹੋ ਸਕਦਾ ਹੈ। ਬਾਬਾ, ਬਾਪ, ਦਾਦਾ, ਪੜਦਾਦਾ। ਇੱਥੇ ਨੇ ਪ੍ਰੀਡਿਸੈਸਰ ਕਹਿਤਾ। ਪ੍ਰੀਡਿਸੈਸਰ ਤੋਂ ਮਤਲਬ ਅਸੀਂ ਕਿਹੜੀ ਵੀ ਡਿਗਰੀ ਤੱਕ ਜਾ ਸਕਦੇ ਹੈਗੇ। ਠੀਕ ਹੈ, ਸੈਕੰਡ ਹੈਗਾ ਸਕਸੈਸਰ ਇਨ ਇੰਟਰਸਟ। ਕਿਸੇ ਵੀ ਜਿਹੜੇ ਇੰਟਰਸਟ ਹੈਗੇ ਆ, ਪਹਿਲਾਂ ਦਾਦੇ ਦੇ ਇੰਟਰਸਟ ਸੀ, ਦਾਦਾ ਟੇਨੈਂਟ ਸੀਗਾ। ਹੁਣ ਕੀ ਹੈਗਾ, ਜਿਹੜਾ ਟੇਨੈਂਟ ਇਸ ਵੇਲੇ ਹੈਗਾ, ਉਹ ਟੇਨੈਂਟ ਦੀ ਡੈਥ ਹੋ ਸਕਦੀ ਹੈ, ਉਹਦੇ ਜਿਹੜੇ ਸਕਸੈਸਰ, ਉਹਦੇ ਇੰਟਰਸਟ ਅੱਗੇ ਉਹਦੇ ਜਿਹੜੇ ਵਾਰਸ ਹੋਣਗੇ, ਠੀਕ ਹੈ, ਜਿਨ੍ਹਾਂ ਨੂੰ ਉਹਦੇ ਡੈਥ ਹੋਣ ਤੋਂ ਬਾਅਦ ਜਿਹਨਾਂ ਨੂੰ ਉਹਦੇ ਇੰਟਰਸਟ ਮਿਲਨੇ ਨੇ, ਉਹਦੇ ਵਾਰਸਾਂ ਨੂੰ, ਉਹ ਮਾਲਕ ਦੇ ਵਾਰਸ ਵੀ ਹੋ ਸਕਦੇ ਨੇ, ਉਹ ਟੇਨੈਂਟ ਦੀ ਵਾਰਸ ਵੀ ਹੋ ਸਕਦੇ ਨੇ। ਇੱਥੇ ਅੱਗੇ ਮਤਲਬ ਇਹ ਕਿਹਾ ਗਿਆ ਵੀ ਜਿਹੜੀ ਬ੍ਰੇਕ ਨਹੀਂ ਹੋਏਗੀ ਟੈਨੈਂਸੀ ਦੇ ਵਿੱਚ, ਓਨਰਸ਼ਿਪ ਦੇ ਵਿੱਚ ਜਾਂ ਟੇਨੈਂਸੀ ਦੇ ਵਿੱਚ ਬ੍ਰੇਕ ਨਹੀਂ ਹੋਏਗੀ। ਜੇ ਕਿਸੇ ਮਾਲਕ ਦੀ ਜਾਂ ਕਿਸੇ ਟੇਨੈਂਟ ਦੀ ਡੈਥ ਹੋ ਜਾਂਦੀ ਹੈ ਤਾਂ ਜਿਹੜੇ ਉਹਦੇ ਸਕਸੈਸਰ ਹੋਣਗੇ, ਮਤਲਬ ਕਿ ਉਹਦੇ ਵਾਰਸ ਹੋਣਗੇ, ਕਾਨੂੰਨੀ ਵਾਰਸ, ਠੀਕ ਹੈ, ਉਹ ਜਿਹੜੇ ਹੋਣਗੇ ਉਹ ਸਕਸੈਸਰ ਇਨ ਇੰਟਰਸਟ ਹੋਣਗੇ, ਉਹਨੂੰ ਵੀ ਅਸੀਂ ਟੇਨੈਂਟ ਹੀ ਕਹਾਂਗੇ। ਕਲੀਅਰ ਹੈ ਜੀ, ਉਹਨੂੰ ਵੀ ਅਸੀਂ ਟੇਨੈਂਟ ਹੀ ਕਹਾਂਗੇ, ਚਾਹੇ ਸਕਸੈਸਰਸ ਹੋਣ, ਮਤਲਬ ਕਾਨੂੰਨੀ ਵਾਰਸ ਹੋਣ ਕਿਸੇ ਟੇਨੈਂਟ ਦੇ ਜਾਂ ਕਿਸੇ ਮਾਲਕ ਦੇ, ਜਾਂ ਫਿਰ ਕਾਨੂੰਨੀ ਪੂਰਵਜ ਹੋਣ ਕਿਸੇ ਮਾਲਕ ਦੇ ਜਾਂ ਕਿਸੇ ਟੇਨੈਂਟ ਦੇ, ਉਹਨਾਂ ਨੂੰ ਅਸੀਂ ਉਹਦੀ ਟੇਨੈਂਟ ਦੀ ਜਾਂ ਲੈਂਡਲॉर्ड ਦੀ ਪਰਿਭਾਸ਼ਾ ਵਿੱਚ ਹੀ ਗਿਣਨਾ। ਤੁਹਾਨੂੰ ਕੁਐਸਚਨ ਇਹਦੇ ਤੇ ਆ ਸਕਦਾ ਹੈਗਾ ਇਦਾਂ ਦਾ, ਜੇ ਕਿਸੇ ਕੋਈ ਬਜ਼ੁਰਗ ਹੈਗਾ ਤਾਂ ਉਹ ਪਹਿਲਾਂ ਮਾਲਕ ਸੀ, ਬਜ਼ੁਰਗ ਸੀਗਾ, ਮਾਲਕ ਉਹਨਾਂ ਦਾ ਦਾਦਾ ਸੀ ਜਾਂ ਪੜਦਾਦਾ ਸੀਗਾ, ਕੀ ਹੁਣ ਉਹ ਜਿਹੜੇ ਹੁੰਦੇ ਟੇਨੈਂਟ ਨੇ ਕੀ ਉਹਨੂੰ ਟੇਨੈਂਟ ਕਹਿ ਸਕੋਗੇ? ਇਦਾਂ ਦਾ ਕੁਐਸਚਨ ਫੇਰ ਕਰਕੇ ਪਾਇਆ ਜਾ ਸਕਦਾ ਹੈ एग्जामिनर ਵੱਲੋਂ, पर आप क्लियर होना चाहिए भी सक्सेसर इन इंटरेस्ट और प्रीडिसेसर जिनके पूर्वज ਜਾਂ ਨੀਚੇ ਦੀ ਡਿਗਰੀ, ਨੀਚੇ ਵੱਲ ਨੂੰ ਜਾਂਦੀ ਡਿਗਰੀ, जिनके ਸਨਸ ਔਰ ਡਾਟਰਸ ਔਰ ਸਨਸ ਮੁੰਡੇ ਦੇ ਮੁੰਡੇ, ਮੁੰਡੇ ਦੀਆਂ ਕੁੜੀਆਂ, ਮਤਲਬ ਕਿ ਇਹ ਜਿਹੜੇ ਹੈਗੇ ਸਕਸੈਸਰ ਇੰਟਰਸਟ ਜਿਹੜੇ ਹੈਗੇ ਨੇ ਉਹ ਵੀ ਨੀਚੇ ਦੀ ਪੀੜ੍ਹੀ ਕੋਈ ਵੀ ਨੀਚੇ ਤੱਕ ਜਾ ਸਕਦੀ ਹੈਗੀ ਹੈ। that will also include in the tenant and landlord।
ਨੈਕਸਟ ਅਸੀਂ ਪੜਾਂਗੇ ਜੀ ਟੈਨੈਂਸੀ ਸਬਸੈਕਸ਼ਨ 8 ਟੈਨੈਂਸੀ ਕੀ ਹੁੰਦੀ ਹੈ। ਟੈਨੈਂਸੀ ਆ ਪਾਰਸਲ ਆਫ ਲੈਂਡ। ਦੇਖੋ ਟੈਨੈਂਸੀ 1 ਵੀ ਹੋ ਸਕਦੀ ਹੈ, ਟੈਨੈਂਸੀ 2 ਵੀ ਹੋ ਸਕਦੀਆਂ ਨੇ, ਟੈਨੈਂਸੀ 3 ਵੀ ਹੋ ਸਕਦੀਆਂ। ਕਿਸੇ ਇੱਕ ਟੈਨੈਂਟ ਕੋਲ ਵੀ ਟੈਨੈਂਸੀਆਂ 2 ਹੋ ਸਕਦੀਆਂ, ਠੀਕ ਹੈ। ਕਿਸੇ ਇੱਕ ਮਾਲਕ ਨੇ ਵੀ ਟੈਨੈਂਸੀ ਕਿਸੇ ਨੂੰ ਦਿੱਤੀ ਹੋ ਸਕਦੀ ਹੈ। ਇੱਕ ਮਾਲਕ ਦੀਆਂ ਕਈ ਟੈਨੈਂਸੀਆਂ ਹੋ ਸਕਦੀਆਂ ਨੇ, ਕਈ ਟੈਨੈਂਟ ਉਹਦੇ ਅਧੀਨ ਕਈ ਟੈਨੈਂਟ ਹੋ ਸਕਦੇ ਨੇ, ਜਾਂ ਇੱਕ ਟੈਨੈਂਟ ਨੇ ਇੱਕ ਮਾਲਕ ਤੋਂ ਹੀ ਸਮੇਂ-ਸਮੇਂ ਤੇ ਅਲੱਗ-ਅਲੱਗ ਟੈਨੈਂਸੀਆਂ ਲਈਆਂ ਹੋ ਸਕਦੀਆਂ ਨੇ। ਇਹ ਪਾਰਸਲ ਆਫ ਲੈਂਡ ਅੰਡਰ ਸਮ ਪਾਰਟਿਕੂਲਰ ਕੰਡੀਸ਼ਨਸ, ਟਰਮਸ ਐਂਡ ਕੰਡੀਸ਼ਨ ਦੇ ਬੇਸਿਸ ਤੇ ਕਿਸੇ ਇੱਕ ਐਗਰੀਮੈਂਟ ਦੇ ਵਿੱਚ ਕੋਈ ਟੁਕੜਾ ਲਿਆ ਹੋ ਸਕਦਾ ਹੈ, ਕਿਸੇ ਦੂਜੇ ਐਗਰੀਮੈਂਟ ਰਾਹੀਂ ਕੋਈ ਹੋਰ ਟੁਕੜਾ ਲਿਆ ਹੋ ਸਕਦਾ ਹੈ, ਕੋਈ ਹੋਰ ਟੱਕ ਲਿਆ ਹੋ ਸਕਦਾ ਹੈ ਕਿਸੇ ਟੈਨੈਂਟ ਨੇ ਕਿਸੇ ਮਾਲਕ ਤੋਂ। ਮਾਲਕ ਮੇ ਵੀ ਇੱਕ ਮਾਲਕ ਕੋਈ ਵੀ ਹੋ ਸਕਦਾ ਹੈ, ਠੀਕ ਹੈ। ਜਦੋਂ ਅਲੱਗ-ਅਲੱਗ ਟਰਮਸ ਐਂਡ ਕੰਡੀਸ਼ਨ ਦੇ ਬੇਸਿਸ ਤੇ ਕੋਈ ਪੀਸ ਆਫ ਲੈਂਡ, ਕੋਈ ਪਾਰਸਲ ਆਫ ਲੈਂਡ ਕਿਸੇ ਟੈਨੈਂਟ ਦੇ ਕਬਜ਼ੇ ਦੇ ਵਿੱਚ ਹੋਵੇ ਵਾਹੀ ਦੇ ਪਰਪਸ ਲਈ, ਤਾਂ ਉਹਨੂੰ ਅਸੀਂ ਟੈਨੈਂਸੀ ਕਹਿੰਦੇ ਆ, ਜਿਹੜੀ ਕਿਸੇ ਮਾਲਕ ਨੇ ਕਿਸੇ ਟੈਨੈਂਟ ਨੂੰ ਦਿੱਤੀ ਗਈ ਹੋਵੇ ਸਮ ਪਾਰਟਿਕੂਲਰ ਟਰਮਸ ਐਂਡ ਕੰਡੀਸ਼ਨ ਦੇ ਬੇਸਿਸ ਤੇ, ਠੀਕ ਹੈ। ਯਾਨੀ ਕਿ ਇੱਕ ਲੀਜ਼ ਦੀ ਗੱਲ ਕਰ ਲਈ ਆਪਾਂ। ਇੱਕ ਲੀਜ਼, ਕੋਈ ਲੀਜ਼ ਇੱਕ ਹੁੰਦੀ ਹੈ, 2 ਲੀਜ਼ ਜਿਹੜੀ ਵੀ ਹੋ ਸਕਦੀਆਂ, 3 ਵੀ ਹੋ ਸਕਦੀਆਂ, 4 ਵੀ ਹੋ ਸਕਦੀਆਂ ਨੇ, ਠੀਕ ਹੈ ਜੀ। ਉਸ ਨੂੰ ਅਸੀਂ ਟੈਨੈਂਸੀ ਕਹਿੰਦੇ ਹਾਂ। ਹੁਣ ਆ ਗਿਆ ਜੀ ਵਰਡ ਹੈਗਾ ਸਟੇਟ ਸਬਸੈਕਸ਼ਨ 9। ਸਬਸੈਕਸ਼ਨ 9 ਚ ਕੀ ਹੈਗਾ? ਸਟੇਟ ਲੈਂਡ ਓਨਰ ਐਂਡ ਹੋਲਡਿੰਗ। ਇਹਨੇ ਅੱਗੇ ਦੇਖੋ ਇੱਥੇ ਲਿਖ ਦਿੱਤਾ ਵੀ ਇਟ ਰਿਲੇਟਡ ਜਿਹੜੀ ਡੈਫੀਨੇਸ਼ਨ ਹੈਗੀ ਹੈ ਪੰਜਾਬ ਲੈਂਡ ਐਕਟ ਦੀ ਸੈਕਸ਼ਨ 87 ਜਿਹੜਾ ਹੈਗਾ ਉਹਦੇ ਵਿੱਚ ਹੈਗੀ ਹੈ ਇਹ ਡੈਫੀਨੇਸ਼ਨ ਸਟੇਟ ਦੀ, ਲੈਂਡ ਓਨਰ ਦੀ ਤੇ ਹੋਲਡਿੰਗ ਦੀ। ਪਰ ਅਸੀਂ ਜੇ ਕੋਈ ਕੁਐਸਚਨ ਆਉਂਦਾ ਤਾਂ ਅਸੀਂ ਐਦਾਂ ਨਹੀਂ ਲਿਖਣਾ ਹੈਗਾ ਉਹਦਾ ਆਨਸਰ ਜਿਵੇਂ ਇੱਥੇ ਲਿਖਿਆ ਹੋਇਆ ਹੈਗਾ, ਐਦਾਂ ਨਹੀਂ ਲਿਖਣਾ। ਜਾਂ ਤਾਂ ਤੁਸੀਂ ਇਹ ਹੈਗਾ ਵੀ ਲੈਂਡ ਐਕਟ ਨਾਲ ਲੈ ਕੇ ਜਾ ਸਕਦੇ ਹੋ, ਠੀਕ ਹੈ, ਉੱਥੋਂ ਜਾ ਕੇ ਤੁਸੀਂ ਲਿਖੋਗੇ। ਨਹੀਂ ਤਾਂ ਫਿਰ ਤੁਸੀਂ ਇਹ ਸੈਕਸ਼ਨ ਪਾ ਕੇ ਤੇ ਆਪਣੀ ਮਰਜ਼ੀ ਨਾਲ ਤੁਸੀਂ ਲਿਖ ਸਕੋਗੇ। ਦੇਖੋ ਅਸਟੇਟ ਕੀ ਹੁੰਦੀ ਹੈ? ਅਸਟੇਟ ਕਿਸੇ ਪਿੰਡ ਨੂੰ ਵੀ ਅਸਟੇਟ ਕਿਹਾ ਜਾ ਸਕਦਾ ਹੈ, ਠੀਕ ਹੈ। ਕਿਸੇ ਵਿਲੇਜ ਦੇ ਵਿੱਚ ਕਿਸੇ ਪਾਰਟਿਕੂਲਰ ਜਿਹੜੀ ਪੀਸ ਹੈਗੀ ਹੈ ਲੈਂਡ ਦੀ ਉਹਨੂੰ ਵੀ ਅਸਟੇਟ ਕਹਿ ਸਕਦੇ ਆ। ਕਿਸੇ ਫੋਰੈਸਟ ਲੈਂਡ ਦਾ ਕੋਈ ਟੁਕੜਾ ਹੈਗਾ, ਫੋਰੈਸਟ ਲੈਂਡ ਹੈਗੀ ਆ, ਉਹਨੂੰ ਵੀ ਅਸਟੇਟ ਕਹਿ ਸਕਦੇ ਆ। ਵਿਲੇਜ ਅਸਟੇਟ, ਪਿੰਡ ਦੀ ਜਿਹੜੀ ਜਮ੍ਹਾਂਬੰਦੀ ਹੁੰਦੀ ਹੈ ਸਾਰੀ ਦੀ ਸਾਰੀ ਉਹ ਇੱਕ ਰੈਵਨਿਊ ਸਟੇਟ ਕਹਾਉਂਦੀ ਹੈ। ਦੇਖੋ ਰੈਵਨਿਊ ਸਟੇਟ ਪੂਰਾ ਪਿੰਡ ਦਾ ਟੁਕੜਾ ਹੋ ਗਿਆ, ਪੂਰੇ ਪਿੰਡ ਦੀ ਜ਼ਮੀਨ ਹੋ ਗਈ, ਉਹ ਰੈਵਨਿਊ ਸਟੇਟ ਹੋ ਗਈ। ਪਰ ਇਹ ਤੋਂ ਮਤਲਬ ਇਹ ਨਹੀਂ ਹੈਗਾ ਵੀ ਜੇ ਅਸਟੇਟ ਹੈ ਤਾਂ ਪੂਰੇ ਪਿੰਡ ਦੀ ਹੋ ਸਕਦੀ ਹੈ। ਅਸਟੇਟ ਕਿਸੇ ਪਾਰਟਿਕੂਲਰ ਲੈਂਡ ਵੀ ਨੂੰ ਵੀ ਅਸਟੇਟ ਕਿਹਾ ਜਾ ਸਕਦਾ ਹੈ। ਕਿਸੇ ਵਿਅਕਤੀ ਦੀ ਜਿਹੜੀ ਜ਼ਮੀਨ ਹੈ ਹੋਲਡਿੰਗ ਹੈ, ਠੀਕ ਹੈ, ਕਿਸੇ ਵਿਅਕਤੀ ਦੀ ਜਿਹੜੀ ਜ਼ਮੀਨ ਹੈ ਕੋਈ ਹੋਲਡਿੰਗ ਹੈ, ਜਾਂ ਕਿਸੇ ਪਾਰਟਿਕੂਲਰ ਜ਼ਮੀਨ ਨੂੰ ਲੈ ਕੇ ਕੋਈ ਡਿਸਪਿਊਟ ਚੱਲਦਾ ਕੋਰਟ ਦੇ ਵਿੱਚ, ਉੱਥੇ ਵੀ ਅਸੀਂ ਜਿਹੜਾ ਵਰਡ ਹੈਗਾ ਉਸ ਜ਼ਮੀਨ ਦਾ ਉਸ ਨੂੰ ਅਸੀਂ ਅਸਟੇਟ ਯੂਜ਼ ਕਰਦੇ ਹਾਂ। ਉਹ ਵੀ ਸਟੇਟ ਹੈ, ਰੈਵਨਿਊ ਸਟੇਟ, ਅਸਟੇਟ ਕਿਸੇ ਵਿਅਕਤੀ ਦੀ ਕੋਈ ਜ਼ਮੀਨ ਨੂੰ, ਕੋਈ ਜਾਇਦਾਦ ਨੂੰ ਅਸੀਂ ਐਗਰੀਕਲਚਰ ਲੈਂਡ ਨੂੰ ਅਸਟੇਟ ਕਹਿੰਦੇ ਹੁੰਦੇ ਹਾਂ। ਲੈਂਡ ਓਨਰ ਜ਼ਮੀਨ ਦਾ ਮਾਲਕ, ਓਨਰ ਆਫ ਦਾ ਲੈਂਡ, ਹੂ ਪੇਜ਼ ਦਾ ਲੈਂਡ ਰੈਵਨਿਊ। ਜਿਹੜਾ ਵੀ ਕੋਈ ਜ਼ਮੀਨ ਦਾ ਮਾਲਕ ਹੁੰਦਾ ਉਹਨੂੰ ਅਸੀਂ ਲੈਂਡ ਓਨਰ ਕਹਿੰਦੇ ਹਾਂ। ਉਹ ਆਪਣੀ ਜਿਹੜੀ ਜ਼ਮੀਨ ਹੈ ਉਹ ਕਿਸੇ ਨੂੰ ਵੀ, ਉਹ ਆਪਣੀ ਜ਼ਮੀਨ ਦੇ ਉਹਦੇ ਕੋਲ ਰਾਈਟਸ ਹੁੰਦੇ ਨੇ, ਉਹ ਆਪਣੀ ਜ਼ਮੀਨ ਟ੍ਰਾਂਸਫਰ ਵੀ ਕਰ ਸਕਦਾ ਹੈ, ਸੇਲ ਵੀ ਕਰ ਸਕਦਾ ਹੈ, ਐਕਸਚੇਂਜ ਵੀ ਕਰ ਸਕਦਾ ਹੈ, ਮੌਰਗੇਜ ਵੀ ਕਰ ਸਕਦਾ ਹੈ, ਬਾਈ ਵੇ ਆਫ ਐਨੀ ਮੀਨਸ ਆਪਣੀ ਪ੍ਰਾਪਰਟੀ ਨੂੰ ਟ੍ਰਾਂਸਫਰ ਕਰ ਸਕਦਾ ਹੈ, ਠੀਕ ਹੈ। ਉਹ ਐਜ ਏ ਕਿਸੇ ਟੈਨੈਂਟ ਨੂੰ ਕਿਸੇ ਆਪਣੀ ਟੈਨੈਂਸੀ ਵੀ ਦੇ ਸਕਦਾ ਹੈ। ਹੂ ਪੇਜ਼ ਦਾ ਲੈਂਡ, ਜਿਹੜਾ ਕਿ ਮਾਮਲਾ ਅਦਾ ਕਰਦਾ ਸਰਕਾਰ ਨੂੰ, ਗਵਰਨਮੈਂਟ ਨੂੰ ਮਾਮਲਾ ਅਦਾ ਕਰਦਾ, ਜਾਂ ਕੋਈ ਸੈਸਸ ਹੁੰਦੇ ਆ, ਜਾਂ ਕੋਈ ਲੋਕਲ ਰੇਟ ਵਗੈਰਾ ਹੁੰਦਾ ਹੈ, ਨੰਬਰਦਾਰੀ ਵਿਚੋਤਰਾ ਵਗੈਰਾ ਜੋ ਵੀ ਹੁੰਦਾ, ਜਿਹੜਾ ਲੈਂਡ ਓਨਰ ਹੁੰਦਾ ਉਹਦੇ ਵੱਲੋਂ ਪੇ ਕੀਤਾ ਜਾਂਦਾ। ਆਪਾਂ ਡੈਫੀਨੇਸ਼ਨ ਇਸ ਤਰੀਕੇ ਲਿਖਣੀ ਹੈ। ਹੈ ਜੀ, ਆਪਾਂ ਟੈਨੈਂਸੀ ਐਕਟ ਦਾ ਵੇਰਵਾ ਤਾਂ ਇਹਦਾ ਹੀ ਦੇਵਾਂਗੇ, ਸੈਕਸ਼ਨ ਜਿਹੜੀ ਆਪਾਂ ਦਿੱਤੀ ਵੀ ਹੈ ਇੱਥੇ, ਠੀਕ ਹੈ ਜੀ। ਟੈਨੈਂਸੀ ਐਕਟ ਦਾ ਵੇਰਵਾ ਤਾਂ ਇਹਦਾ ਦੇਵਾਂਗੇ, ਪਰ ਉੱਥੇ ਲਿਖ ਦਾਂਗੇ ਵੀ ਦਿਸ ਦ ਡੈਫੀਨੇਸ਼ਨ ਇਨ ਡਿਟੇਲ ਹੈਜ਼ ਬੀਨ ਗਿਵਨ ਇਨ ਦਾ ਪੰਜਾਬ ਲੈਂਡ ਰੈਵਨਿਊ ਐਕਟ, ਠੀਕ ਹੈ। ਇਹ ਲਿਖ ਕੇ ਪੰਜਾਬ ਲੈਂਡ ਰੈਵਨਿਊ ਐਕਟ ਦੇ ਵਿੱਚ ਦੀ ਪਰਿਭਾਸ਼ਾ ਲਿਖ ਦਾਂਗੇ ਵਿੱਚ, ਡੈਫੀਨੇਸ਼ਨ ਇਨ ਡਿਟੇਲ ਹੈਜ਼ ਬੀਨ ਗਿਵਨ ਇਨ ਦਾ ਪੰਜਾਬ ਲੈਂਡ ਰੈਵਨਿਊ ਐਕਟ। ਫਿਰ ਤੁਸੀਂ ਆਪਾਂ ਲਿਖ ਕੇ ਫਿਰ ਉੱਥੇ ਸੈਕਸ਼ਨ ਦੇਣ ਦੀ ਤੁਹਾਨੂੰ ਲੋੜ ਨਹੀਂ ਹੈਗੀ ਵੀ ਕਿਹੜਾ ਸੈਕਸ਼ਨ ਹੈ ਕਿਹੜਾ ਨਹੀਂ, ਸੈਕਸ਼ਨ ਇਹੀ ਦਿਓਗੇ ਤੇ ਪੰਜਾਬ ਲੈਂਡ ਰੈਵਨਿਊ ਐਕਟ ਦਾ ਜਿਹੜਾ ਹੈਗਾ ਰੈਫਰੈਂਸ ਦੇ ਦੋਗੇ ਜ਼ਰੂਰ। ਤੇ ਫਿਰ ਤੁਸੀਂ ਆਪਦੇ ਲੈਵਲ ਤੇ ਹੀ ਸਟੇਟ ਦੀ ਜਿਹੜੀ ਡੈਫੀਨੇਸ਼ਨ ਲਿਖ ਦੋਗੇ। ਜੇ ਲੈਂਡ ਓਨਰ ਦੀ ਡੈਫੀਨੇਸ਼ਨ ਆਉਂਦੀ ਹੈ ਤਾਂ ਤੁਸੀਂ ਲੈਂਡ ਓਨਰ ਦੀ ਡੈਫੀਨੇਸ਼ਨ ਲਿਖ ਦੋਗੇ, ਠੀਕ ਹੈ। ਜੇ ਤੁਹਾਨੂੰ ਇਹਦੀ ਆਉਂਦੀ ਹੈ ਹੋਲਡਿੰਗ,
ਹਾਂ ਹੁਣ ਆਪਾਂ ਲੈਂਡ ਓਨਰ ਦੀ ਗੱਲ ਕਰ ਰਹੇ, ਲੈਂਡ ਓਨਰ who pays the land revenue and has the rights and interest in any particular land he can transfer the property by any means to any other person, ठीक है, जिसमें सेल है, एक्सचेंज है, मॉर्गेज है और एनी मीन्स ਇਹ ਆਪਦੀ ਜਿਹੜੀ ਪ੍ਰਾਪਰਟੀ ਹੈ ਟ੍ਰਾਂਸਫਰ ਕਰ ਸਕਦਾ ਹੈ, ਪਰ ਹੀ ਇਜ਼ ਲਾਇਬਲ ਟੂ ਪੇ ਦਾ ਲੈਂਡ ਨੂੰ ਟੂ ਦਾ ਗਵਰਨਮੈਂਟ ਨੂੰ ਲੈਂਡ ਨੂੰ ਪੇ ਕਰਨ ਦਾ ਜਿਹੜਾ ਹੈਗਾ ਇੰਟਾਈਟਲ ਹੁੰਦਾ, ਲਾਇਬਲ ਹੁੰਦਾ, ਇੰਟਾਈਟਲ ਨਹੀਂ ਲਾਇਬਲ ਹੁੰਦਾ, ਜ਼ਿੰਮੇਵਾਰ ਹੁੰਦਾ ਸਮੇਂ ਸਿਰ। ਤੇ ਹੋਰ ਸੈਸਸ ਜਿਹੜੇ ਕਿ ਲੋਕਲ ਬਾਡੀਜ਼ ਵੱਲੋਂ ਲਗਾਏ ਜਾਂਦੇ ਨੇ, ਬੋਰਡ ਆਫ ਜਿਹੜਾ ਲੋਕਲ ਬੋਰਡ ਹੁੰਦਾ ਉਹਦੇ ਵੱਲੋਂ ਲਗਾਏ ਜਾਂਦੇ ਸਮੇਂ ਤੇ ਕੋਈ ਜਿਹੜੀ ਲੈਂਡ ਦੀ ਜਿਹੜੀ ਇੰਪਰੂਵਮੈਂਟਸ ਜਾਂ ਕੋਈ ਡਰੇਨਸ ਬਣੀਆਂ, ਕੋਈ ਨਹਿਰਾਂ ਬਣੀਆਂ ਨੇ, ਠੀਕ ਹੈ, ਜਾਂ ਕੋਈ ਪਿੰਡ ਦੇ ਵਿੱਚ ਕਿਸੇ ਕਾਮਨ ਕਾਜ਼ ਨੂੰ ਲੈ ਕੇ ਕੋਈ ਵਿਲੇਜ ਸੈਸ ਹੁੰਦੀ ਹੈ, ਉਹ ਵੀ ਲੈਂਡ ਓਨਰ ਹੀ ਪੇ ਕਰਦਾ ਹੈ, ਠੀਕ ਹੈ ਜੀ। ਇਸ ਤੋਂ ਬਾਅਦ ਆ ਗਈ ਹੋਲਡਿੰਗ, ਉਹ ਵੀ ਇਸੇ ਸਬਸੈਕਸ਼ਨ 9 ਦੇ ਵਿੱਚ ਹੈਗੀ ਹੈ, ਸਟੇਟ, ਲੈਂਡ ਓਨਰ ਐਂਡ ਹੋਲਡਿੰਗ। ਜਿਹਦੀ ਹੋਲਡਿੰਗ ਦੀ ਪਰਿਭਾਸ਼ਾ ਵੀ ਲੈਂਡ ਰੈਵਨਿਊ ਐਕਟ ਦੇ ਵਿੱਚ ਹੀ ਡਿਟੇਲ ਦਿੱਤੀ ਗਈ ਹੈਗੀ ਹੈ। ਇੱਥੇ ਵੀ ਅਸੀਂ ਲੈਂਡ ਰੈਵਨਿਊ ਐਕਟ ਦਾ ਰੈਫਰੈਂਸ ਦਿੰਦੇ ਹੋਏ ਹੋਲਡਿੰਗ ਕੀ ਹੁੰਦੀ ਹੈ, ਹੋਲਡਿੰਗ ਕਿਸੇ ਪਾਰਟਿਕੂਲਰ ਵਿਅਕਤੀ ਦੀ ਮਾਲਕੀ, ਇੱਕ ਮਾਲਕ ਦੀ ਮਾਲਕੀ, whether he may be individual, whether he may be ਸ਼ੇਅਰ ਹੋਲਡਿੰਗ 'ਚ, ਕਿਸੇ ਕੋਆਪਰੇਟਿਵ ਸੋਸਾਇਟੀ ਦੇ ਵਿੱਚ ਵੀ ਉਹਦੀ ਮਾਲਕੀ ਹੋ ਸਕਦੀ ਹੈ, ਹਿੱਸਾ ਹੋ ਸਕਦਾ ਹੈ, ਕੋਆਪਰੇਟਿਵ ਐਗਰੀਕਲਚਰ ਸੋਸਾਇਟੀ 'ਚ ਵੀ ਉਹਦਾ ਹਿੱਸਾ ਹੋ ਸਕਦਾ ਹੈ, ਕਿਸੇ ਉਹ ਜੁਆਇੰਟ ਫੈਮਿਲੀ ਦੇ ਵਿੱਚ ਉਹਦਾ ਸ਼ੇਅਰ ਹੋ ਸਕਦਾ ਹੈ, ਕਿਸੇ ਮਾਲਕਾਂ ਦੇ ਵਿੱਚ ਉਹ ਹਿੱਸੇਦਾਰ ਵੀ ਹੋ ਸਕਦਾ ਹੈ, ਠੀਕ ਹੈ, ਕੁਝ ਖੇਵਟ ਉਹਦੀ ਆਪਣੀ ਇਕੱਲੇ ਦੀ ਵੀ ਹੋ ਸਕਦੀ ਹੈ। ਤੇ ਇਸ ਕਰਕੇ ਜਦੋਂ ਵੀ ਜਿਵੇਂ ਆਪਾਂ ਗੱਲ ਕਰਦੇ ਹਾਂ ਲੈਂਡ ਸੀਲਿੰਗ ਐਕਟ ਦੀ ਗੱਲ ਕੀਤੀ ਸੀ, ਲੈਂਡ ਸੀਲਿੰਗ ਐਕਟ ਦੇ ਵਿੱਚ ਕੀ ਕਰਦੇ ਸੀ, ਜਿੰਨੀ ਵੀ ਉਹਦੀ ਹੋਲਡਿੰਗ ਹੈਗੀ ਆ ਉਸ ਵਿਅਕਤੀ ਵੱਲੋਂ ਜਿਹੜੀ ਹੈਗੀ ਆਪਣੀ ਡਿਕਲੇਰੇਸ਼ਨ ਦਿੱਤੀ ਜਾਂਦੀ ਹੈ ਵੀ ਇਸ ਪਿੰਡ ਦੇ ਵਿੱਚ ਜਾਂ ਹੋਰ ਪਿੰਡਾਂ ਵਿੱਚ ਮਿਲਾ ਕੇ ਉਹਦੀ ਟੋਟਲ ਹੋਲਡਿੰਗ ਕਿੰਨੀ ਬਣਦੀ ਹੈ। ਕਿਸੇ ਵਿਅਕਤੀ ਦਾ ਸਾਰੀ ਜ਼ਮੀਨ ਵੈਦਰ ਹੀ ਮੇ ਬੀ ਇੰਡੀਵਿਜੂਅਲ ਸ਼ੇਅਰਿੰਗ ਦੇ ਵਿੱਚ ਸਾਰਾ ਹਿੱਸਾ ਕੱਢ ਕੇ ਜਿੰਨੀ ਉਹਦੀ ਜ਼ਮੀਨ ਬਣ ਜਾਂਦੀ ਹੈ ਉਹਨੂੰ ਅਸੀਂ ਆਪਾਂ ਉਹਦੀ ਹੋਲਡਿੰਗ ਕਹਿੰਦੇ ਹਾਂ, ਉਸ ਵਿਅਕਤੀ ਦੀ ਹੋਲਡਿੰਗ ਵੀ ਕਿਸ ਪਾਰਟੀਕੂਲਰ ਵਿਅਕਤੀ ਦੀ ਕਿੰਨੀ ਹੋਲਡਿੰਗ ਹੈ। ਜਿਵੇਂ ਹੋਲਡਿੰਗ ਦੇ ਵਿੱਚ ਪਰਮਿਸਿਬਲ ਏਰੀਆ ਦੀ ਗੱਲ ਆ ਜਾਂਦੀ ਹੈ, ਪਰਮਿਸਿਬਲ ਏਰੀਆ ਰੱਖ ਕੇ ਆਪਦਾ ਟੋਟਲ ਹੋਲਡਿੰਗ ਦੇਖ ਕੇ ਉਹਦਾ ਜੋੜ ਲਗਾ ਕੇ ਵੀ ਕਿੰਨਾ ਏਰੀਆ ਕੋਈ ਪਰਮਿਸਿਬਲ ਏਰੀਆ ਹੈਗਾ ਰੱਖ ਸਕਦਾ ਹੈ ਸੀਲਿੰਗ ਤੋਂ, ਫਿਰ ਉਦੋਂ ਬਾਅਦ ਉਹਦੀ ਸਰਪਲਸ ਜ਼ਮੀਨ ਨਿਕਲਦੀ ਹੈ, ਠੀਕ ਹੈ, ਇਹਨੂੰ ਆਪਾਂ ਹੋਲਡਿੰਗ ਕਹਿ ਦਿੰਦੇ ਹਾਂ। ਕਿਸੇ ਵਿਅਕਤੀ ਦੀ ਟੋਟਲ ਮਾਲਕੀ, ਜਿਵੇਂ ਕਿ ਆਪਾਂ ਦੇਖਦੇ ਹਾਂ ਅੱਜ ਦੀ ਜਮਾਬੰਦੀ ਦੇ ਮੁਤਾਬਕ ਸਾਰੇ ਖੇਤਰਾਂ 'ਚੋਂ ਸ਼ੇਅਰ ਕੱਢ ਕੇ ਜਿੰਨੀ ਉਹਦੀ ਮਾਲਕੀ ਬਣਦੀ ਹੈ ਉਹਨੂੰ ਆਪਾਂ ਉਸ ਵਿਅਕਤੀ ਦੀ ਹੋਲਡਿੰਗ ਕਹਿ ਦਿੰਦੇ ਹਾਂ। ਹੋਲਡਿੰਗ ਕਿਹਦੀ ਹੈ? ਹੋਲਡਿੰਗ ਕਿਸੇ ਕੰਪਨੀ ਦੀ ਵੀ ਹੋ ਸਕਦੀ ਹੈ, ਹੋਲਡਿੰਗ ਕਿਸੇ ਪਰਸਨ ਦੀ ਵੀ ਹੋ ਸਕਦੀ ਹੈ, ਹੋਲਡਿੰਗ ਕਿਸੇ ਐਸੋਸੀਏਸ਼ਨ ਦੀ ਵੀ ਹੋ ਸਕਦੀ ਹੈ, ਹੋਲਡਿੰਗ ਕਿਸੇ ਟਰਸਟ ਦੀ ਵੀ ਹੋ ਸਕਦੀ ਹੈ, ਠੀਕ ਹੈ, ਜਿਹਦੇ ਕੋਲੇ ਮਾਲਕੀ ਦੇ ਰਾਈਟਸ ਹੋਣ, ਟ੍ਰਾਂਸਫਰ ਕਰਨ ਦੇ ਰਾਈਟਸ ਹੋਣ। ਨੈਕਸਟ ਅਸੀਂ ਪੜਾਂਗੇ ਜੀ ਸਰ ਜੀ, ਜਿਹੜਾ ਟੈਨੈਂਸੀ ਦੇ ਵਿੱਚ ਕੋਈ ਬੈਠਾ ਬੰਦਾ, ਟੈਨੈਂਟ ਦੇ ਕੋਈ ਰਾਈਟਸ ਹੈਗੇ, ਉਹ ਹੋਲਡਿੰਗ ਦੇ ਵਿੱਚ ਆਣਗੇ ਜਾਂ ਨਹੀਂ ਆਣਗੇ? ਟੈਨੈਂਸੀ ਓਨਰਸ਼ਿਪ ਰਾਈਟਸ ਨਹੀਂ ਹੁੰਦੇ ਟੈਨੈਂਟ ਕੋਲੇ। ਨਹੀਂ ਸਰ, ਹੋਲਡਿੰਗ ਦੇ ਵਿੱਚ ਕਾਊਂਟ ਕਰਾਂਗੇ ਜਾਂ ਨਹੀਂ ਕਰਾਂਗੇ? ਨਹੀਂ, ਮੈਂ ਪੁੱਛ ਨਹੀਂ ਕਰਾਂ। ਇੱਕ ਸਟੇਟ ਤੇ ਰੈਵਨਿਊ ਸਟੇਟ ਦੋਨਾਂ 'ਚ ਇਹ ਡਿਫਰੈਂਸ ਹੈ ਕਿ ਸਟੇਟ ਜਿਹੜੀ ਆ ਲੈਂਡ ਓਨਰ ਦੇ ਪੋਜੀਸ਼ਨ 'ਚ ਹੈ ਤੇ ਜਿਹੜੀ ਰੈਵਨਿਊ ਸਟੇਟ ਹੈ ਉਹ ਪੂਰਾ ਪਿੰਡ ਹੈ, ਇਹ ਠੀਕ ਹੈ ਸ਼ਬਦ? ਨਹੀਂ, ਜਿਹੜਾ ਰੈਵਨਿਊ ਸਟੇਟ ਹੈ ਉਹ ਪੂਰੇ ਪਿੰਡ ਨੂੰ ਕਹਿੰਦੇ ਆ ਜਿਹਦੀ ਸੈਪਰੇਟ ਜਮਾਬੰਦੀ ਬਣੀ ਹੁੰਦੀ ਹੈ, ਠੀਕ ਹਾਂਜੀ ਹੈ, ਬਿਲਕੁਲ ਠੀਕ। ਜਿਹੜੀ ਅਸਟੇਟ ਹੈ, ਅਸਟੇਟ ਕਿਸੇ ਦੇ ਕਬਜ਼ੇ 'ਚ ਵੀ ਹੋ ਸਕਦੀ ਹੈ। ਮੈਂ ਇਹੀ ਕਿਹਾ ਸਰ, ਮੈਂ ਵੀ ਇਹੀ ਕਿਹਾ, ਤੇ ਇਹਦਾ ਮਤਲਬ ਇਹ ਹੈ ਕਿ ਸਟੇਟ ਜਿਹੜਾ ਸ਼ਬਦ ਉੱਥੇ ਵਰਤਣਾ ਜਿੱਥੇ ਕਿਸੇ ਦੀ ਪਰਸਨਲ ਹੋਵੇ, ਰੈਵਨਿਊ ਸਟੇਟ ਉੱਥੇ ਵਰਤਣਾ ਜਿੱਥੇ ਪੂਰੇ ਪਿੰਡ ਦੀ ਗੱਲ ਹੁੰਦੀ ਹੈ। ਪਰਸਨਲ ਇਕੱਲੇ ਲੈਂਡ ਓਨਰ ਦੀ ਨਹੀਂ ਹੋ ਸਕਦੀ, ਜਿੱਥੇ ਵੀ ਕਿਤੇ ਜ਼ਮੀਨ ਦੀ ਗੱਲ ਕਰਦੇ ਆਪਾਂ, ਮੇਬੀ ਉਹ ਟੈਨੈਂਟ ਹੋ ਸਕਦਾ, ਉਹਦੇ ਕੋਲ ਜ਼ਮੀਨ ਅਸਟੇਟ ਹੋ ਸਕਦੀ ਹੈ, ਕਿਸੇ ਮੌਰਗੇਜੀ ਕੋਲ ਵੀ ਅਸਟੇਟ ਹੋ ਸਕਦੀ ਹੈ। ਜਦੋਂ ਕਿਤੇ ਸਟੇਟ ਦੀ ਵਰਡ ਯੂਜ਼ ਹੋਣਾ ਹੈ ਤਾਂ ਉਹ ਕੋਈ ਵੀ ਪਾਰਟੀ ਹੋ ਸਕਦੀ ਹੈ ਉੱਥੇ, ਜਿੱਥੇ ਜ਼ਮੀਨ ਦੀ ਗੱਲ ਕਰਨੀ ਆਪਾਂ ਨੇ, ਜ਼ਮੀਨ ਦੀ ਗੱਲ ਕਰਨੀ ਹੈ, ਤੁਸੀਂ ਤੁਹਾਡੇ ਕੋਲ ਜੱਜਮੈਂਟਸ ਡਿਗਰੀਆਂ ਆਉਂਦੀਆਂ ਨੇ ਰੋਜ਼ ਰੂਟੀਨ ਦੇ ਵਿੱਚ, ਠੀਕ ਹੈ, ਆਰਡਰਸ ਆਉਂਦੇ ਨੇ, ਉੱਥੇ ਜਿੱਥੇ ਜ਼ਮੀਨ ਦੀ ਗੱਲ ਕਰਦਾ ਉੱਥੇ ਸਟੇਟ ਦੀ ਗੱਲ ਕਰਦਾ ਹੈ। ਉਹ ਰੈਫਰੈਂਸ ਕਿਸੇ ਨਾਲ ਰਿਲੇਟਡ ਕਿਸੇ ਨਾਲ ਵੀ ਹੋ ਸਕਦੀ ਹੈ, ਕਿਸੇ ਟੈਨੈਂਟ ਨਾਲ ਵੀ ਰਿਲੇਟਡ ਹੋ ਸਕਦੀ ਹੈ। ਜਿੱਥੇ ਕਿਤੇ ਜ਼ਮੀਨ ਦੀ ਗੱਲ ਕੀਤੀ ਜਾਂਦੀ ਹੈ ਕਿਸੇ ਵੀ ਐਕਟ ਦੇ ਵਿੱਚ, ਉੱਥੇ ਜ਼ਮੀਨ ਦੀ ਥਾਂ ਤੇ ਜਿਹੜਾ ਵਰਡ ਹੈ ਉਹ ਸਟੇਟ ਯੂਜ਼ ਹੁੰਦਾ ਹੈ। ਹੁਣ ਗੱਲ ਇਹ ਸਾਫ਼ ਹੋ ਗਈ ਕਿ ਸਟੇਟ ਐਗਰੀਕਲਚਰ ਜਾਂ ਜਿਹੜੀ ਲੈਂਡ ਤੇ ਕੋਈ ਚੀਜ਼ ਬਣੀ ਹੋਲਡਿੰਗ, ਉਹਦੇ ਪਲੱਸ ਹੋਰ ਚੀਜ਼ਾਂ ਦੇ ਵਿੱਚ ਸ਼ੇਅਰ ਵੀ ਕਾਊਂਟ ਹੋ ਸਕਦੇ। ਹਾਂ, ਹੋਲਡਿੰਗ ਤਾਂ ਓਨਰਸ਼ਿਪ ਹੋ ਗਈ, ਹੋਲਡਿੰਗ ਓਨਰਸ਼ਿਪ ਹੋ ਗਈ ਕਿਸੇ ਵਿਅਕਤੀ ਦੀ। ਅਸਟੇਟ ਕਿ ਜ਼ਮੀਨ ਨੂੰ ਕਹਿੰਦੇ ਅਸੀਂ, ਜ਼ਮੀਨ ਨੂੰ ਕਹਿੰਦੇ ਆ ਅਸਟੇਟ, ਉਹ ਜ਼ਮੀਨ ਕਿਸੇ ਕੋਲ ਵੀ ਹੋ ਸਕਦੀ ਹੈ,
ਠੀਕ ਹੈ, ਉੱਥੇ ਮਾਲਕੀ ਦਾ ਕੋਈ ਲੈਣਾ ਦੇਣਾ ਨਹੀਂ ਹੈਗਾ। ਅਸਟੇਟ ਦੀ ਗੱਲ ਹੈ, ਅਸਟੇਟ ਜ਼ਮੀਨ, ਜਿੱਥੇ ਜ਼ਮੀਨ ਦਾ ਵਰਡ ਯੂਜ਼ ਹੋਣਾ ਹੈ ਉੱਥੇ ਜ਼ਮੀਨ ਦੀ ਵਰਡ ਦੀ ਯੂਜ਼ ਕਰਕੇ ਇਹ ਅਸਟੇਟ ਯੂਜ਼ ਕਰ ਲੈਂਦਾ ਹੈ। ਠੀਕ ਹੈ ਜੀ, ਠੀਕ ਹੈ ਸਰ, ਥੈਂਕ ਯੂ। ਹਾਂ, ਅੱਗੇ ਅਸੀਂ ਚੱਲ ਪੜਾਂਗੇ ਜੀ ਲੈਂਡ ਰੈਵਨਿਊ, ਸਬਸੈਕਸ਼ਨ 10 ਲੈਂਡ ਰੈਵਨਿਊ। ਲੈਂਡ ਰੈਵਨਿਊ ਕੀ ਹੈ ਜੀ? ਦੇਖੋ, ਆਪਾਂ ਨੇ ਇੱਕ ਚੈਪਟਰ ਪੜ੍ਹਿਆ ਸੀਗਾ, ਥੋੜਾ ਧਿਆਨ ਨਾਲ ਦੇਖਿਓ, ਸੁਣੋ। ਆਪਾਂ ਇੱਕ ਚੈਪਟਰ ਪੜ੍ਹਿਆ ਸੀ ਅਸੈਸਮੈਂਟ, ਲੈਂਡ ਰੈਵਨਿਊ ਐਕਟ ਦੇ ਵਿੱਚ ਪੜ੍ਹਿਆ ਸੀਗਾ, ਲੈਂਡ ਰੈਵਨਿਊ ਐਕਟ 1887 ਦੇ ਵਿੱਚ ਪੜ੍ਹਿਆ ਸੀ ਚੈਪਟਰ ਅਸੈਸਮੈਂਟ। ਠੀਕ ਹੈ, ਵੀ ਜਦੋਂ ਜਿਹੜੀਆਂ ਜ਼ਮੀਨਾਂ ਸੀਗੀਆਂ ਉਹਦੀ ਕੋਈ ਓਨਰਸ਼ਿਪ ਵਗੈਰਾ ਦਾ ਨਹੀਂ ਸੀ ਕੋਈ ਡਿਸੀਜ਼ਨ ਹੋਇਆ ਹੋਇਆ, ਤਾਂ ਉਦੋਂ ਸਰਕਾਰ ਜੀ ਸੀਗੀ ਕਾਇੰਡ ਦੇ ਵਿੱਚ ਲੈਂਡ ਰੈਵਨਿਊ ਲੈਂਦੀ ਸੀ ਗਵਰਨਮੈਂਟ ਲੋਕਾਂ ਤੋਂ। ਜ਼ਮੀਨ ਸਾਰੀ ਲੋਕਾਂ ਦੀ ਹੋਲਡਿੰਗ ਹੁੰਦੀ ਸੀਗੀ, ਨਾ ਸਰਕਾਰ ਦੀ ਹੋਲਡਿੰਗ ਹੁੰਦੀ ਸੀ ਸਾਰੀ, ਤੇ ਸਰਕਾਰ ਉਹਦੇ ਵਾਹਨ ਦੇ ਇਵਜ਼ ਦੇ ਵਿੱਚ ਲੋਕਾਂ ਤੋਂ ਇਨ ਕਾਇੰਡ ਜਿਹੜੀ ਸੀਗੀ ਕਿਰਾਏ ਦੇ ਰੂਪ ਦੇ ਵਿੱਚ ਰੈਂਟ ਲੈਂਦੀ ਸੀਗੀ। ਪਰ ਉਸ ਤੋਂ ਬਾਅਦ ਕੀ ਕੀਤਾ, ਜਦੋਂ ਕੋਈ ਰੈਂਟ ਲੈਣੇ ਔਖੇ ਹੋ ਗਏ, ਉਹਨੂੰ ਡਿਵੀਜ਼ਨ ਕਰਵਾਉਣੀ ਮੁਸ਼ਕਿਲ ਹੋ ਗਈ, ਜਗ੍ਹਾ ਜਗ੍ਹਾ ਤੇ ਰੈਂਟ ਲੈਣਾ ਇਨ ਕਾਇੰਡ ਬਹੁਤ ਔਖਾ ਕੰਮ ਹੈਗਾ। ਪਟਵਾਰੀਆਂ ਦੀ ਕਾਨੂੰਗੋ ਦੀ ਡਿਊਟੀ, ਤਹਿਸੀਲਦਾਰਾਂ ਦੀ, ਜਗੀਰਦਾਰਾਂ ਦੀ ਲਗਾਈ ਜਾਂਦੀ ਸੀਗੀ। ਤਾਂ ਇਸ ਗੱਲ ਨੂੰ ਇਹਦਾ ਸੌਰਟ ਆਊਟ ਕਰਨ ਦੀ ਖਾਤਰ ਅਸੈਸਮੈਂਟ ਕੀਤੀ ਗਈ। ਅਸੈਸਮੈਂਟ ਮਤਲਬ ਜਿਹੜਾ ਲੈਂਡ ਰੈਵਨਿਊ ਹੈ ਉਹ ਫਿਕਸ ਕੀਤਾ ਗਿਆ ਇਨ ਕੈਸ਼ ਦੇ ਰੂਪ ਦੇ ਵਿੱਚ। ਉਹ ਅਸੈਸਮੈਂਟ ਹੈ ਜਦੋਂ ਕੀਤੀ ਗਈ ਤਾਂ ਲੈਂਡ ਰੈਵਨਿਊ ਫਿਕਸ ਹੋਏ। ਮਤਲਬ ਕਿ ਅਸੈਸਮੈਂਟ ਕਰਕੇ ਜੋ ਰਕਮ ਕਿਸੇ ਓਨਰ ਤੋਂ ਲੈਣ ਦੇ ਲਈ ਰਕਮ ਤੈਅ ਕੀਤੀ ਗਈ ਉਹਨੂੰ ਅਸੀਂ ਲੈਂਡ ਰੈਵਨਿਊ ਕਹਿੰਦੇ ਹੈਗੇ। ਲੈਂਡ ਰੈਵਨਿਊ ਅਸੈਸਡ ਅੰਡਰ ਪੰਜਾਬ ਲੈਂਡ ਰੈਵਨਿਊ ਐਕਟ 1887। ਇਹਦੇ ਵਿੱਚ ਕੀ ਹੋ ਸਕਦਾ ਹੈ? ਇਹਦੇ ਵਿੱਚ ਇਹ ਵੀ ਇਨਕਲੂਡ ਹੋ ਸਕਦਾ ਹੈ ਜਦੋਂ ਕਿਸੇ ਪ੍ਰਾਪਰਟੀ ਦੀ ਵੈਲਿਊ ਵੱਧ ਜਾਂਦੀ ਸੀਗੀ ਜਾਂ ਪ੍ਰਾਪਰਟੀ ਦੀ ਵੈਲਿਊ ਘਟ ਜਾਂਦੀ ਸੀਗੀ। ਮੰਨ ਲਓ ਸਰਕਾਰ ਲੈਂਡ ਰੈਵਨਿਊ ਲੈ ਰਹੀ ਸੀਗੀ, ਉੱਥੇ ਆ ਗਿਆ ਫਲੱਡ ਨੇ ਕੀ ਕੀਤਾ, ਸਾਰੇ ਦੇ ਸਾਰੇ ਖੇਤ ਖਰਾਬ ਕਰ ਦਿੱਤੇ ਤੇ ਲੋਕਾਂ ਨੂੰ ਮੁਆਵਜ਼ਾ ਦੇਣਾ ਔਖਾ ਹੋ ਗਿਆ। ਤਾਂ ਫਿਰ ਸਰਕਾਰ ਨੇ ਕੀ ਕੀਤਾ, ਉਸ ਵੇਲੇ ਫਾਰ ਦਾ ਟਾਈਮ ਬਿੰਗ ਜਿਹੜੀ ਹੈਗੀ ਹੈ ਕੋਈ ਜਾਂ ਫਿਰ ਜ਼ਮੀਨ ਦੀ ਕੀਮਤ ਵੱਧ ਗਈ, ਇੰਨੀ ਡਿਵੈਲਪਮੈਂਟ ਹੋ ਗਈ, ਇਰੀਗੇਸ਼ਨ ਦੇ ਸੋਰਸਿਸ ਵੱਧ ਗਏ, ਨਹਿਰੀ ਪਾਣੀ ਲੱਗਣ ਲੱਗ ਗਿਆ। ਪਹਿਲਾਂ ਮਾਮਲਾ ਘੱਟ ਹੁੰਦਾ ਸੀ, ਸਰਕਾਰ ਨੇ ਹੋਰ ਕੋਈ ਸੈਸ ਲਗਾ ਕੇ ਉਹਦੇ ਵਿੱਚ ਲਗਾ ਦੇ ਟੈਂਪਰੇਰੀ ਤੌਰ ਤੇ ਵੀ ਜ਼ਮੀਨ ਦੀ ਕੀਮਤ ਵਧਣ ਦੇ ਨਾਲ ਜਾਂ ਜ਼ਮੀਨ ਦੀ ਕੀਮਤ ਘਟਣ ਦੇ ਨਾਲ। ਜਦੋਂ ਕਿਸੇ ਲੈਂਡ ਰੈਵਨਿਊ ਦੇ ਉੱਪਰ ਇਫੈਕਟ ਪੈਂਦਾ ਹੈ, ਲੈਂਡ ਰੈਵਨਿਊ 'ਚ ਵੇਰੀਏਸ਼ਨ ਕੀਤੀ ਜਾਂਦੀ ਹੈ, ਤਾਂ ਉਹਨੂੰ ਵੀ ਅਸੀਂ ਉਸ ਜਿਹੜੀ ਅਮਾਊਂਟ ਹੈ ਉਹਨੂੰ ਵੀ ਅਸੀਂ ਲੈਂਡ ਰੈਵਨਿਊ ਹੀ ਕਹਿੰਦੇ ਹਾਂ। ਇਸੇ ਤਰ੍ਹਾਂ ਜਿਹੜੀ ਸੀਗੇ ਕੋਈ ਜਿਹੜਾ ਲੈਂਡ ਰੈਵਨਿਊ ਹੈ, ਫਿਰ ਆਪਾਂ ਪਹਿਲਾਂ ਵੀ ਗੱਲ ਕਰੀ ਸੀ ਵੀ ਜਿਹੜਾ ਲੈਂਡ ਰੈਵਨਿਊ ਹੈ ਇਹ ਕੈਸ਼ ਦੇ ਵਿੱਚ ਵੀ ਹੋ ਸਕਦਾ ਹੈ, ਇਹ ਕਾਇੰਡ ਦੇ ਵਿੱਚ ਵੀ ਹੋ ਸਕਦਾ ਹੈ, ਇਹ ਸਰਦ ਦੇ ਵਿੱਚ ਵੀ ਹੋ ਸਕਦਾ ਹੈ। ਲੈਂਡ ਰੈਵਨਿਊ ਜਨਰਲੀ ਤੌਰ ਤੇ ਮਾਲਕ ਵੱਲੋਂ ਪੇ ਕੀਤਾ ਜਾਂਦਾ ਹੈ। ਠੀਕ ਹੈ, ਮੇ ਬੀ ਸਮ ਅਦਰ ਕੋਈ ਕੰਡੀਸ਼ਨ ਤੈਅ ਹੋਈ ਹੋਵੇ ਮਾਲਕਾਂ ਦੇ ਵਿੱਚ ਜਾਂ ਕਿਰਾਏਦਾਰ ਦੇ, ਜੋ ਗੱਲ ਵੱਖਰੀ ਹੈਗੀ ਹੈ, ਪਰ ਜਨਰਲੀ ਤੌਰ ਤੇ ਜਿਹੜਾ ਲੈਂਡ ਰੈਵਨਿਊ ਹੈਗਾ ਇਹ ਮਾਲਕ ਵੱਲੋਂ ਪੇ ਕੀਤਾ ਜਾਂਦਾ ਹੈ ਤੇ ਅਸੈਸ ਕੀਤਾ ਜਾਂਦਾ ਹੈ 1887 ਸੈਕਸ਼ਨ ਦੇ ਵਿੱਚ। ਤੇ ਇਹ ਇਨਕਲੂਡ ਹੁੰਦਾ ਹੈ ਜਿਹੜੇ ਰੇਟਸ ਵਗੈਰਾ ਕੋਈ ਇੰਪੋਜ਼ ਕੀਤੇ ਜਾਂਦੇ ਨੇ ਗਵਰਨਮੈਂਟ ਵੱਲੋਂ ਸਮੇਂ-ਸਮੇਂ ਤੇ, ਇਹਦੇ ਵਿੱਚ ਕੋਈ ਘਾਟਾ ਵਾਧਾ ਕੀਤਾ ਜਾ ਸਕਦਾ ਹੈਗਾ ਜ਼ਮੀਨ ਦੀ ਇੰਪਰੂਵਮੈਂਟ ਹੋਣ ਦੇ ਨਾਲ, ਉਹ ਵੀ ਲੈਂਡ ਰੈਵਨਿਊ ਕਹਾਉਂਦਾ ਹੈਗਾ। ਤੇ ਜਿਹੜੀਆਂ ਇਹ ਸਰਵਿਸਿਜ਼ ਦੇ ਹੁੰਦੀਆਂ ਨੇ, ਚਾਹੇ ਗਵਰਨਮੈਂਟ ਦੇ ਪੱਧਰ ਤੇ ਸਰਵਿਸ ਕਿਸੇ ਵੱਲੋਂ ਮਾਲਕ ਵੱਲੋਂ ਜਿਹੜਾ ਹੈਗਾ ਨਾ ਦੇ ਲੈਂਡ ਰੈਵਨਿਊ ਨਾ ਦੇਣ ਦੇ ਕਾਰਨ ਗਵਰਨਮੈਂਟ ਨੂੰ ਵੀ ਸਰਵਿਸ ਦੇ ਸਕਦਾ ਕੋਈ। ਠੀਕ ਹੈ, ਜਾਂ ਫਿਰ ਕੋਈ ਅਸਾਈਨੀ ਵੀ ਹੋ ਸਕਦਾ ਹੈ। ਮੰਨ ਲਓ ਕੁਝ ਪਿੰਡਾਂ ਦਾ ਜਿਹੜਾ ਮਾਮਲਾ ਸੀਗਾ ਉਹ ਕਿਸੇ ਅਸਾਈਨੀ ਨੂੰ ਅਸਾਈਨ ਕੀਤਾ ਗਿਆ ਸੀਗਾ, ਕਿਸੇ ਜਗੀਰਦਾਰ ਨੂੰ ਅਸਾਈਨ ਕੀਤਾ ਗਿਆ ਸੀਗਾ। ਜਗੀਰਦਾਰ ਨੇ ਮਾਮਲਾ ਲੈਣਾ ਹੈ ਪਰ ਜਿਹੜਾ ਮਾਲਕ ਹੈ, ਓਨਰ ਹੈ, ਉਹ ਮਾਮਲਾ ਦੇਣ ਤੋਂ ਅਸਮਰਥ ਹੈਗਾ। ਠੀਕ ਹੈ, ਜੇ ਤਾਂ ਗਵਰਨਮੈਂਟ ਨੂੰ ਪੇ ਕਰਨਾ ਉਸਨੇ ਤਾਂ ਗਵਰਨਮੈਂਟ ਦੇ ਲਈ ਸਰਵਿਸ ਵੀ ਕਰ ਸਕਦਾ ਹੈ। ਠੀਕ ਹੈ, ਜੇ ਅਸਾਈਨੀ ਨੂੰ ਪੇ ਕਰਨਾ ਹੈ ਤਾਂ ਅਸਾਈਨੀ ਦੇ ਵਿੱਚ ਵੀ ਐਗਰੀਮੈਂਟ ਹੋ ਸਕਦਾ ਵੀ ਹਾਂ ਠੀਕ ਹੈ, ਚੱਲ ਤੂੰ ਮੇਰੇ ਕੋਲੇ ਇੰਨੇ ਦਿਨ ਕੰਮ ਕਰਦੇ ਤੇ ਜਿਹੜਾ ਲੈਂਡ ਰੈਵਨਿਊ ਹੈਗਾ ਮੈਂ ਉਹਦੇ ਵਿੱਚ ਐਡਜਸਟਮੈਂਟ ਕਰ ਦੇਵਾਂਗਾ। ਇਹ ਹੈਗਾ ਲੈਂਡ ਰੈਵਨਿਊ ਦੀ ਪਰਿਭਾਸ਼ਾ। ਠੀਕ ਹੈ ਜੀ, ਸਬਸੈਕਸ਼ਨ 11 ਹੈਗਾ ਰੇਟਸ ਐਂਡ ਸੈਸਸ। ਰੇਟਸ ਤੇ ਸੈਸਸ ਕੀ ਹੁੰਦੇ ਨੇ? ਇਹ ਵੀ ਮਾਲਕ ਵੱਲੋਂ ਪੇ ਕੀਤੇ ਜਾਂਦੇ ਆ, ਪੇਬਲ ਬਾਈ ਦਾ ਲੈਂਡਲੋਰਡ। ਇਹਦੇ ਵਿੱਚ ਕੀ ਕੀ ਇਨਕਲੂਡ ਹੁੰਦਾ ਹੈ ਰੇਟਸ ਐਂਡ ਸੈਸਸ ਦੇ ਵਿੱਚ? ਜਿਵੇਂ ਆਪਾਂ ਪਹਿਲਾਂ ਗੱਲ ਕਰਕੇ ਹਟਿਆ ਵੀ ਜਿਹੜੇ ਡਿਸਟ੍ਰਿਕਟ ਬੋਰਡ ਹੈ
ਡਿਸਟ੍ਰਿਕਟ ਬੋਰਡ ਵੱਲੋਂ ਕੁਝ ਡਿਵੈਲਪਮੈਂਟ ਕੀਤੀਆਂ ਜਾਂਦੀਆਂ ਨੇ, ਕੋਈ ਇਰੀਗੇਸ਼ਨ ਦੇ ਸੋਰਸਸ ਕ੍ਰੀਏਟ ਕੀਤੇ ਜਾਂਦੇ ਨਵੇਂ, ਸੜਕਾਂ ਕੋਈ ਨਵੀਆਂ ਬਣਾਈਆਂ ਜਾਂਦੀਆਂ ਨੇ, ਕੋਈ ਖਾਲ ਨਹਿਰੀ ਖਾਲ ਬਣਾਏ ਜਾਂਦੇ ਨੇ। ਠੀਕ ਹੈ, ਉਸ ਵੇਲੇ ਉਸ ਪੈਸੇ ਦੀ ਪੂਰਤੀ ਦੀ ਖਾਤਰ ਜਦੋਂ ਕੋਈ ਸਰਕਾਰ ਵੱਲੋਂ ਬੋਰਡ ਵੱਲੋਂ ਕੋਈ ਪੇਮੈਂਟ ਲਈ ਜਾਂਦੀ ਹੈ, ਮਾਲਕਾਂ ਤੋਂ ਲਈ ਜਾਂਦੀ ਹੈ, ਉਹਨੂੰ ਵੀ ਅਸੀਂ ਰੇਟ ਤੇ ਸੈਸਸ ਕਹਿ ਦਿੰਦੇ ਹਾਂ। ਇਸੇ ਤਰ੍ਹਾਂ ਕੋਈ ਜਿਹੜਾ ਕਨਾਲ ਐਕਟ ਹੈਗਾ, ਕਨਾਲ ਐਕਟ ਦੀ ਸੈਕਸ਼ਨ 59 ਹੈਗਾ, ਡਿਪਾਰਟਮੈਂਟ ਆਫ ਇਰੀਗੇਸ਼ਨ ਦੇ ਵੱਲੋਂ ਉਸ ਏਰੀਏ ਦੇ ਵਿੱਚ ਨਹਿਰਾਂ ਬਣਾਈਆਂ ਜਾਂਦੀਆਂ, ਉਹ ਨਹਿਰਾਂ ਦੇ ਬਣਾਉਣ ਦੇ ਇਵਜ਼ ਦੇ ਵਿੱਚ ਨਹਿਰਾਂ ਦੀ ਪੂਰਤੀ ਦੇ ਲਈ ਉਸ ਪੈਸਾ ਇਕੱਠਾ ਕਰਨ ਦੀ ਖਾਤਰ ਜਿਹੜਾ ਕਨਾਲ ਐਕਟ ਹੈਗਾ, ਕਨਾਲ ਐਕਟ ਦੀ ਸੈਕਸ਼ਨ 59 ਦੇ ਵਿੱਚ ਗਵਰਨਮੈਂਟ ਵੱਲੋਂ ਲੈਂਡ ਓਨਰਸ ਨੂੰ ਕੁਝ ਅਮਾਊਂਟ ਹੈ ਜਿਹੜੀ ਉਹ ਲਗਾਈ ਜਾਂਦੀ ਹੈ, ਉਸ ਨੂੰ ਵੀ ਅਸੀਂ ਸੈਸ ਕਹਿ ਸਕਦੇ ਹਾਂ। ਇਹਦੇ ਨਾਲ ਹੀ ਜਿਹੜੀ ਜ਼ਿਲ੍ਹੇਦਾਰੀ ਹੁੰਦੀ ਹੈ, ਜ਼ਿਲ੍ਹੇਦਾਰੀ ਦੇ ਕੁਝ ਪੇਮੈਂਟਸ ਹੁੰਦੀਆਂ ਨੇ ਜ਼ਿਲ੍ਹੇਦਾਰੀ ਦੇ ਬੇਸਿਸ ਤੇ, ਉਹਨੂੰ ਵੀ ਸੈਸ ਕਹਿ ਸਕਦੇ ਹਾਂ। ਤੇ ਜਿਹੜੀ ਵਿਲੇਜ ਆਫਿਸ ਸੈਸ ਹੁੰਦੀ ਹੈ, ਪਿੰਡ ਦੇ ਨੰਬਰਦਾਰ ਨੂੰ ਪਿੰਡ ਦੇ ਸਾਂਝੇ ਕੰਮਾਂ ਦੀ ਪੂਰਤੀ ਦੇ ਲਈ, ਠੀਕ ਹੈ, ਪਿੰਡ ਦੇ ਸਾਂਝੇ ਕੰਮਾਂ ਦੀ ਪੂਰਤੀ ਦੇ ਲਈ ਕਾਮਨ ਕਾਜ਼ਸ ਹੁੰਦੇ ਆ, ਕੋਈ ਟੋਭਾ ਪਟਵਾਉਣਾ, ਕੋਈ ਰਸਤਾ ਠੀਕ ਕਰਨਾ ਹੈ, ਜਾਂ ਕੋਈ ਹੋਰ ਪਿੰਡ ਦਾ ਸਾਂਝਾ ਕੰਮ, ਕੋਈ ਖੂਹ ਬਣਾਉਣਾ, ਕੋਈ, ਠੀਕ ਹੈ, ਇੱਦਾਂ ਦੇ ਕੋਈ ਜਿਹੜੇ ਖਰਚੇ ਹੁੰਦੇ ਨੇ ਪਿੰਡ ਦੇ ਸਾਂਝੇ ਕੰਮਾਂ ਦੀ ਖਾਤਰ, ਜਿਹੜੇ ਨੰਬਰਦਾਰ ਕੋਲੇ ਹੁਣ ਥੋੜਾ ਜਿਹਾ ਸਮਾਂ ਬਦਲ ਗਿਆ, ਉਹਦੇ ਮੁਤਾਬਕ ਕੋਈ ਪਾਰਟੀਕੂਲਰ ਕੋਈ ਇੱਕ ਵਿਅਕਤੀ ਨੂੰ ਨੋਮੀਨੇਟ ਕੀਤਾ ਜਾਂਦਾ ਪਿੰਡਾਂ ਵੱਲੋਂ। ਤੇ ਉਸ ਵੇਲੇ ਇਹ ਸਾਰੀਆਂ ਪਾਵਰਾਂ ਜਿਹੜੀਆਂ ਨੰਬਰਦਾਰ ਕੋਲੇ ਹੁੰਦੀਆਂ ਸੀਗੀਆਂ। ਪਹਿਲਾਂ ਨੰਬਰਦਾਰ ਕੋਲੇ ਪਿੰਡ ਦੇ ਕਾਮਨ ਕਾਜ਼ ਦੇ ਖਾਤਰ ਜਿਹੜੇ ਪੈਸੇ ਸੀ ਇਕੱਠੇ ਕੀਤੇ ਜਾਂਦੇ ਸੀ ਲੈਂਡ ਓਨਰਸ ਤੋਂ, ਠੀਕ ਹੈ, ਉਹਨੂੰ ਵੀ ਅਸੀਂ ਸੈਸਸ ਜਾਂ ਰੇਟਸ ਕਹਿ ਦਿੰਦੇ ਹੈਗੇ ਆ। ਨੈਕਸਟ ਆ ਜਾਂਦਾ ਜੀ ਵਿਲੇਜ ਸੈਸ ਕੀ ਹੁੰਦੀ ਹੈ। ਦੇਖੋ ਸੈਸਸ ਤੇ ਰੇਟਸ ਦੀ ਗੱਲ ਕੀਤੀ ਹੈ ਉੱਪਰ, ਹੁਣ ਵਿਲੇਜ ਸੈਸ ਦੀ ਗੱਲ ਆ ਗਈ। ਵਿਲੇਜ ਸੈਸ ਕੀ ਹੁੰਦੀ ਹੈ, ਇਹ ਸਬਸੈਕਸ਼ਨ ਹੈਗਾ ਤੁਹਾਡਾ 12। ਵਿਲੇਜ ਸੈਸ ਕੀ ਹੁੰਦੀ ਹੈ, ਪਿੰਡ ਦੀ ਕੰਟਰੀਬਿਊਸ਼ਨ। ਜਿਵੇਂ ਆਪਾਂ ਕਹਿੰਦੇ ਪਿੰਡ 'ਚ ਢਾਲ ਪਾ ਲਓ ਜੀ, ਢਾਲ ਪਾ ਲਓ, ਜਿਹੜਾ ਢਾਲ ਕਾਹਦੇ ਲਈ ਪਾਣੀ ਹੈ ਉਹ ਕੰਮ ਦੇਖਿਆ ਜਾਂਦਾ ਸਭ ਤੋਂ ਪਹਿਲਾਂ ਤਾਂ, ਕਿ ਉਹ ਜਿਹੜਾ ਕੰਮ ਹੈਗਾ ਉਹ ਪਿੰਡ ਦੇ ਇਕੱਲੇ ਮਾਲਕਾਂ ਦੇ ਬੈਨੀਫਿਟ ਲਈ ਹੋ ਰਿਹਾ ਹੈ ਜਾਂ ਪਿੰਡ ਦੇ ਗੈਰ ਮਾਲਕਾਂ ਲਈ ਵੀ ਬੈਨੀਫਿਟ ਹੋ ਰਿਹਾ ਹੈ। ਠੀਕ ਹੈ, ਇੱਦਾਂ ਕਿਹਨਾਂ ਤੋਂ ਕਲੈਕਸ਼ਨ ਕੀਤੀ ਜਾਣੀ ਬਣਦੀ ਹੈ, ਇਹ ਪਿੰਡ ਦੇ ਲੋਕ ਬੈਠ ਕੇ ਡਿਸਾਈਡ ਕਰਦੇ ਨੇ। ਪਿੰਡ ਦੀ ਪੰਚਾਇਤ ਡਿਸਾਈਡ ਕਰਦੀ ਹੈ ਜਾਂ ਪਿੰਡ ਦੀ ਕੋਈ ਕਮੇਟੀ ਬਣਾਈ ਜਾਂਦੀ ਹੈ, ਉਹ ਡਿਸਾਈਡ ਕਰਦੀ ਹੈ। ਤੇ ਇੱਦਾਂ ਦੀ ਜਦੋਂ ਕੋਈ ਕੰਟਰੀਬਿਊਸ਼ਨ ਅਸੀਂ ਕਰਦੇ ਹਾਂ ਪਿੰਡ ਦੇ ਪੱਧਰ ਤੇ, ਪਿੰਡ ਦੇ ਸਾਂਝੇ ਖਰਚਿਆਂ ਲਈ, ਕਾਮਨ ਕਾਜ਼ ਲਈ, ਤਾਂ ਉਸ ਨੂੰ ਅਸੀਂ ਵਿਲੇਜ ਸੈਸ ਕਹਿੰਦੇ ਹਾਂ। ਨੈਕਸਟ ਆ ਜਾਂਦਾ ਜੀ ਵਿਲੇਜ ਆਫਿਸਰ, ਸਬਸੈਕਸ਼ਨ 13 ਵਿਲੇਜ ਆਫਿਸਰ। ਵਿਲੇਜ ਆਫਿਸਰ ਕੌਣ ਹੋ ਸਕਦਾ ਹੈ, ਹੈਡਮੈਨ ਵੀ ਹੋ ਸਕਦਾ ਹੈ, ਚੀਫ ਹੈਡਮੈਨ ਵੀ ਹੋ ਸਕਦਾ ਹੈ, ਹੈਡਮੈਨ ਵੀ ਹੋ ਸਕਦਾ ਹੈ, ਪਟਵਾਰੀ ਵੀ ਹੋ ਸਕਦਾ ਹੈ। ਇਹ ਸਾਰੇ ਹੀ ਜਿਹੜੇ ਹੈਗੇ ਨੇ ਵਿਲੇਜ ਆਫਿਸਰ ਕਹਾਉਂਦੇ ਨੇ, ਠੀਕ ਹੈ, ਨੰਬਰਦਾਰ, ਮੁੱਖ ਨੰਬਰਦਾਰ ਕਹਿ ਲਈਏ ਜਾਂ ਪਿੰਡ ਦਾ ਪਟਵਾਰੀ, ਇਹ ਤਿੰਨਾਂ ਦੀ ਜਿਹੜੀ ਪਰਿਭਾਸ਼ਾ ਹੈਗੀ ਹੈ ਇਹ ਵਿਲੇਜ ਆਫਿਸਰ ਦੀ ਪਰਿਭਾਸ਼ਾ ਜਾਂਦੀ ਹੈ ਸਬਸੈਕਸ਼ਨ 13। ਨੈਕਸਟ ਆ ਜਾਂਦਾ ਜੀ ਸਬਸੈਕਸ਼ਨ 14 ਰੈਵਨਿਊ ਆਫਿਸਰ, ਰੈਵਨਿਊ ਕੋਰਟ। ਦੇਖੋ ਰੈਵਨਿਊ ਆਫਿਸਰ ਕੀ ਹੁੰਦਾ ਹੈ, ਰੈਵਨਿਊ ਕੋਰਟ ਕੀ ਹੁੰਦੀ ਹੈ। ਜਦੋਂ ਤੱਕ ਕਿਸੇ ਰੈਵਨਿਊ ਆਫਿਸਰ ਵੱਲੋਂ ਕੰਮ ਕੀਤੇ ਜਾਂਦੇ ਨੇ, ਐਗਜ਼ੈਕਟਿਵ ਪਾਵਰਸ ਯੂਜ਼ ਕਰਦਾ ਹੈ ਜਦੋਂ ਕੋਈ ਰੈਵਨਿਊ ਆਫਿਸਰ, ਐਗਜ਼ੈਕਟਿਵ ਪਾਵਰਸ ਜਿਨਕੇ ਕਿਸੇ ਐਕਟ ਨੂੰ ਲਾਗੂ ਕਰਨ ਦੀ ਖਾਤਰ ਉਹਦੇ ਵੱਲੋਂ ਰੂਟੀਨ 'ਚ ਕੰਮ ਕੀਤੇ ਜਾਂਦੇ ਨੇ, ਠੀਕ ਹੈ, ਦੈਨ ਹੀ ਜੇ ਰੈਵਨਿਊ ਆਫਿਸਰ, ਇੰਤਕਾਲ ਕੀਤੇ ਜਾਂਦੇ ਨੇ ਰੈਵਨਿਊ ਆਫਿਸਰ, ਠੀਕ ਹੈ, ਹੋਰ ਕੰਮ ਕਰੇ ਜਾਂਦੇ ਨੇ ਰੈਵਨਿਊ ਆਫਿਸਰ ਦੇ ਤੌਰ ਤੇ ਕੀਤੇ ਜਾਂਦੇ ਨੇ। ਪਰ ਜਦੋਂ ਕਿਸੇ ਰੈਵਨਿਊ ਆਫਿਸਰ ਵੱਲੋਂ ਦੀ ਕੋਰਟ ਦੇ ਵਿੱਚ ਕੋਈ ਮੁਕੱਦਮਾ ਫਾਈਲ ਕੀਤਾ ਜਾਂਦਾ ਹੈ, ਕੋਈ ਸੂਟ ਫਾਈਲ ਹੁੰਦਾ ਹੈ, ਠੀਕ ਹੈ, ਜਦੋਂ ਕੋਈ ਰੈਵਨਿਊ ਜਿਹੜਾ ਆਫਿਸਰ ਹੈਗਾ, ਰੈਵਨਿਊ ਆਫਿਸਰ ਜਦੋਂ ਐਜ਼ ਏ ਕੋਰਟ ਕੰਮ ਕਰਦਾ ਹੈ, ਰੈਵਨਿਊ ਕੋਰਟ ਕੰਮ ਕਰਦਾ ਹੈ, ਚਾਹੇ ਉਹ ਕੇਸ ਪਾਰਟੀ ਹੁੰਦਾ ਹੈ, ਚਾਹੇ ਉਹ ਲੈਂਡਲੋਰਡ ਤੇ ਟੈਨੈਂਟ ਦੇ ਵਿਚਕਾਰ ਕਿਸੇ ਰੈਂਟ ਨੂੰ ਲੈ ਕੇ ਝਗੜੇ ਦੀ ਖਾਤਰ ਹੈ, ਚਾਹੇ ਐਜੈਕਟਮੈਂਟ ਦੀ ਗੱਲ ਕੀਤੀ ਜਾ ਰਹੀ ਹੈ, ਮਾਲਕ ਨੇ ਸੂਟ ਫਾਈਲ ਕੀਤਾ ਹੈ ਐਜੈਕਟਮੈਂਟ ਕਰਾਉਣ ਦੀ ਖਾਤਰ, ਟੈਨੈਂਟ ਤੋਂ ਕਬਜ਼ਾ ਲੈਣ ਦੀ ਖਾਤਰ, ਕਿਉਂ ਟੈਨੈਂਟ ਨੂੰ ਸਮੇਂ ਸਿਰ ਜਿਹੜਾ ਰੈਂਟ ਹੈ ਉਹ ਪੇ ਨਹੀਂ ਕਰ ਰਿਹਾ, ਜਾਂ ਟੈਨੈਂਟ ਨੇ ਜਿਹੜੀ ਉਹਦੀ ਪ੍ਰਾਪਰਟੀ ਆ ਉਹਦਾ ਖਰਾਬ ਕਰ ਦਿੱਤੀ, ਜਾਂ ਜਿਸ ਤਰੀਕੇ ਨਾਲ ਉਹ ਵਾਹਣੀ ਚਾਹੁੰਦਾ ਸੀਗਾ, ਵਾਹਣੀ ਬਣਦੀ ਸੀ ਉਸ ਤਰੀਕੇ ਨਾਲ ਉਸਨੇ ਪ੍ਰਾਪਰਟੀ ਨਹੀਂ ਵਾਹੀ, ਠੀਕ ਹੈ। ਇੱਦਾਂ ਦੇ ਕੇਸਾਂ ਨੂੰ ਲੈ ਕੇ ਜਦੋਂ ਉਹ ਰੈਵਨਿਊ ਆਫਿਸਰ ਹੈ ਐਜ਼ ਏ ਕੋਰਟ ਵਰਕ ਕਰਦਾ ਹੈ, ਜਾਂ ਫਿਰ ਟੈਨੈਂਟ ਨੇ ਕੋਈ ਸੂਟ ਫਾਈਲ ਕੀਤਾ ਹੈ ਮਾਲਕ ਦੇ ਖਿਲਾਫ, ਕਿਸ ਪਰਪਸ ਲਈ, ਮਾਲਕ ਨੇ ਦਾਵਾ ਕੀਤਾ ਹੈ ਉਸ ਤੋਂ ਜ਼ਮੀਨ ਖਾਲੀ ਕਰਾਉਣ ਦੇ ਲਈ, ਠੀਕ ਹੈ,
ਟੈਨੈਂਟ ਨੇ ਦਾਵਾ ਉਹ 2 ਮਹੀਨੇ ਦੇ ਅੰਦਰ ਅੰਦਰ ਦਾਵਾ ਜਿਹੜਾ ਹੈਗਾ ਸੀਗਾ ਉਹਨੂੰ ਟਾਈਮ ਦਿੱਤਾ ਜਾਂਦਾ। ਜਦੋਂ ਕੋਈ ਮਾਲਕ ਹੈ ਕਿਸੇ ਟੈਨੈਂਟ ਨੂੰ ਖਾਲੀ ਕਰਾਉਣ ਟੈਨੈਂਟ ਤੋਂ ਕਬਜ਼ਾ ਲੈਣ ਦੀ ਖਾਤਰ ਕੋਈ ਨੋਟਿਸ ਭੇਜਦਾ ਹੈ ਤਾਂ 2 ਮਹੀਨੇ ਦੇ ਸਮੇਂ ਦੇ ਅੰਦਰ ਅੰਦਰ ਜਿਹੜਾ ਟੈਨੈਂਟ ਹੈ ਉਹ ਸੂਟ ਫਾਈਲ ਕਰ ਸਕਦਾ ਹੈ ਰੈਵਨਿਊ ਕੋਰਟ ਦੇ ਵਿੱਚ। ਠੀਕ ਹੈ, ਕਾਹਦੇ ਲਈ ਕਰ ਸਕਦਾ ਹੈ? ਉਹ ਕਲੇਮ ਕਰ ਸਕਦਾ ਹੈ ਕਾਹਦਾ ਵੀ ਮੈਂ ਤੇ ਇੰਪਰੂਵਮੈਂਟਸ ਕੀਤੀਆਂ ਸੀਗੀਆਂ ਜਾਂ ਜਿਹੜਾ ਲੈਂਡਲੌਰਡ ਹੈ ਇਹ ਗਲਤ ਤਰੀਕੇ ਨਾਲ ਮੇਰੇ ਤੋਂ ਵੱਧ ਕਿਰਾਇਆ ਮੰਗਦਾ ਹੈ ਜਾਂ ਮੇਰੇ ਤੋਂ ਕਿਰਾਇਆ ਲੈਂਦਾ ਨਹੀਂ ਹੈਗਾ ਜਾਂ ਇੰਪਰੂਵਮੈਂਟ ਕੀਤੀਆਂ ਸੀਗੀਆਂ ਉਹ ਇੰਪਰੂਵਸ ਮੇਰੀਆਂ ਇੰਨੀਆਂ ਜ਼ਿਆਦਾ ਹੋ ਗਈਆਂ ਵੀ ਮੇਰੇ ਕਿਰਾਏ ਦੇ ਵਿੱਚ ਐਡਜਸਟ ਕੀਤੀਆਂ ਜਾਣ। ਇੱਦਾਂ ਦੇ ਜਦੋਂ ਇੱਦਾਂ ਦੇ ਸੂਟ ਫਾਈਲ ਕੀਤੇ ਜਾਂਦੇ ਨੇ ਕਿਸੇ ਵੀ ਮਾਲਕ ਵੱਲੋਂ ਜਾਂ ਕਿਸੇ ਵੀ ਟੈਨੈਂਟ ਵੱਲੋਂ, ਰੈਵਨਿਊ ਕੋਰਟ ਜਿਹੜੀ ਹੁੰਦੀ ਹੈ ਰੈਵਨਿਊ ਆਫੀਸਰ ਜਦੋਂ ਕੋਰਟ ਦੇ ਵਿੱਚ ਬੈਠ ਕੇ ਕੰਮ ਕਰਦਾ ਹੈਗਾ ਤਾਂ ਉਸਨੂੰ ਅਸੀਂ ਰੈਵਨਿਊ ਕੋਰਟ ਕਹਿੰਦੇ ਹਾਂ। ਇਹ ਕਿਹੜਾ ਵੀ ਐਕਟ ਹੋ ਸਕਦਾ ਹੈ, ਲੈਂਡ ਰੈਵਨਿਊ ਐਕਟ ਦੇ ਤਹਿਤ ਵੀ ਹੋ ਸਕਦਾ ਹੈ, ਜਿਵੇਂ ਗਿਰਦਾਵਰੀ ਦੇ ਦਾਅਵੇ ਚੱਲਦੇ ਨੇ, ਗਿਰਦਾਵਰੀ ਦੇ, ਨੰਬਰਦਾਰੀ ਦੇ, ਚੌਕੀਦਾਰੀ ਦੇ, ਤਕਸੀਮ ਦੇ। ਠੀਕ ਹੈ, ਉਦੋਂ ਤੁਸੀਂ ਬੀਇੰਗ ਏ ਰੈਵਨਿਊ ਕੋਰਟ ਕੰਮ ਕਰ ਰਹੇ ਹੁੰਦੇ ਹੋ। ਅਦਰਵਾਈਜ਼ ਤੁਸੀਂ ਕੰਮ ਕਰ ਰਹੇ ਹੁੰਦੇ ਹੋ ਐਜ਼ ਏ ਜਦੋਂ ਐਗਜ਼ੈਕਟਿਵ ਪਾਵਰ ਯੂਜ਼ ਕਰਦੇ ਹੋ ਤਾਂ ਤੁਸੀਂ ਰੈਵਨਿਊ ਆਫੀਸਰ ਹੁੰਦੇ ਹੋ। ਠੀਕ ਹੈ ਜੀ, ਇਹ ਸੀਗੀ ਪਰਿਭਾਸ਼ਾ ਰੈਵਨਿਊ ਕੋਰਟ ਕੀ ਹੁੰਦੀ ਹੈ ਤੇ ਰੈਵਨਿਊ ਆਫੀਸਰ ਕੀ ਹੁੰਦਾ ਹੈਗਾ। ਸਰ ਇੱਥੇ ਜਿਹੜਾ ਤਕਸੀਮ ਵਾਲਾ ਆਊਗਾ ਇਹਦੇ ਵਿੱਚ ਰੈਵਨਿਊ ਕੋਰਟ ਦੇ ਵਿੱਚ ਤਕਸੀਮ ਵਾਲੇ ਕੇਸ ਆਣਗੇ, ਉਸ ਵੇਲੇ ਕਲੈਕਟਰ ਨਹੀਂ ਹੁੰਦਾ ਜਿਸ ਵੇਲੇ ਤਕਸੀਮ ਦੇ ਕੇਸ ਹੋਣ। ਨਹੀਂ, ਬਿਲਕੁਲ ਹੈਗਾ, ਤੁਸੀਂ ਐਜ਼ ਏ ਕੋਰਟ ਡਿਸਾਈਡ ਕਰਨਾ ਹੈ। ਤੁਸੀਂ ਇੱਕ ਜਿਹੜਾ ਹੈਗਾ ਜਦੋਂ ਪਾਰਟੀਸ਼ਨ ਦਾ ਕੇਸ ਤੁਹਾਡੇ ਕੋਲ ਪੈਣਾ ਹੈ, ਠੀਕ ਹੈ, ਤੁਸੀਂ ਇੱਕ ਜਿਹੜਾ ਫੈਕਟਰ ਹੈ ਸਭ ਤੋਂ ਪਹਿਲਾਂ ਜਿਹੜਾ ਤੁਹਾਡਾ ਹੈਗਾ ਕੁਐਸਚਨ ਆਫ ਟਾਈਟਲ ਦੀ ਗੱਲ ਆ ਜਾਂਦੀ ਹੈ ਵੀ ਇਹ ਮਾਲਕ ਹੈਗਾ ਜਾਂ ਨਹੀਂ ਹੈਗਾ। ਠੀਕ ਹੈ, ਤੁਸੀਂ ਐਜ਼ ਏ ਰੈਵਨਿਊ ਕੋਰਟ ਡਿਸਾਈਡ ਕਰਨਾ ਹੈ, ਸਪੀਕਿੰਗ ਆਰਡਰ ਪਾਸ ਕਰਨਾ ਹੈ। ਫਿਰ ਅੱਗੇ ਆ ਜਾਂਦਾ ਵੀ ਤੁਸੀਂ ਜਿਹੜਾ ਹੈਗਾ ਮੋਡ ਆਫ ਪਾਰਟੀਸ਼ਨ ਕੀ ਹੁੰਦਾ ਹੈ, ਮੋਡ ਆਫ ਪਾਰਟੀਸ਼ਨ ਕਿਵੇਂ ਤਕਸੀਮ ਕੀਤੀ ਜਾਣੀ ਹੈ, ਉਹਦੇ ਤੇ ਤੁਸੀਂ ਆਬਜੈਕਸ਼ਨ ਲੈਣੇ ਨੇ। ਕੱਲੇ ਕੱਲੇ ਦਾ ਆਬਜੈਕਸ਼ਨ ਆਏਗਾ ਤੁਹਾਡੇ ਕੋਲ, ਫਿਰ ਤੁਸੀਂ ਉਹਦੀ ਕੱਲੇ ਕੱਲੇ ਦੀ ਡਿਸੀਜਨ ਦੇਣੀ ਹੈ। ਸੈਲਫ ਜਿਹੜੀ ਸਪੈਸੀਫਿਕ ਤੁਹਾਡਾ ਸੈਲਫ ਸਪੀਕਿੰਗ ਆਰਡਰ ਹੋਣਾ ਚਾਹੀਦਾ ਹੈ ਵੀ ਮੈਂ ਤਕਸੀਮ ਚੰਗੀ ਨਾਲ ਚੰਗੀ, ਮਾੜੀ ਨਾਲ ਮਾੜੀ, ਫਰੰਟ ਨਾਲ ਫਰੰਟ ਕਿਉਂ ਦੇ ਰਿਹਾ, ਰੀਜ਼ਨ ਕੀ ਹੈਗਾ। ਠੀਕ ਹੈ, ਇਹ ਤੁਸੀਂ ਐਜ਼ ਏ ਰੈਵਨਿਊ ਕੋਰਟ ਕੰਮ ਕਰਦੇ ਹੋ। ਉਸ ਵੇਲੇ ਤੁਸੀਂ ਜਿਹੜਾ ਕੇਸ ਹੈ ਜਦੋਂ ਤੁਸੀਂ ਅਡਜਰਨਮੈਂਟਸ ਦਿੰਦੇ ਹੋ, ਅਗਲੀ ਪੇਸ਼ੀ ਪਾਉਂਦੇ ਹੋ। ਠੀਕ ਹੈ, ਅਗਲੀ ਪੇਸ਼ੀ 'ਤੇ ਤੁਸੀਂ ਕੀ ਕੀਤਾ ਜਾਣਾ ਹੈ, ਜਿਵੇਂ ਐਜ਼ ਏ ਸਿਵਲ ਕੋਰਟ ਹੁੰਦਾ ਹੈ, ਤੁਸੀਂ ਰੈਵਨਿਊ ਕੋਰਟ ਵੀ ਉਦੋਂ ਜਦੋਂ ਰੈਵਨਿਊ ਆਫੀਸਰ ਹੈਗਾ ਐਜ਼ ਏ ਕੋਰਟ ਵਰਕ ਕਰਦਾ ਹੈ, ਆਪਣਾ ਤਰੀਕਾ ਦਿੰਦਾ ਹੈ, ਤਰੀਕਾ ਵਕੀਲ ਪੇਸ਼ ਹੁੰਦੇ ਨੇ। ਠੀਕ ਹੈ ਜੀ, ਜਾਂ ਕੋਈ ਲੀਗਲ ਪ੍ਰੈਕਟੀਸ਼ਨਰ ਪੇਸ਼ ਹੁੰਦਾ ਹੈਗਾ, ਤੁਸੀਂ ਉਦੋਂ ਐਜ਼ ਏ ਰੈਵਨਿਊ ਕੋਰਟ ਕੰਮ ਕਰ ਰਹੇ ਹੁੰਦੇ ਹੋ। ਰੈਵਨਿਊ ਕੋਰਟ ਇਹ ਡੈਫੀਨੇਸ਼ਨ। ਜਦੋਂ ਫਾਈਨ ਕਰਨਾ ਕਿਸੇ ਨੂੰ, ਜਦੋਂ ਫਾਈਨ ਕਰਨਾ, ਜੁਰਮਾਨਾ ਕਰਨਾ ਜਾਂ ਅੰਦਰ ਕਰਨਾ ਕਿਸੇ ਨੂੰ, ਉਹ ਸਾਰੇ ਰੈਵਨਿਊ ਕੋਰਟ ਦੇਖੋ ਫਾਈਨ ਕਰਨਾ ਹੈ, ਜੁਰਮਾਨਾ ਕਰਨਾ ਹੈ। ਜਦੋਂ ਕੋਈ ਬੰਦਾ ਡਿਫਾਲਟਰ ਹੁੰਦਾ ਹੈ, ਠੀਕ ਹੈ, ਤਾਂ ਅਸੀਂ ਪ੍ਰੋਸੀਡਿੰਗ ਸਟਾਰਟ ਕਰਦੇ ਹਾਂ ਉਹਦੇ ਖਿਲਾਫ। ਜਦੋਂ ਅਸੀਂ ਕੋਈ ਪ੍ਰੋਸੀਡਿੰਗ ਸਟਾਰਟ ਕਰਦੇ ਹਾਂ ਤਾਂ ਅਸੀਂ ਐਜ਼ ਏ ਕੋਰਟ ਪ੍ਰੋਸੀਡਿੰਗ ਸਟਾਰਟ ਕਰਦੇ ਹਾਂ ਉਹਦੇ ਖਿਲਾਫ। ਠੀਕ ਹੈ, ਫਾਈਨ ਕਰਦੇ ਹਾਂ ਐਜ਼ ਏ ਰੈਵਨਿਊ ਕੋਰਟ ਕਰਦੇ ਹਾਂ। ਜਦੋਂ ਦੇਖੋ ਜਦੋਂ ਤੁਸੀਂ ਕਾਸਟ ਪਾਉਂਦੇ ਹੋ, ਫਾਈਨ ਕਰਦੇ ਹੋ ਕਿਸੇ ਵਿਟਨੈਸ ਨੂੰ, ਵਿਟਨੈਸ ਤੁਹਾਡੀ ਕੋਰਟ ਦੇ ਵਿੱਚ ਆਉਂਦਾ ਹੈ ਤੇ ਉਸ ਨੂੰ ਤੁਸੀਂ ਉਹਦਾ ਖਰਚਾ ਵੀ ਦੇ ਸਕਦੇ ਹੋ ਤੇ ਡਿਗਰੀ ਪਾਸ ਕਰਦੇ ਹੋ। ਠੀਕ ਹੈ, ਜਦੋਂ ਕੋਈ ਇੱਦਾਂ ਜਜਮੈਂਟ ਪਾਸ ਕਰਦੇ ਹੋ, ਸਨਦ ਪਾਸ ਕਰਦੇ ਹੋ, ਠੀਕ ਹੈ, ਉਦੋਂ ਤੁਸੀਂ ਬੀਇੰਗ ਏ ਰੈਵਨਿਊ ਕੋਰਟ ਕੰਮ ਕਰ ਰਹੇ ਹੋ। ਅਦਰਵਾਈਜ਼ ਤੁਸੀਂ ਜਦੋਂ ਆਬਜੈਕਟਿਵ ਪਾਵਰ ਯੂਜ਼ ਕਰਦੇ ਹੋ ਆਪਣੀਆਂ, ਠੀਕ ਹੈ, ਬਾਕੀ ਜਿਹੜੇ ਸਾਰੇ ਕੰਮ ਹੁੰਦੇ ਨੇ ਅਸੀਂ ਨਾਟ ਕੋਰਟ ਵਰਕ ਨਹੀਂ ਹੁੰਦਾ, ਉਦੋਂ ਅਸੀਂ ਰੈਵਨਿਊ ਆਫੀਸਰ ਹੁੰਦੇ। ਅੱਗੇ ਆ ਗਿਆ ਸੀਗਾ ਜੀ ਰੈਵਨਿਊ ਆਫੀਸਰ, ਰੈਵਨਿਊ ਕੋਰਟ। ਕਲੀਅਰ ਹੋ ਗਈ ਤੁਹਾਨੂੰ ਸਾਰਿਆਂ ਨੂੰ? ਰੈਵਨਿਊ ਕੋਰਟ ਹੈਵਿੰਗ ਅਥਾਰਟੀ ਅੰਡਰ ਦਿਸ ਐਕਟ to discharge the functions of a revenue officer or revenue court as the case may be under the that provisions. Next ਹੈ ਜਗੀਰਦਾਰ। ਜਗੀਰਦਾਰ ਕੌਣ ਹੁੰਦਾ ਹੈ? ਜਗੀਰਦਾਰ ਆਪਾਂ ਨੂੰ ਸਾਰਿਆਂ ਨੂੰ ਪਤਾ ਹੈ, ਵੈਸੇ ਤਾਂ ਜਿਹੜੇ ਨਵੇਂ ਮੁੰਡੇ ਸ਼ਾਇਦ ਕਈਆਂ ਨੂੰ ਨਾ ਪਤਾ ਹੋਵੇ। ਜਗੀਰਦਾਰ ਉਹ ਹੁੰਦੇ ਸੀਗੇ ਜਦੋਂ ਇੰਗਲਿਸ਼ ਟਾਈਮ ਦੇ ਵਿੱਚ ਕਿਸੇ ਵਿਅਕਤੀ ਨੂੰ, ਮੇਨ ਮਕਸਦ ਦਾ ਕੀ ਹੁੰਦਾ ਸੀ, ਦੇਖੋ ਤੁਹਾਨੂੰ ਸਾਰਿਆਂ ਨੂੰ ਪਤਾ ਹੋਏਗਾ, ਪਿੰਡਾਂ ਦੇ ਵਿੱਚ ਆਪਣੇ ਸੈੱਲ ਬਣਾ ਕੇ ਰੱਖਣ ਦੀ ਖਾਤਰ। ਠੀਕ ਹੈ, ਪਿੰਡਾਂ ਦੇ ਵਿੱਚ ਆਪਣੇ ਸੈੱਲ ਬਣਾ ਕੇ ਰੱਖਣ ਦੀ ਖਾਤਰ ਕੁਝ ਵਿਅਕਤੀਆਂ ਨੂੰ, ਜਿਹੜੇ ਇੰਪੋਰਟੈਂਟ ਪਰਸਨਸ ਹੁੰਦੇ ਸੀ, ਨੋਮੀਨੇਟਡ ਬੰਦੇ, ਕੁਝ ਜਿਨ੍ਹਾਂ ਦੀ ਪੋਜੀਸ਼ਨ ਵਧੀਆ ਹੁੰਦੀ ਸੀ ਪਿੰਡਾਂ ਦੇ ਵਿੱਚ, ਉਹਨਾਂ ਨੂੰ ਸਰਕਾਰ ਵੱਲੋਂ ਕੀ ਕੀਤਾ ਜਾਂਦਾ ਸੀਗਾ, ਜਗੀਰਦਾਰ ਨਿਯੁਕਤ ਕੀਤਾ ਜਾਂਦਾ ਸੀਗਾ। ਉਹਨਾਂ ਨੂੰ ਉਸ ਜਗੀਰਦਾਰ ਦੇ ਬਦਲੇ ਦੇ ਵਿੱਚ ਕੁਝ ਪਿੰਡਾਂ ਦਾ ਜਿਹੜਾ ਮਾਮਲਾ ਹੁੰਦਾ ਸੀ, ਲੈਂਡ ਰੈਵਨਿਊ ਹੁੰਦਾ ਸੀਗਾ, ਉਹ ਉਹਨਾਂ ਨੂੰ ਅਸਾਈਨ ਕੀਤਾ ਜਾਂਦਾ ਸੀਗਾ। ਰਿਕਵਰੀ ਕੀਤੀ ਜਾਂਦੀ ਸੀ ਨੰਬਰਦਾਰਾਂ ਵੱਲੋਂ, ਰਿਕਵਰੀ ਕੀਤੀ ਜਾਂਦੀ ਸੀ ਸਰਕਾਰ ਵੱਲੋਂ। ਰਿਕਵਰੀ ਸਰਕਾਰ ਵੱਲੋਂ ਕਰਕੇ ਜਦੋਂ ਲੈਂਡ ਰੈਵਨਿਊ ਹੁੰਦਾ ਸੀਗਾ, ਨੰਬਰਦਾਰ ਵੱਲੋਂ ਆ ਕੇ ਪਿੰਡ ਦੇ ਉੱਥੇ ਤਹਿਸੀਲ ਦੇ ਵਿੱਚ ਬਾਸਲਵਾ ਕਿਨਵੀਸ ਕੋਲੇ ਜਮ੍ਹਾਂ ਕਰਾਇਆ ਜਾਂਦਾ ਸੀਗਾ।
ਤੇ ਸਰਕਾਰ ਦੇ ਆਰਡਰ ਦੇ ਮੁਤਾਬਕ ਕਿਸ ਤਹਿਸੀਲ ਦੇ ਵਿੱਚ ਕਿੰਨੇ ਜ਼ਗੀਰਦਾਰ ਨੇ, ਇਹਦੀ ਸਾਰੀ ਡਿਟੇਲ ਤੇ ਉਹਨਾਂ ਨੂੰ ਕਿਹੜੇ ਪਿੰਡ ਦਾ ਜਿਹੜਾ ਮਾਮਲਾ ਹੈਗਾ ਅਸਾਈਨ ਕੀਤਾ ਗਿਆ ਗਵਰਨਮੈਂਟ ਵੱਲੋਂ, ਉਹਦੀ ਸਾਰੀ ਡਿਟੇਲ ਤਹਿਸੀਲਦਾਰ ਆਫਿਸ ਦੇ ਵਿੱਚ ਹੁੰਦੀ ਹੈ, ਬਾਕੀ ਨਵੀਸ ਕੋਲੇ ਹੁੰਦੀ ਹੈ। ਬਾਕੀ ਨਵੀਸ ਕੋਲੋਂ ਮਾਮਲਾ ਇੱਕ ਵਾਰੀ ਲੈਣ ਤੋਂ ਉਪਰੰਤ ਜਿਹੜਾ ਮਾਮਲਾ ਸੀਗਾ ਉਹਨੇ ਪਿੰਡਾਂ ਦਾ ਜਾਂ ਕੁਝ ਪਿੰਡ ਦਾ, ਪੂਰਾ ਪਿੰਡ ਵੀ ਹੋ ਸਕਦਾ ਹੈ, 2 ਪਿੰਡ ਵੀ ਹੋ ਸਕਦੇ, ਜ਼ਿਆਦਾ ਪਿੰਡ ਵੀ ਹੋ ਸਕਦੇ ਨੇ, ਕੋਈ ਪਰਟੀਕੂਲਰ ਪਿੰਡ ਦਾ ਅੱਧਾ ਪਾਰਟ ਵੀ ਹੋ ਸਕਦਾ ਹੈ। ਠੀਕ ਹੈ, ਉਹ ਜਿਹੜਾ ਮਾਮਲਾ ਸੀ ਜ਼ਗੀਰਦਾਰ ਨੂੰ ਦਿੱਤਾ ਜਾਂਦਾ ਸੀਗਾ। ਦਿੱਤਾ ਕਿਉਂ ਜਾਂਦਾ ਸੀਗਾ? ਮਤਲਬ ਕਿ ਬਾਕੀ ਨਵੀਸ ਔਨ ਬਿਹਾਫ ਆਫ ਦਾ ਤਹਿਸੀਲਦਾਰ ਰੈਵਨਿਊ ਆਫਿਸਰ ਉਤੋਂ ਰਸੀਦ ਲੈ ਕੇ ਜਿਹੜਾ ਜ਼ਗੀਰਦਾਰ ਦਾ ਰਜਿਸਟਰ ਲੱਗਿਆ ਹੁੰਦਾ ਸੀ ਬਾਕੀ ਨਵੀਸ ਕੋਲੇ, ਡਿਟੇਲ ਦਿੱਤੀਆਂ ਸੀ ਰਜਿਸਟਰ ਦੇ ਵਿੱਚ ਵੀ ਪਿੰਡ ਇਹ ਰਜਿਸਟਰ ਜ਼ਗੀਰਦਾਰੀ ਲੱਗਿਆ ਹੁੰਦਾ ਪਿੰਡ ਦੇ ਉਹਦੇ ਤਹਿਸੀਲ ਦੇ ਵਿੱਚ ਕਿੰਨੇ ਜ਼ਗੀਰਦਾਰ ਨੇ, ਕਿਸ ਜ਼ਗੀਰਦਾਰ ਨੂੰ ਕਿਸ ਪਿੰਡ ਦਾ ਜਿਹੜਾ ਲੈਂਡ ਰੈਵਨਿਊ ਹੈ ਅਸਾਈਨ ਕੀਤਾ ਗਿਆ, ਉਹਦੇ ਮੁਤਾਬਕ ਜਿਹੜੀ ਪੇਮੈਂਟ ਸੀ ਜ਼ਗੀਰਦਾਰ ਨੂੰ ਦਿੱਤੀ ਜਾਂਦੀ ਸੀਗੀ। ਇਹ ਜ਼ਗੀਰਦਾਰੀ ਕਿਉਂ ਬਣੀ, ਕਿਸ ਤਰ੍ਹਾਂ ਬਣੀ, ਇਹਦਾ ਮੇਨ ਮਕਸਦ ਕੀ ਸੀਗਾ, ਕੀ ਰੀਜ਼ਨ ਸੀਗੇ, ਮੈਂ ਆਪਾਂ ਗੱਲ ਕਰ ਚੁੱਕੇ ਹਾਂ ਵੀ ਸਰਕਾਰ ਨੂੰ ਹੈਲਪ ਕਰਨ ਦੀ ਖਾਤਰ, ਹਰ ਪੱਖੋਂ ਸਰਕਾਰ ਨੂੰ ਹੈਲਪ ਕਰਨ ਦੀ ਖਾਤਰ, ਸਰਕਾਰ ਦੀ ਮਦਦ ਕਰਨ ਦੀ ਖਾਤਰ, ਠੀਕ ਹੈ, ਇਹ ਜਿਹੜੇ ਜ਼ਗੀਰਦਾਰ ਸੀ ਬਣਾਏ ਜਾਂਦੇ ਸੀਗੇ। ਸਪੈਦ ਪੋਸ਼ ਵੀ ਕਹਿੰਦੇ ਸੀਗੇ, ਕਈ ਵਾਰੀ ਕਿਸੇ ਅਲੱਗ-ਅਲੱਗ ਇਲਾਕੇ ਦੇ ਵਿੱਚ ਜਿਹੜੀ ਵਰਡਿੰਗ ਯੂਜ਼ ਕੀਤੀ ਜਾਂਦੀ ਸਫੈਦ ਪੋਸ਼ ਜ਼ਗੀਰਦਾਰ। ਜਿਹੜੀ ਇਹ ਜ਼ਗੀਰਦਾਰੀ ਹੈ ਤੁਸੀਂ ਤੁਹਾਡੀਆਂ ਆਪਣੀ ਜਮ੍ਹਾਂਬੰਦੀਆਂ ਦੇ ਵਿੱਚ ਵੀ ਹਰ ਥਾਂ ਤੇ ਮਤਲਬ ਕਿ ਜਿਹੜੇ ਹੈਗੇ ਕਿਤੇ ਨਾ ਕਿਤੇ ਵਰਡ ਯੂਜ਼ ਹੁੰਦਾ ਹੈਗਾ ਅਖੀਰ ਦੇ ਵਿੱਚ ਮਾਮਲਾ ਜ਼ਗੀਰਦਾਰੀ ਕਿੰਨੀ ਹੈ, ਫਲਾਣਾ ਕਿੰਨੀ ਹੈ, ਹਾਂਜੀ ਉਹ ਜ਼ਗੀਰਦਾਰੀ ਦਿੰਦੀ ਹੈ। ਤੇ ਜ਼ਗੀਰਦਾਰੀ ਇਸੇ ਕਰਕੇ ਦਿੱਤੀ ਜਾਂਦੀ ਸੀਗੀ ਲੋਕਾਂ ਦੇ ਵਿੱਚ ਤਾਂ ਕਿ ਜਿਹੜੇ ਪਿੰਡ ਦੇ ਵਿੱਚ ਜਿਹਨਾਂ ਬੰਦਿਆਂ ਦਾ ਜਿਹੜਾ ਨਾਮ ਚੱਲਦਾ ਸੀਗਾ ਉਹ ਸਰਕਾਰ ਨੂੰ ਸਮੇਂ-ਸਮੇਂ ਤੇ ਹਰ ਤਰ੍ਹਾਂ ਦੀ ਜਿਹੜੀ ਇਨਫੋਰਮੇਸ਼ਨ ਹੈ ਉਹ ਦਿੰਦੇ ਰਹਿਣ। ਉਹਦੇ ਵਿੱਚ ਉਹਨਾਂ ਨੂੰ ਖੁਸ਼ ਕਰਨ ਦੀ ਖਾਤਰ ਹੀ ਸਰਕਾਰ ਵੱਲੋਂ ਉਹਨਾਂ ਨੂੰ ਜ਼ਗੀਰਦਾਰੀ ਦੇ ਰੂਪ ਦੇ ਵਿੱਚ ਪਿੰਡਾਂ ਦਾ ਜਿਹੜਾ ਹੈਗਾ ਸੀ ਮਾਮਲਾ ਦਾ ਕੁਛ ਪਾਰਟ ਦਿੱਤਾ ਜਾਂਦਾ ਸੀ। ਠੀਕ ਹੈ ਜੀ। ਇੱਕ ਦੱਸੋ ਬੜਾ ਜਿਹਾ ਵੀ ਇਸ ਬ੍ਰਿਟਿਸ਼ ਗਵਰਨਮੈਂਟ ਨੇ ਦਿੱਤਾ ਸੀ ਪਹਿਲਾਂ, ਜਿਹੜੇ ਸਾਡੇ ਬਾਅਦ ਦੇ ਵਿੱਚ ਵੀ ਜ਼ਗੀਰਾ ਅਸੀਂ ਵੀ 90 ਦੇ ਵਿੱਚ ਜ਼ਗੀਰਾ ਲੈਂਦੇ ਰਹੇ ਨੰਬਰਦਾਰ, ਉਹ ਤਾਂ ਕਲੈਂਟਰੀ ਅਵਾਰਡ ਹੋਲਡਰ ਸੀ ਜਾਂ ਕਿਸੇ ਦੇ ਜਿੰਨੇ ਮੁੰਡੇ ਹੁੰਦੇ ਸੀ ਸੰਨ ਹੁੰਦੇ ਸੀ ਉਹ ਫੌਜ ਦੇ ਵਿੱਚ ਹੁੰਦੇ ਸੀ, ਉਹਨਾਂ ਨੂੰ ਵੀ ਜ਼ਗੀਰਾ ਕਈ ਵਾਰ ਲੱਗੇ ਜਾਂਦੇ ਸੀ, ਤਿੰਨੇ ਤਾਂ ਤਿੰਨੇ ਫੌਜ ਚ ਉਹਨੂੰ ਵੀ ਜ਼ਗੀਰ ਦੇ ਦਿੰਦੇ ਸੀ। ਅੰਗਰੇਜ਼ਾਂ ਨੇ ਤਾਂ ਇੱਕ ਪਿੱਠੂ ਕਾਇਮ ਕਰਨ ਲਈ ਆਪਣੇ ਇਹਨਾਂ ਨੂੰ ਦਿੱਤਾ ਹੋਊਗਾ, ਪਰ ਜਿਹੜੀਆਂ ਬਾਅਦ ਚ ਆਜ਼ਾਦੀ ਤੋਂ ਬਾਅਦ ਮਿਲੀਆਂ ਉਹ ਕਲੈਕਟਰੀ ਅਵਾਰਡ ਹੋਲਡਰ ਨੂੰ ਵੀ ਸ਼ਾਇਦ ਦੇਖੋ ਉਹ ਇਨਾਮ ਉਹ ਹੋਇਆ ਰਿਵਾਰਡ, ਉਹ ਜ਼ਗੀਰਦਾਰੀ ਨਹੀਂ ਹੈਗੀ, ਦੈਟ ਇਜ਼ ਅ ਰਿਵਾਰਡ ਬਾਈ ਦਾ ਗਵਰਨਮੈਂਟ। ਕਿਸੇ ਨੇ ਕੋਈ ਬਹਾਦਰੀ ਦਾ ਕੰਮ ਕੀਤਾ, ਕਿਸੇ ਫੌਜੀ ਨੇ, ਉਹਨੂੰ ਜ਼ਗੀਰ ਸ਼ਬਦ ਨਹੀਂ ਕਹਾਂਗੇ, ਉਹਨੂੰ ਜ਼ਗੀਰ ਜਿਹੜਾ ਕਲੈਕਟਰੀ ਅਵਾਰਡ ਹੋਲਡਰਸ ਦੇ ਵਿੱਚ ਸਾਈਨਿੰਗ ਸੀਗੇ ਉਹਨਾਂ ਨੂੰ ਜ਼ਗੀਰਦਾਰ ਨਹੀਂ, ਉਹਨੂੰ ਜ਼ਗੀਰਦਾਰ ਨਹੀਂ ਤੁਸੀਂ ਕਹਿ ਸਕਦੇ, ਦੈਟ ਇਜ਼ ਅ ਰਿਵਾਰਡ ਦਿੱਤਾ ਜਾਂਦਾ ਸੀ, ਇਨਾਮ ਦਿੱਤਾ ਜਾਂਦਾ ਸੀ। ਕਿਸੇ ਫੌਜੀ ਨੇ ਕੋਈ ਆਪਣੇ ਦੇਸ਼ ਦੀ ਲੜਾਈ ਦੀ ਖਾਤਰ, ਕਿਸੇ ਫੌਜੀ ਨੇ, ਕਿਸੇ ਫੌਜੀ ਆਫੀਸਰ ਨੇ, ਕਿਸੇ ਮੇਜਰ ਕਰਨਲ ਜਨਰਲ, ਕਿਸੇ ਨੇ ਵੀ, ਕੈਪਟਨ ਕੋਈ ਵੀ ਹੋ ਸਕਦਾ ਹੈ, ਹੌਲਦਾਰ ਹੋ ਸਕਦਾ ਹੈ, ਠੀਕ ਹੈ, ਕਿਸੇ ਨੇ ਆਪਣੀ ਦੇਸ਼ ਦੀ ਲੜਾਈ ਦੀ ਖਾਤਰ ਕਿਸੇ ਕੋਈ ਬਹਾਦਰੀ ਦਾ ਕੰਮ ਕੀਤਾ ਹੋਵੇ ਤਾਂ ਸਰਕਾਰ ਵੱਲੋਂ ਉਸਨੂੰ ਰਿਵਾਰਡ ਦੇ ਰੂਪ ਦੇ ਵਿੱਚ ਕੁਝ ਪਿੰਡਾਂ ਦਾ ਜਿਹੜਾ ਮਾਮਲਾ ਸੀਗਾ ਉਹ ਅਸਾਈਨ ਕੀਤਾ ਜਾਂਦਾ ਸੀਗਾ। ਮਾਮਲਾ ਵੀ ਦੇ ਦਿੰਦੇ ਸੀ, ਜ਼ਮੀਨ ਵੀ ਦੇ ਦਿੰਦੇ ਸੀਗੇ, ਜ਼ਮੀਨ ਵੀ ਦਿੱਤੀ ਜਾਂਦੀ ਸੀ, ਉਹਨੂੰ ਜ਼ਮੀਨ ਵੀ ਦਿੱਤੀ ਜਾਂਦੀ ਸੀ। ਆਪਾਂ ਇੱਥੇ ਆਪਾਂ ਮੇਨ ਗੱਲ ਕਰ ਰਹੇ ਹਾਂ ਲੈਂਡ ਰੈਵਨਿਊ ਦੀ, ਜ਼ਗੀਰ ਦੇ ਰੂਪ ਦੇ ਵਿੱਚ ਉਹਨੂੰ ਰਿਵਾਰਡ ਦੇ ਰੂਪ ਦੇ ਵਿੱਚ, ਠੀਕ ਹੈ, ਕਮਿਸ਼ਨਰ ਕੋਲੇ ਆਰਡਰ ਭੇਜਿਆ ਜਾਂਦਾ ਸੀਗਾ ਗਵਰਨਮੈਂਟ ਵੱਲੋਂ, ਕਮਿਸ਼ਨਰ ਕੋਲੇ, ਕਮਿਸ਼ਨਰ ਫਿਰ ਕੰਸਰਨ ਡਿਸਟ੍ਰਿਕਟਾਂ ਨੂੰ ਪੁੱਛਦਾ ਸੀਗਾ ਵੀ ਕਿਹੜੇ ਜ਼ਿਲ੍ਹੇ ਦੀ ਸਟੇਟ ਗਵਰਨਮੈਂਟ ਦੀ ਜ਼ਮੀਨ ਪਈ ਹੈਗੀ ਹੈ ਤਾਂ ਕਿ ਕਿਸੇ ਰਿਵਾਰਡੀ ਨੂੰ ਦਿੱਤੀ ਜਾ ਸਕਦੀ ਹੋਵੇ। ਇੱਦਾਂ ਦੇ ਬਹੁਤ ਸਾਰੇ ਪੇਜ, ਬਹੁਤ ਸਾਰੀਆਂ ਫਾਈਲਾਂ ਜੇ ਘੁੰਮਦੀਆਂ ਫਿਰਦੀਆਂ ਹੈਗੀਆਂ ਨੇ, ਕਈ ਥਾਂ 'ਤੇ ਤਾਂ ਇਹ ਜ਼ਮੀਨਾਂ ਜਿਹੜੀਆਂ ਹੈਗੀਆਂ ਇੱਦਾਂ ਰਿਵਾਰਡ ਦੇ ਰੂਪ 'ਚ ਜ਼ਮੀਨਾਂ ਕਈਆਂ ਨੂੰ ਅਲਾਟ ਹੋ ਚੁੱਕੀਆਂ ਨੇ, ਕਈ ਥਾਂ 'ਤੇ ਅਲਾਟ ਹੋਈਆਂ ਵੀ ਨਹੀਂ ਹੈਗੀਆਂ, ਠੀਕ ਹੈ। ਇੱਦਾਂ ਦੇ ਕਈ ਜਿਹੜੇ ਕਲੇਮ ਹੈਗੇ ਲੋਕਾਂ ਦੇ ਪਏ ਹੈਗੇ, ਪੈਂਡਿੰਗ ਵੀ ਪਏ ਨੇ, ਹੋ ਵੀ ਚੁੱਕੇ ਨੇ, ਉਹ ਜ਼ਮੀਨ ਵੀ ਦਿੱਤੀ ਜਾਂਦੀ ਸੀ। ਫਿਰ ਪਿੰਡਾਂ ਦਾ ਜਿਹੜਾ ਮਾਮਲਾ ਸੀਗਾ ਲੈਂਡ ਰੈਵਨਿਊ ਵੀ ਰਿਵਾਰਡ ਦੇ ਰੂਪ ਦੇ ਵਿੱਚ ਅਸਾਈਨ ਕੀਤਾ ਜਾਂਦਾ ਸੀਗਾ ਕੁਛ ਬਹਾਦਰੀ ਦੇ ਕੰਮ ਕਰਨ ਵਾਲੇ ਵਿਅਕਤੀਆਂ ਨੂੰ, ਜਾਂ ਕਿਸੇ ਨੇ ਕੋਈ ਵੀ ਸਰਕਾਰ ਨੂੰ ਲੱਗਦਾ ਵੀ ਇਹਨੂੰ ਅਸੀਂ ਇਨਾਮ ਦੇਣਾ ਹੈ, ਇਨਾਮ ਕਿਸ ਕਾਰਨ ਦੇਣਾ ਹੈ, ਕੋਈ ਵੀ ਕਾਰਨ ਹੋ ਸਕਦਾ ਹੈ, ਠੀਕ ਹੈ, ਉਸ ਇਨਾਮ ਦੇ ਵਿੱਚੋਂ ਕੁਛ ਪਿੰਡ ਦਾ ਜਿਹੜਾ ਲੈਂਡ ਰੈਵਨਿਊ ਸੀਗਾ ਉਸ ਵਿਅਕਤੀ ਦੇ ਨਾਮ ਤੇ ਅਸਾਈਨ ਕੀਤਾ ਜਾਂਦਾ ਸੀਗਾ। ਠੀਕ ਹੈ ਜੀ। ਥੈਂਕ ਯੂ ਸਰ। ਹਾਂ, ਅੱਗੇ ਅਸੀਂ ਪੜਾਂਗੇ ਜੀ ਲੀਗਲ ਪ੍ਰੈਕਟੀਸ਼ਨਰ। देखो लीगल प्रैक्टिशनर एक्ट 1879 हाँ 1879 का लीगल प्रैक्टिशनर एक्ट बनया हुआ हैगा। उस एक्ट के तहत ਜਿਹੜਾ ਵੀ ਕੋਈ ਵਿਅਕਤੀ ਕਿਸੇ ਹੋਰ ਦੇ ਬਿਹਾਫ ਦੇ ਉੱਪਰ, ਜਿਵੇਂ ਵਕੀਲ, ਠੀਕ ਹੈ, ਜਾਂ ਕੋਈ ਹੋਰ ਵਿਅਕਤੀ ਕਿਸੇ ਦੇ ਬਿਹਾਫ ਦੇ ਉੱਪਰ ਕਿਸੇ ਕੇਸ ਦੀ ਪੈਰਵਾਈ ਕਿਸੇ ਕੋਰਟ ਜਾ ਕੇ ਕਰ ਸਕਦਾ ਹੈ, ਠੀਕ ਹੈ, ਉਹਨੂੰ ਅਸੀਂ ਲੀਗਲ ਪ੍ਰੈਕਟੀਸ਼ਨਰ ਕਹਿੰਦੇ ਹਾਂ। Legal practitioner means any legal practitioner within the
मीनिंग ऑफ द लीगल प्रैक्टिशन एक्ट 1879 एक्सेप्ट ए मुख्तियार। ये कहना मुख्तियार ਨੂੰ ਤੁਸੀਂ ਲੀਗਲ ਪ੍ਰੈਕਟਿਸ਼ਨਰ ਨਹੀਂ ਕਹਿ ਸਕਦੇ। ਮੁਖਤਿਆਰ ਤਾਂ ਦੇਖੋ ਬਹੁਤ ਫਰਕ ਹੈਗਾ। ਮੁਖਤਿਆਰ ਹੁੰਦਾ ਹੋਲਡਿੰਗ ਆਫ ਪਾਵਰ ਆਫ ਅਟਾਰਨੀ, ਕਿਸੇ ਵਿਅਕਤੀ ਕੋਲੇ ਕਿਸੇ ਵਿਅਕਤੀ ਦੀ ਪਾਵਰ ਅਟਾਰਨੀ ਹੋ ਸਕਦੀ ਹੈ, ਦੈਟ ਇਜ਼ ਉਹਨੂੰ ਅਸੀਂ ਮੁਖਤਿਆਰ ਕਹਿੰਦੇ ਆ। ਠੀਕ ਹੈ, ਉਹ ਐਜ਼ ਏ ਉਹ ਬੰਦੇ ਦੇ ਬਿਹਾਫ ਤੇ ਕੰਮ ਕਰਦਾ ਹੈ, ਉਹਦੇ ਕੋਲੇ ਲੀਗਲ ਪ੍ਰੈਕਟਿਸ ਦੀਆਂ ਪਾਵਰਾਂ ਨਹੀਂ ਹੁੰਦੀਆਂ। ਉਹ ਬੰਦੇ ਦੇ ਬਿਹਾਫ ਤੇ ਵੀ ਬੰਦਾ ਆਪ ਨਹੀਂ ਆ ਸਕਦਾ, ਉਹਦੇ ਕੋਲੇ ਪਾਵਰਾਂ ਉਹਦੀਆਂ ਪਾਵਰਾਂ ਹੈਗੀਆਂ, ਉਹਦੀਆਂ ਪਾਵਰਾਂ ਹੀ ਯੂਜ਼ ਕਰ ਰਿਹਾ ਹੁੰਦਾ ਉਹ, ਪਰ ਉਸ ਨੂੰ ਅਸੀਂ ਲੀਗਲ ਪ੍ਰੈਕਟੀਸ਼ਨਰ ਨਹੀਂ ਕਹਿ ਸਕਦੇ ਮੁਖਤਿਆਰ ਨੂੰ। ਇਹ ਇਦਾਂ ਦਾ ਕੁਐਸਚਨ ਵੀ ਕੀ ਆ ਜਾਂਦਾ ਵੀ ਕੀ ਤੁਸੀਂ ਕਿਸੇ ਮੁਖਤਿਆਰ ਨੂੰ, ਕਿਸੇ ਵਿਅਕਤੀ ਨੇ ਕਿਸੇ ਨੂੰ ਪਾਵਰ ਅਟਾਰਨੀ ਦਿੱਤੀ ਹੈ, ਚਾਹੇ ਉਹ ਪਾਵਰ ਅਟਾਰਨੀ ਸਪੈਸ਼ਲ ਹੈ, ਚਾਹੇ ਉਹ ਪਰਟੀਕੂਲਰ ਖਾਸ ਹੈਗੀ ਹੈ, ਕੀ ਤੁਸੀਂ ਉਸ ਨੂੰ ਮੁਖਤਿਆਰ, ਉਸ ਨੂੰ ਲੀਗਲ ਪ੍ਰੈਕਟੀਸ਼ਨਰ ਕਹਿ ਪਾਓਗੇ? ਨਹੀਂ। ਲੀਗਲ ਪ੍ਰੈਕਟੀਸ਼ਨਰ ਓਨਲੀ ਅੰਡਰ ਦਾ ਐਕਟ ਔਰ ਲੀਗਲ ਪ੍ਰੈਕਟੀਸ਼ਨਰ ਐਕਟ 1879 ਦੇ ਤਹਿਤ ਜਿਹਦੇ ਕੋਲੇ ਕੋਈ ਪਾਵਰ ਹੈਗੀ ਹੈ ਕਿਸੇ ਵਿਅਕਤੀ ਦੂਜੇ ਦੇ ਨਾਂ ਤੇ, ਦੂਜੇ ਦੇ ਬਿਹਾਫ ਤੇ ਜਾ ਕੇ ਕਿਸੇ ਕੋਰਟ ਦੇ ਵਿੱਚ ਉਹਦਾ ਪੱਖ ਪੇਸ਼ ਕਰਨ ਦੀ ਜਿਹਦੇ ਕੋਲ ਪਾਵਰ ਹੈਗੀ, ਉਹਨੂੰ ਅਸੀਂ ਲੀਗਲ ਪ੍ਰੈਕਟਿਸ ਕਹਿ ਸਕਦੇ ਹਾਂ। then ਹੈਗਾ ਜੀ 17 सबसेक्शन 17 ਚ ਕੀ ਹੈ? ਐਗਰੀਕਲਚਰ ਈਅਰ ਹੈ। ਆਪਾਂ ਪੜ੍ਹ ਚੁੱਕੇ ਹਾਂ ਸਾਰੇ। ਲੀਗਲ ਪ੍ਰੈਕਟਿਸ਼ਨਰ ਦਾ ਕੁਐਸਚਨ ਆ ਜਾਂਦਾ ਹੈ ਜੀ, ਆਂਦਾ ਜੀ। ਹਾਂ, ਇਹ ਇੰਨੀ ਲਿਖਾਂਗੇ ਜੀ, ਇੰਨੀ ਲਿਖਾਂਗੇ। ਲੀਗਲ ਪ੍ਰੈਕਟਿਸ ਤੇ ਤੁਹਾਨੂੰ 2 ਨੰਬਰ ਤੋਂ ਵੱਧ ਕੁਐਸਚਨ ਨਹੀਂ ਆਏਗਾ ਕਦੀ ਵੀ। ਹਾਂ, 2 ਨੰਬਰ ਤੋਂ ਵੱਧ ਕੁਐਸਚਨ ਨਹੀਂ ਕਦੀ ਆਏਗਾ। ਇਹ ਸੈਕਸ਼ਨ ਦਾ ਐਕਟ ਦਾ ਹਵਾਲਾ ਜ਼ਰੂਰ ਦੇਣਾ ਹੈ। ਲੀਗਲ ਪ੍ਰੈਕਟੀਸ਼ਨਰ ਐਕਟ 1879 ਦਾ ਹਵਾਲਾ ਦੇਣਾ ਹੈ ਵੀ ਉਸ ਐਕਟ ਦੇ ਤਹਿਤ ਜਿਸ ਵਿਅਕਤੀ ਕੋਲੇ ਕਿਸੇ ਹੋਰ ਦੇ ਬਿਹਾਫ ਦੇ ਉੱਪਰ ਕਿਸੇ ਵੀ ਕੋਰਟ 'ਚ ਜਾ ਕੇ ਕੇਸ ਦੀ ਪੈਰਵਾਈ ਕਰਨੀ ਹੈ, ਜਿਹੜੀਆਂ ਅਧਿਕਾਰ ਹੁੰਦੇ ਨੇ, ਉਸ ਵਿਅਕਤੀ ਨੂੰ ਅਸੀਂ ਲੀਗਲ ਪ੍ਰੈਕਟੀਸ਼ਨਰ ਕਹਿ ਸਕਦੇ ਹਾਂ। ਮੁਖਤਿਆਰ ਨੂੰ ਅਸੀਂ ਲੀਗਲ ਪ੍ਰੈਕਟੀਸ਼ਨਰ ਨਹੀਂ ਕਹਿ ਸਕਦੇ। ਐਗਰੀਕਲਚਰ ਈਅਰ ਆਪਾਂ ਸਾਰਿਆਂ ਨੂੰ ਪਤਾ ਹੀ ਹੈ 16 ਜੂਨ ਤੋਂ ਸ਼ੁਰੂ ਹੁੰਦਾ ਹੈ। ਖੇਤੀਬਾੜੀ ਦਾ ਜਿਹੜਾ ਸਾਲ ਹੈਗਾ, ਕਿਉਂਕਿ ਸੋਨੇ ਦੀ ਜਿਹੜੀ ਫਸਲ ਹੁੰਦੀ ਸਟਾਰਟ ਹੁੰਦੀ ਹੈ, ਜਦੋਂ ਵੀ ਕੋਈ ਬੰਦਾ ਆਪਣੀ ਜ਼ਮੀਨ ਕਿਸੇ ਨੂੰ ਠੇਕੇ ਦੇ ਦਿੰਦਾ ਹੈ ਤਾਂ ਜ਼ਿਆਦਾਤਰ 2 ਫਸਲਾਂ ਦੇ ਲਈ ਦਿੰਦਾ, 1 ਸਾਲ ਦੇ ਲਈ ਦਿੰਦਾ, ਸੌਣੀ ਤੇ ਹਾੜੀ। ਸੌਣੀ ਤੋਂ ਸਟਾਰਟ ਹੁੰਦੀ ਹੈ, ਹਾੜੀ ਦੇ ਅੱਗੇ ਜਿਹੜਾ ਹੈਗਾ ਖਤਮ ਹੋ ਜਾਂਦਾ ਐਗਰੀਕਲਚਰ ਈਅਰ। ਠੀਕ ਹੈ ਜੀ, 15 ਜੂਨ ਨੂੰ ਖਤਮ ਹੋ ਜਾਂਦਾ ਹੈ, 16 ਜੂਨ ਤੋਂ ਸਟਾਰਟ ਹੁੰਦਾ। ਨੈਕਸਟ ਹੈਗਾ ਜੀ ਨੋਟੀਫਿਕੇਸ਼ਨ। ਨੋਟੀਫਿਕੇਸ਼ਨ ਸਰਕਾਰ ਜਦੋਂ ਵੀ ਕੋਈ ਜੱਜ ਦੇ ਵਿੱਚ ਕੋਈ ਨੋਟੀਫਿਕੇਸ਼ਨ ਜਾਰੀ ਕਰਦੀ ਹੈ, ਕਿਸੇ ਵੀ ਐਕਟ ਨੂੰ ਲੈ ਕੇ ਕਰਦੀ ਹੈ, ਕਿਸੇ ਰੂਲ ਨੂੰ ਲੈ ਕੇ ਕਰਦੀ ਹੈ, ਉਸ ਨੂੰ ਅਸੀਂ ਸਰਕਾਰ ਦਾ ਜਿਹੜਾ ਗਜ਼ਟ ਨੋਟੀਫਿਕੇਸ਼ਨ ਕਹਿੰਦੇ ਆ। ਦੈਨ ਹੈਗਾ ਜੀ ਇੰਪਰੂਵਮੈਂਟਸ, ਵੈਰੀ ਇੰਪੋਰਟੈਂਟ ਹੈ ਜਿਹੜਾ ਇਹ ਸਬਸੈਕਸ਼ਨ 19 ਇੰਪਰੂਵਮੈਂਟਸ। ਇੰਪਰੂਵਮੈਂਟਸ ਕੀ ਹੁੰਦੀਆਂ ਨੇ? ਦੇਖੋ ਆਪਾਂ ਪੜ੍ਹ ਰਹੇ ਹਾਂ ਟੈਨੈਂਸੀ ਐਕਟ। ਠੀਕ ਹੈ, ਟੈਨੈਂਸੀ ਐਕਟ ਦੇ ਵਿੱਚ ਇੰਪਰੂਵਮੈਂਟ ਦਾ ਜਿਹੜਾ ਵਰਡ ਹੈਗਾ ਇਹ ਬਹੁਤ ਇੰਪੋਰਟੈਂਟ ਹੈ। ਇਹਦੇ ਤੇ ਬਹੁਤ ਸਾਰੇ ਜਿਹੜੇ ਸੂਟ ਫਾਈਲ ਹੁੰਦੇ ਨੇ। ਟੈਨੈਂਟ ਵੀ ਡਿਫੈਂਸ ਲੈਂਦਾ ਹੈ ਆਪਣਾ ਇੰਪਰੂਵਮੈਂਟਸ ਨੂੰ ਲੈ ਕੇ, ਓਨਰ ਵੀ ਡਿਫੈਂਸ ਲੈ ਸਕਦਾ ਹੈਗਾ, ਕਿਰਾਇਆ ਵਧਾਉਣ ਦੀ ਗੱਲ ਕਰ ਸਕਦਾ ਹੈ ਇੰਪਰੂਵਮੈਂਟ ਨੂੰ ਲੈ ਕੇ। ਰਿਜੈਕਟਮੈਂਟ ਦਾ ਕੋਈ ਡਿਗਰੀ ਕੋਈ ਪਾਸ ਹੋਈ ਹੁੰਦੀ ਹੈ ਮਾਲਕ ਦੇ ਹੱਕ ਦੇ ਵਿੱਚ, ਡਿਗਰੀ ਹੋਲਡਰ ਦੇ ਹੱਕ ਦੇ ਵਿੱਚ ਟੈਨੈਂਟ ਦੇ ਖਿਲਾਫ ਕੋਈ ਡਿਗਰੀ ਪਾਸ ਹੋਈ ਹੁੰਦੀ ਹੈ, ਉਸ ਵੇਲੇ ਡਿਗਰੀ ਨੂੰ ਐਗਜੀਕਿਊਸ਼ਨ ਕਰਨੀ ਹੈ ਕਿਸੇ ਆਫੀਸਰ ਨੇ। ਠੀਕ ਹੈ, ਕਬਜ਼ਾ ਦਿਵਾਉਣਾ ਕਿਸੇ ਆਫੀਸਰ ਨੇ ਡਿਗਰੀ ਦੇ ਮੁਤਾਬਕ, ਕਿਸੇ ਵੀ ਟੈਨੈਂਟ ਤੋਂ ਕਬਜ਼ਾ ਲੈ ਕੇ ਮਾਲਕ ਨੂੰ ਦੇਣਾ ਹੈ। ਮਤਲਬ ਹੈ ਕਿਸੇ ਲੈਂਡ ਓਨਰ ਨੇ ਕਿਸੇ ਟੈਨੈਂਟ ਨੂੰ ਆਪਣੀ ਕੋਈ ਟੈਨੈਂਸੀ ਹੈ ਜਿਹੜੀ ਜਦੋਂ ਦਿੱਤੀ ਵੀ ਹੈ ਕਿਰਾਏ ਦੇ ਉੱਪਰ, ਉਹ ਟੈਨੈਂਸੀ ਦੇ ਵਿੱਚ ਜਿਹੜਾ ਟੈਨੈਂਟ ਹੈਗਾ ਉਹਦੇ ਵੱਲੋਂ ਸਮੇਂ-ਸਮੇਂ ਤੇ ਜਿਹੜੀਆਂ ਉਹਦੇ ਟਰਮਸ ਐਂਡ ਕੰਡੀਸ਼ਨਸ ਹੋਈਆਂ ਨੇ ਉਹਨਾਂ ਨੂੰ ਤੋੜ ਕੇ ਨਹੀਂ, ਉਹਨਾਂ ਦੇ ਵਿੱਚ ਰਹਿ ਕੇ ਕੰਸਿਸਟੈਂਟ ਵਿਦ ਦ ਪ੍ਰੋਵੀਜ਼ਨਸ ਆਫ ਦਾ ਐਗਰੀਮੈਂਟ। ਮਤਲਬ ਐਗਰੀਮੈਂਟ ਜਿਹੜਾ ਕੀਤਾ ਗਿਆ ਸੀਗਾ ਉਹਦੇ ਤੋਂ ਉਲਟ ਜਾ ਕੇ ਨਹੀਂ, ਉਹਦੇ ਵਿੱਚ ਰਹਿ ਕੇ ਕੋਈ ਇੰਪਰੂਵਮੈਂਟਸ, ਉਹਦੀ ਇਨਕਰੀਜ਼ਿੰਗ ਵੈਲਿਊ ਵਧਾਈ ਜਾਂਦੀ ਹੈ ਪ੍ਰੋਪਰਟੀ ਦੀ, ਪ੍ਰੋਪਰਟੀ ਦੀ ਵੈਲਿਊ ਵਧਾਈ ਜਾਂਦੀ ਹੈ। ਠੀਕ ਹੈ, ਵੈਲਿਊ ਕਿਸ ਤਰ੍ਹਾਂ ਦੀ ਹੋ ਸਕਦੀ ਹੈ, ਕਿਵੇਂ ਵਧਾਈ ਜਾ ਸਕਦੀ ਹੈ? ਜ਼ਮੀਨ ਪੱਧਰ ਕੀਤੀ ਜਾ ਸਕਦੀ ਹੈ, ਘਰਾ ਮਾਰਿਆ ਜਾ ਸਕਦਾ ਹੈ, ਬਾਉਂਡਰੀ ਵਾਲ ਕਰੀ ਜਾ ਸਕਦੀ ਹੈ, ਉਹਦੇ ਵਿੱਚ ਡਰੇਨੇਜ ਪਾਣੀ ਜਿਹੜੀ ਉਹਦਾ ਮੀਂਹ ਦਾ ਪਾਣੀ ਹੁੰਦਾ ਹੈ, ਠੀਕ ਹੈ, ਉਹਨੂੰ ਬਚਾਅ ਦੇ ਲਈ ਬੰਨੇ ਵੀ ਮਾਰੇ ਜਾ ਸਕਦੇ ਨੇ, ਜਾਂ ਸਟੋਰੇਜ ਪਾਣੀ ਦੀ ਜਿਹੜੀ ਸਪਲਾਈ ਹੈਗੀ ਹੈ ਉਹਦੀ ਜਿਹੜੀ ਸਟੋਰੇਜ ਦੇ ਲਈ, ਪਾਣੀ ਦੀ ਸਟੋਰੇਜ ਲਈ, ਬਾਰਿਸ਼ ਦੇ ਪਾਣੀ ਨੂੰ ਇਕੱਠਾ ਕਰਨ ਦੀ ਖਾਤਰ ਵੀ ਕੋਈ ਟੈਂਕ ਬਣਾਏ ਜਾ ਸਕਦੇ ਨੇ, ਖਾਲ ਵੀ ਬਣਾਏ ਜਾ ਸਕਦੇ ਨੇ। ਠੀਕ ਹੈ, ਇੱਦਾਂ ਦੀਆਂ ਜਿਹੜੀਆਂ ਇੰਪਰੂਵਮੈਂਟਸ ਹੁੰਦੀਆਂ ਨੇ, ਮਤਲਬ ਕਹਿਣ ਦਾ ਭਾਵ ਇਹ ਹੈ ਵੀ ਜਦੋਂ ਜ਼ਮੀਨ ਦੀ ਵੈਲਿਊ ਨੂੰ ਵਧਾਇਆ ਜਾਵੇ ਟੈਨੈਂਟ ਵੱਲੋਂ ਤਾਂ ਉਹਨੂੰ ਅਸੀਂ ਉਹਦੀਆਂ ਇੰਪਰੂਵਮੈਂਟਸ ਕਹਿ ਦਿੰਦੇ ਹਾਂ। ਮੀਨਸ ਦਾ ਰੈਫਰੈਂਸ ਆਫ ਅ ਟੈਨੈਂਸੀ ਐਨੀ ਵਰਕ ਵਿਚ ਇਜ਼ ਸੂਟੇਬਲ ਟੂ ਦਾ ਟੈਨੈਂਸੀ and consistent with the conditions
मैं ਉਹੀ ਗੱਲ ਕਰਦਾ ਵੀ ਜਿਹੜੀ ਸੂਟੇਬਲ ਹੋਵੇ, ਐਵੇਂ ਨਾ ਹੋਵੇ ਮਤਲਬ ਕਿ ਕੋਈ ਹੋਰੇ ਬੇਕਾਰ ਦੇ ਕੰਮ ਕਰ ਦਿੱਤੇ ਹੋਣ, ਪਰ ਵੈਲਿਊ ਤਾਂ ਹੀ ਵਧੇਗੀ ਜੇ ਕੋਈ ਸੂਟੇਬਲ ਕੰਮ ਕੀਤੇ ਜਾਣਗੇ। ਤੇ ਕੰਸਿਸਟੈਂਟ ਵਿਦ ਦ ਕੰਡੀਸ਼ਨਸ ਆਫ ਦਾ, ਜਿਹੜੀ ਵੀ ਉਸਨੇ ਆਪਸ ਦੇ ਵਿੱਚ ਤੈਅ ਹੋਈਆਂ ਨੇ, ਸ਼ਰਤਾਂ ਤੈਅ ਹੋਈਆਂ ਨੇ, ਉਹਨਾਂ ਦੇ ਅੰਦਰ ਰਹਿ ਕੇ ਜਦੋਂ ਕੋਈ ਜ਼ਮੀਨ ਦੀ ਵੈਲਿਊ ਵਧੀ ਜਾਂਦੀ ਹੈ ਕਿਸੇ ਪ੍ਰਾਪਰਟੀ ਦੀ, ਕਿਸੇ ਟੈਨੈਂਸੀ ਦੀ, ਉਹਨੂੰ ਅਸੀਂ ਇੰਪਰੂਵਮੈਂਟ ਕਹਿੰਦੇ ਹਾਂ, ਕਿਰਾਏਦਾਰ ਵੱਲੋਂ ਵਧਾਈ ਜਾ ਸਕਦੀ ਹੈ। ਠੀਕ ਹੈ, ਇਹਦੇ ਚ ਐਕਸਪਲੇਨੇਸ਼ਨ ਤਿੰਨ ਹੈ ਕਿ ਐਕਸਪਲੇਨੇਸ਼ਨ 1 ਦੀ ਗੱਲ ਕਰਦੇ ਹਾਂ, ਇਟ ਇਨਕਲੂਡਸ ਅਮੰਗ ਅਦਰ ਥਿੰਗਸ। ਹੁਣ ਇੰਪਰੂਵਮੈਂਟਸ ਕਹਿੰਦਾ ਵੀ ਕਿਹੜੀਆਂ ਕਿਹੜੀਆਂ ਹੋ ਸਕਦੀਆਂ ਨੇ। ਦੇਖੋ ਨੰਬਰ 1 ਵੈਰੀ ਇੰਪੋਰਟੈਂਟ ਹੈ ਜੀ, ਕੰਸਟਰਕਸ਼ਨ ਆਫ ਵੈਲਸ। ਖੂਹ ਬਣਾਤਾ ਹੋਵੇ ਕਿਸੇ ਨੇ, ਕੰਸਟਰਕਸ਼ਨ ਆਫ ਵੈਲਸ ਐਂਡ ਅਦਰ ਵਰਕਸ ਫॉर ਦਾ ਸਟੋਰੇਜ ਔਰ ਸਪਲਾਈ ਆਫ ਵਾਟਰ। ਪਾਣੀ ਨੂੰ ਸਟੋਰ ਕਰਨ ਦੀ ਖਾਤਰ ਜਾਂ ਪਾਣੀ ਦੀ ਸਪਲਾਈ ਕਰਨ ਦੀ ਖਾਤਰ। ਠੀਕ ਹੈ, ਐਗਰੀਕਲਚਰ ਪਰਪਸ ਦੇ ਲਈ ਖੂਹ ਬਣਾਇਆ ਗਿਆ ਹੋਵੇ ਜਾਂ ਕੋਈ ਖਾਲ ਵਗੈਰਾ ਬਣਾਏ ਗਏ ਹੋਣ, ਸਟੋਰ ਕਰਨ ਦੇ ਲਈ ਟੈਂਕ ਬਣਾਏ ਗਏ ਹੋਣ ਜਾਂ ਸਪਲਾਈ ਦੇ ਲਈ ਖਾਲ ਬਣਾਏ ਗਏ ਹੋਣ, that is called improvement. Clause A. Clause B 'ਚ ਕੀ ਹੈ ਜੀ, the construction of works for drainage. drainage ਦੇ ਪਰਪਸ ਲਈ ਕੋਈ ਕੰਸਟਰਕਸ਼ਨ ਕਰਾਈ ਗਈ ਹੋਵੇ and the protection against floods. ਫਲੱਡਾਂ ਤੋਂ ਰੋਕਣ ਦੀ ਖਾਤਰ ਬੰਨ ਬਣਾਏ ਗਏ ਹੋਣ ਉਸ ਜ਼ਮੀਨ ਦੇ ਆਲੇ ਦੁਆਲੇ, ਕੋਈ ਫਲੱਡ ਜ਼ਮੀਨ ਪੈਂਦੀ ਹੋਵੇ, ਕਿਸੇ ਪਾਣੀ ਦਾ ਵਹਾਅ ਆਉਂਦਾ ਹੋਵੇ, ਉਸ ਜ਼ਮੀਨ 'ਚ ਵੜ ਕੇ ਖੇਤ ਨੂੰ ਖਰਾਬ ਕਰਦਾ ਹੋਵੇ, ਉਸ ਤੋਂ ਬਚਾਓ ਦੀ ਖਾਤਰ ਉਸਨੇ ਕੋਈ ਬੰਨ ਮਰਵਾਤੇ ਹੋਣ ਚਾਰੇ ਪਾਸੇ ਜ਼ਮੀਨ ਦੇ, ਤਾਂ ਕਿ ਜਿਹੜੀ ਹੈਗੀ ਹੈ ਡਰੇਨ, ਜਿਹੜਾ ਪਾਣੀ ਹੈਗਾ ਫਲੱਡ ਦਾ, ਠੀਕ ਹੈ, ਉਹ ਜ਼ਮੀਨ ਨੂੰ ਤੋਂ ਉਹਦੀ ਸੁਰੱਖਿਆ ਕੀਤੀ ਜਾ ਸਕਦੀ ਹੋਵੇ। ਜਾਂ ਪਾਣੀ ਨੂੰ ਨਿਕਲਣ ਵਾਸਤੇ ਡਰੇਨੇਜ ਸਿਸਟਮ ਕੋਈ ਬਣਾਤਾ ਹੋਵੇ ਵੀ ਬਾਰਿਸ਼ ਦਾ ਪਾਣੀ ਜਿਹੜਾ ਖੜੇ ਨਾ ਉਹ ਨਿਕਲ ਜਾਵੇ ਖੇਤ ਦੇ ਵਿੱਚੋਂ, ਐਸਾ ਕੋਈ ਸਿਸਟਮ ਤਿਆਰ ਕੀਤਾ ਗਿਆ ਹੋਵੇ, ਇਹ ਵੀ ਇੰਪਰੂਵਮੈਂਟ ਦੀ ਪਰਿਭਾਸ਼ਾ 'ਚ ਆਏਗਾ। ਫਿਰ ਕੀ ਹੈ, ਪਲਾਂਟਿੰਗ ਆਫ ਟਰੀਜ਼। ਉਸ ਜਿਹੜੀ ਹੈਗੀ ਹੈ ਟੈਨੈਂਸੀ ਹੈਗੀ ਹੈ, ਉਸ ਟੈਨੈਂਸੀ ਦੇ ਵਿੱਚ ਕੋਈ ਟਰੀਜ਼ ਲਗਵਾਤੇ ਹੋਣ, ਕੋਈ ਫਲਦਾਰ ਬੂਟੇ ਲਗਵਾਤੇ ਹੋਣ ਜਾਂ ਟਰੀਜ਼ ਲਗਵਾਤੇ ਹੋਣ। ਦਾ ਰੈਕਲੇਮਿੰਗ ਮਤਲਬ ਉਹਦੇ ਵਿੱਚ ਬਾੜਾਂ ਹੋਣ ਬਹੁਤ ਜ਼ਿਆਦੀਆਂ, ਝੁੰਡ ਖੜੇ ਹੋਏ ਹੋਣ, ਠੀਕ ਹੈ, ਖੇਤ ਦੇ ਵਿੱਚ ਉਹਦੇ ਝੁੰਡ ਝੰਡ ਸਾਫ਼ ਕਰਵਾਤੇ ਹੋਣ, ਰਿਕਲੇਮ ਕਰ ਦਿੱਤਾ ਹੋਵੇ। ਰੈਕਲੇਮੇਸ਼ਨ ਐਕਟ ਤੁਸੀਂ ਪੜ੍ਹਿਆ ਹੋਊਗਾ ਸ਼ਾਇਦ। ਰੈਕਲੇਮੇਸ਼ਨਸ ਜਿਹੜੇ ਬੰਦੇ ਆਪਣੇ ਜ਼ਿਆਦਾ ਸਰਵਿਸ ਹੋ ਚੁੱਕੀ ਗਈਆਂ ਦੀ ਤੁਸੀਂ ਦੇਖਿਆ ਹੋਵੇਗਾ, ਜਦੋਂ ਜੰਗਲ ਹੋਇਆ ਕਰਦੇ ਸੀਗੇ ਖੇਤਾਂ ਦੇ ਵਿੱਚ, ਬਹੁਤ ਜ਼ਿਆਦਾ ਜ਼ਮੀਨ ਵਾਹਨ 'ਚ ਦਿੱਕਤਾਂ ਆਉਂਦੀਆਂ ਸੀਗੀਆਂ। ਰੈਕਲੇਮੇਸ਼ਨ ਡਿਪਾਰਟਮੈਂਟ ਤਿਆਰ ਕੀਤਾ ਗਿਆ ਸੀ ਗਵਰਨਮੈਂਟ ਵੱਲੋਂ। ਰੈਕਲੇਮੇਸ਼ਨ ਡਿਪਾਰਟਮੈਂਟ ਨੇ ਕੀ ਕੀਤਾ ਸੀਗਾ, ਆਪਣੀਆਂ ਕੰਬਾਈਨਾਂ ਲਾ ਕੇ, ਵੱਡੇ ਮਸ਼ੀਨਾਂ ਲਗਾ ਕੇ ਜਿਹਨੇ ਜ਼ਮੀਨਾਂ ਸੀ ਪੱਧਰ ਕੀਤੀਆਂ ਸੀ, ਸਾਫ਼ ਕੀਤੀਆਂ ਸੀ, ਜੰਗਲ ਤੋੜੇ ਸੀਗੇ। ਫਿਰ ਉਹ ਜਿਹੜੇ ਮਾਲਕਾਂ ਦੇ ਜੰਗਲ ਤੋੜੇ ਸੀ ਉਹਨਾਂ ਦੇ ਲਈ ਰੈਕਲੇਮੇਸ਼ਨ ਦੇ ਤਹਿਤ ਜਿਹਨੇ ਖਤੌਨੀਆਂ ਬਣਾਈਆਂ ਗਈਆਂ ਸੀ ਮਾਲਕਾਂ ਦੀਆਂ, ਖਾਤੇ ਬਣਾ ਕੇ ਉਹਨਾਂ ਦੇ ਕਿਹੜੇ ਨੰਬਰ ਖਸਰਾ ਤੇ ਤਿਆਰ ਕੀਤੇ ਗਏ। ਠੀਕ ਹੈ, ਰੈਕਲੇਮੇਸ਼ਨ ਐਕਟ ਦੇ ਤਹਿਤ ਫਿਰ ਜਿਹੜੀਆਂ ਵਸੂਲੀਆਂ ਸੀਗੀਆਂ ਕਈ ਸਾਲ ਵਸੂਲੀਆਂ ਹੁੰਦੀਆਂ ਰਹੀਆਂ। ਠੀਕ ਹੈ, ਉਹ ਰੈਕਲੇਮੇਸ਼ਨ ਜੰਗਲ ਤੋੜ ਜਿਹਨੂੰ ਆਪਾਂ ਕਹਿ ਦਈਏ, ਬੰਜਰ ਤੋੜ, ਜੰਗਲ ਤੋੜ ਜਿਹਨੂੰ ਕਹਿ ਦਈਏ, ਜੰਗਲ ਤੋੜ ਰੈਕਲੇਮੇਸ਼ਨ। ਠੀਕ ਹੈ, ਕਿਸੇ ਮਾਲਕ ਨੇ ਆਪਦੀ ਟੇਨੈਂਟ ਨੇ ਜੰਗਲ ਤੋੜ ਕੇ ਜ਼ਮੀਨ ਨੂੰ ਪੱਧਰ ਕਰ ਲਿਆ। ਫਿਰ ਹੈਗਾ ਜੀ ਇਨਕਲੋਜ਼ਿੰਗਸ, ਬਾੜਾਂ ਲਗਾਤੀਆਂ ਹੋਣ ਚਾਰੇ ਪਾਸੇ ਖੇਤ ਦੇ ਵਿੱਚ, ਪੈਸਾ ਖਰਚ ਕਰਕੇ ਬਾੜ ਲਗਾਤੀ ਹੋਵੇ ਤਾਂ ਕਿ ਕੋਈ ਜਿਹੜੇ ਬਾਹਰੀ ਜਾਨਵਰ ਹੈਗੇ ਨੇ, ਜੰਗਲੀ ਜਾਨਵਰ ਹੈਗੇ ਨੇ, ਉਹਦੇ ਤੋਂ ਸੁਰੱਖਿਆ ਹੋਵੇ, ਉਹਦੀ ਖੇਤ ਦੀ ਲੈਵਲਿੰਗ ਕਰ ਦਿੱਤੀ ਹੋਵੇ, ਕਰਾਹ ਮਾਰ ਕੇ ਲੈਵਲਿੰਗ ਕਰ ਦਿੱਤੀ ਹੋਵੇ ਐਂਡ ਟ੍ਰੇਸਿੰਗ ਕੀਤੀ ਹੋਵੇ, ਲੈਵਲਿੰਗ ਕਰ ਦਿੱਤੀ ਹੋਵੇ, ਟ੍ਰੇਸਿੰਗ ਕਰਕੇ ਕਰਾਹ ਮਾਰ ਕੇ, ਠੀਕ ਹੈ, ਜ਼ਮੀਨ ਨੂੰ ਪੱਧਰ ਕੀਤਾ ਹੋਵੇ, ਉੱਚੇ ਟਿੱਬੇ ਹੁਣ ਬਰਾਬਰ ਸਾਰੇ ਕਰ ਦਿੱਤੇ ਹੋਣ, ਉਹ ਵੀ ਜਾਣੀ ਕਿ ਇਹਦੇ ਵਿੱਚ ਇੰਪਰੂਵਮੈਂਟ ਚਾਹੁੰਦਾ ਹੈਗਾ ਜੀ। ਲੈਂਡ ਫਾਰ ਦ ਐਗਰੀਕਲਚਰ ਪਰਪਸ ਐਂਡ ਅਦਰ ਵਰਕਸ ਆਫ ਏ ਲਾਈਕ ਨੇਚਰ। ਕੋਈ ਹੋਰ ਤਰ੍ਹਾਂ ਦੀ ਕੋਈ ਡਿਵੈਲਪਮੈਂਟ ਕੀਤੀ ਹੋਵੇ ਜਿਹਦੇ ਨਾਲ ਜ਼ਮੀਨ ਦੀ ਜਿਹੜੀ ਵੈਲਿਊ ਹੈਗੀ ਉਹ ਵਧ ਗਈ ਹੋਵੇ ਤੇ ਇਨਕਰੀਜ਼ਿੰਗ ਹੋ ਗਈ ਹੋਵੇ। ਦੈਨ ਹੈਗਾ ਜੀ clause D 'ਚ ਕੀ ਹੈ ਜੀ, erection of buildings required for more convenient or profitable cultivation of a tenancy। ਕੋਈ ਇੱਦਾਂ ਦੀ ਕੋਈ ਬਿਲਡਿੰਗ, ਕੋਈ ਬਰਾਂਡਾ, ਠੀਕ ਹੈ, ਜਿਹਦੇ ਨਾਲ ਕੀ ਹੈਗਾ ਖੇਤੀਬਾੜੀ ਕਰਨੀ ਸੌਖੀ ਹੋ ਗਈ ਹੋਵੇ, ਖੇਤੀ ਦੇ ਸੰਦ ਰੱਖਣੇ ਸੌਖੇ ਹੋ ਗਏ ਹੋਣ, ਠੀਕ ਹੈ, ਜਿਹਦੀ ਐਗਰੀਕਲਚਰ ਦੇ ਲਈ ਬੈਨੀਫਿਟ ਹੋਇਆ ਹੋਵੇ, ਮਾਲਕ ਦੀ ਜਿਹੜੀ ਜ਼ਮੀਨ ਦੇ ਵਿੱਚ ਵਾਧਾ ਹੋਇਆ ਹੋਵੇ, ਕੋਈ ਬਰਾਂਡਾ ਬਣਾਤਾ ਹੋਵੇ, ਕੋਈ ਕੋਠਾ ਬਣਾਤਾ ਹੋਵੇ, ਕੋਈ ਟਿਊਬਵੈਲ ਦਾ ਕੋਠਾ ਬਣਾਤਾ ਹੋਵੇ, ਠੀਕ ਹੈ ਜੀ, ਕੋਈ ਡੰਗਰਾਂ ਦੇ ਖੜਨ ਦੇ ਲਈ ਖੁਰਲੀਆਂ ਖਾਲੀਆਂ ਵਗੈਰਾ ਬਣਾਈਆਂ ਹੋਈਆਂ ਹੋਣ, ਇੱਦਾਂ ਦੇ ਕੋਈ ਜਿਹੜੇ ਡਿਵੈਲਪਮੈਂਟ ਦੇ ਕੰਮ, ਇਰੈਕਸ਼ਨ ਆਫ ਬਿਲਡਿੰਗਸ, ਕੋਈ ਬਿਲਡਿੰਗਸ ਬਣਾਈਆਂ ਹੋਣ ਜਿਹਦੇ ਨਾਲ ਜਿਹੜੀ ਹੈਗੀ ਹੈ
ਕਨਵੀਨੀਅੰਟ ਹੋ ਗਈ ਹੋਵੇ, ਸੌਖੀ ਹੋ ਗਈ ਹੋਵੇ ਖੇਤੀਬਾੜੀ ਕਰਨੀ ਜਿਹੜੀ ਹੈਗੀ ਹੈ ਸੌਖੀ ਹੋ ਗਈ ਹੋਵੇ। ਫਿਰ ਹੈ ਜੀ ਈ ਕਲੌਜ਼ ਹੈ ਰਿਨਿਊਵਲ ਔਰ ਰੀਕਨਸਟਰਕਸ਼ਨ ਆਫ ਐਨੀ ਆਫ ਦਾ ਫੋਰਗੋਇੰਗ ਵਰਕਸ। ਜਿਹੜੇ ਪਹਿਲਾਂ ਕੰਮ ਚੱਲ ਰਹੇ ਸੀਗੇ ਜਾਂ ਬੰਦ ਪਏ ਸੀਗੇ ਉਹਨੂੰ ਨਵੇਂ ਸਿਰੇ ਤੋਂ ਦੁਬਾਰਾ ਰੀਕਨਸਟਰਕਟ ਕਰ ਦਿੱਤਾ ਹੋਵੇ। ਪੁਰਾਣੇ ਬਣੇ ਹੋਏ ਕੋਈ ਖੇਲਾਂ ਬਣੀਆਂ ਹੋਈਆਂ ਹੋਣ, ਪੁਰਾਣੇ ਖੂਹ ਬਣਿਆ ਹੋਇਆ ਹੋਵੇ ਉਹਦੀ ਰਿਪੇਅਰ ਕਰਵਾ ਦਿੱਤੀ, ਖਾਲ ਬਣੇ ਹੋਏ ਹੋਣ ਪੁਰਾਣੇ, ਠੀਕ ਹੈ, ਕੋਈ ਬਿਲਡਿੰਗ ਬਣੀ ਹੋਈ ਉਹਦੇ ਵਿੱਚ ਉਹਦੀ ਰਿਪੇਅਰ ਕਰਵਾ ਕੇ ਉਹਦੇ 'ਤੇ ਖਰਚ ਕੀਤਾ ਗਿਆ ਹੋਵੇ, ਠੀਕ ਹੈ। ਦਾ ਰਿਨਿਊਵਲ ਔਰ ਰੀਕਨਸਟਰਕਸ਼ਨ ਆਫ ਐਨੀ ਆਫ ਦਾ ਫੋਰਗੋਇੰਗ ਵਰਕਸ ਔਰ ਸੱਚ ਅਲਟਰੇਸ਼ਨਸ ਦੇਅਰ ਇਨ ਔਰ ਐਡੀਸ਼ਨਸ ਦੇਅਰ ਟੂ, ਰਿਪੇਅਰ ਕਰਵਾਈ ਹੋਵੇ ਜਾਂ ਕੋਈ ਹੋਰ ਐਡੀਸ਼ਨ ਕਰ ਦਿੱਤੀ ਹੋਵੇ ਪੁਰਾਣੇ ਕੰਮ ਦੇ ਵਿੱਚ, ਐਜ਼ ਆਰ ਨਾਟ ਆਫ ਦਾ ਨੇਚਰ ਆਫ ਮੀਅਰ ਰਿਪੇਅਰਸ। ਸਿਰਫ ਰਿਪੇਅਰ ਨਹੀਂ ਕਹਿੰਦਾ, ਨਾਲ ਉਹਦੀ ਡਿਵੈਲਪਮੈਂਟ ਵੀ ਹੋਈ ਹੋਵੇ, ਨਾਲ ਕੋਈ ਹੋਰ ਐਕਸਟਰਾ ਕੰਸਟਰਕਸ਼ਨ ਵੀ ਹੋ ਗਈ ਹੋਵੇ ਜਿਹਦੇ ਨਾਲ ਕੀ ਲੱਗਦਾ ਉਹਦੀ ਜਿਹੜੀ ਪ੍ਰਾਪਰਟੀ ਦੀ ਜਿਹੜੀ ਵੈਲਿਊ ਹੈ, ਟੈਨੈਂਸੀ ਦੀ ਜਿਹੜੀ ਵੈਲਿਊ ਹੈ ਉਹ ਵੱਧ ਗਈ ਹੋਵੇ, ਇਨਕਰੀਜ਼ਿੰਗ ਹੋ ਗਈ ਹੋਵੇ ਵੈਲਿਊ ਦੇ ਵਿੱਚ, ਤਾਂ ਕਿ ਹਰ ਬੰਦਾ ਅੱਗੇ ਨੂੰ ਜਿਹੜਾ ਹੈਗਾ ਖੇਤ ਉਹ ਜੇ ਠੇਕੇ ਦੇ ਮਾਲਕ ਨੇ ਦੇਣਾ ਤਾਂ ਲੈਣ ਨੂੰ ਤਿਆਰ ਹੋ ਗਿਆ ਹੋਵੇ, ਠੀਕ ਹੈ। ਇੰਨੀ ਕੁ ਇੰਪਰੂਵਮੈਂਟਸ ਕਰ ਦਿੱਤੀਆਂ ਹੋਣ ਵੀ ਮਾਲਕ ਨੂੰ ਜਿਹੜਾ ਹੈਗਾ ਫਰਦਰ ਕਿਸੇ ਹੋਰ ਨੂੰ ਵੀ ਠੇਕੇ ਦੇ ਦੇਣਾ ਸੌਖਾ ਹੋ ਗਿਆ ਹੋਵੇ। ਇਹ ਇੰਪਰੂਵਮੈਂਟ 'ਚ ਕਹਾਂਗੇ ਜੀ, ਕਹਾਂਗੇ ਜੀ। ਬਟ ਇਟ ਡਜ਼ ਨਾਟ ਇਨਕਲੂਡ ਦਾ ਕਲੀਅਰੈਂਸਸ, ਇੰਬੈਕਮੈਂਟਸ, ਲੈਵਲਿੰਗਸ। ਪਰ ਉਹ ਕਹਿੰਦਾ ਜਿਹੜੇ ਮਾਮੂਲੀ ਕੰਮ ਕੀਤੇ ਹੁੰਦੇ ਨੇ, ਜਿਹੜੇ ਕੋਈ ਨਾਲ ਛੋਟੀਆਂ ਵੱਟਾਂ ਬਣਾਤੀਆਂ ਜਾਂ ਲੈਵਲਿੰਗ ਹਲਕੀ ਫੁਲਕੀ ਕਰ ਦਿੱਤੀ, ਜਿਹਦੇ ਲਈ ਉਹ ਜਿਹੜੇ ਛੋਟੇ ਮੋਟੇ ਕੰਮ ਨੇ ਜਿਨ੍ਹਾਂ ਦੀ ਜਿਹੜੀ ਵੈਲਿਊ ਹੈਗੀ ਜ਼ਿਆਦਾ ਲੰਮੇ ਸਮੇਂ ਤੱਕ ਨਹੀਂ ਚੱਲਦੀ, ਸਿਰਫ ਓਨਲੀ ਫਾਰ ਦਾ ਪਰਪਸ ਆਫ ਦਾ ਟੈਨੈਂਟ, ਜਿੰਨਾ ਕਿ ਟੈਨੈਂਟ ਨੂੰ ਆਪਦੀ ਲੋੜ ਸੀ ਉਹਨੇ ਆਪਦੇ ਮੁਤਾਬਕ ਕਰ ਲਿਆ ਹੈਗਾ, ਉਹ ਇੰਪਰੂਵਮੈਂਟ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ ਹੈਗਾ, ਠੀਕ ਹੈ ਜੀ। ਟੈਂਪਰੇਰੀ ਜਿਹੜੇ ਕੰਮ ਕੀਤੇ ਨੇ, ਟੈਂਪਰੇਰੀ ਵੈਲਸ ਐਂਡ ਵਾਟਰ ਚੈਨਲਸ ਆਰ ਮੇਡ ਬਾਈ ਦਾ ਟੈਨੈਂਟਸ ਇਨ ਦਾ ਆਰਡਨਰੀ ਕੋਰਸ ਆਫ ਕਲਟੀਵੇਸ਼ਨ ਵਿਦਆਊਟ ਐਨੀ ਸਪੈਸ਼ਲ ਐਕਸਪੈਂਡੀਚਰ, ਜਿਹਦੇ 'ਤੇ ਕੋਈ ਸਪੈਸ਼ਲ ਖਰਚ ਨਾ ਹੋਇਆ ਹੋਵੇ। ਜਿਵੇਂ ਹੁਣ ਕੱਚੇ ਖਾਲ ਬਣਾ ਲਏ, ਕੱਚੇ ਖਾਲ ਬਣਾ ਕੇ ਤਾਂ ਪਾਣੀ ਹੁਣ ਖੇਤ ਨੂੰ ਦੇਣਾ ਹੀ ਹੈ ਨਾ ਜੀ ਟੈਨੈਂਟ ਨੇ, ਠੀਕ ਹੈ, ਪਰ ਉਹਦੇ 'ਤੇ ਕੋਈ ਖਰਚਾ ਕੋਈ ਹੋਇਆ ਨਾ ਹੋਵੇ, ਅਤੇ ਉਹਨੂੰ ਅਸੀਂ ਜਿਹੜੀ ਐਕਸਪਲੇਨੇਸ਼ਨ ਹੈਗੀ ਹੈ, ਇਹ ਪ੍ਰੋਵੀਜ਼ੋ ਹੈਗੀ ਹੈ, ਉਹਦੇ ਵਿੱਚ ਕਹਿੰਦੇ ਆ ਵੀ ਉਹ ਜਿਹੜੀ ਹੈਗੀ ਹੈ ਇਨਕਰੀਜ਼ਿੰਗ ਦੀ ਜਿਹੜੀ ਡੈਫੀਨੇਸ਼ਨ ਹੈ, ਇੰਪਰੂਵਮੈਂਟ ਦੀ ਡੈਫੀਨੇਸ਼ਨ ਅਸੀਂ ਨਹੀਂ ਕਰ ਸਕਦੇ ਜਦੋਂ ਤੱਕ ਉਹਦੇ 'ਤੇ ਕੋਈ ਖਰਚਾ ਨਾ ਹੋਇਆ ਹੋਵੇ। ਔਰ ਐਨੀ ਅਦਰ ਬੈਨੀਫਿਟ ਅਕਿਊਰਿੰਗ ਟੂ ਦਾ ਲੈਂਡ ਫਰੋਮ ਦਾ ਆਰਡਨਰੀ ਆਪਰੇਸ਼ਨਸ ਆਫ ਦਾ ਹਸਬੈਂਡਰੀ। ਡੰਗਰਾਂ ਪਸ਼ੂਆਂ ਦੇ ਮਤਲਬ ਕਿ ਬੈਨੀਫਿਟ ਦੇ ਲਈ ਵੀ ਕੋਈ ਮਤਲਬ ਕਿ ਉਸਨੇ ਕੋਈ ਡਿਵੈਲਪਮੈਂਟ ਦਾ ਕੰਮ ਕੀਤਾ ਹੋਵੇ। ਇਸ ਤੋਂ ਇਲਾਵਾ ਹੈਗਾ ਜੀ ਐਕਸਪਲੇਨੇਸ਼ਨ 2 which ਕਹੇਗਾ a work which benefits several tenancies may be deemed, ਮਤਲਬ ਕੋਈ ਕੰਮ ਕੀਤਾ ਗਿਆ ਹੋਵੇ ਉਹ ਇੱਕ ਟੈਨੈਂਸੀ ਦੀ ਜਗ੍ਹਾ ਤੇ 3 ਟੈਨੈਂਸੀਆਂ ਨੂੰ ਬੈਨੀਫਿਟ ਮਿਲਦਾ ਹੋਵੇ, ਉਹ ਵੀ ਇੱਕ ਇੰਪਰੂਵਮੈਂਟ ਦੀ ਪਰਿਭਾਸ਼ਾ 'ਚ ਆਏਗਾ। ਇਸੇ ਤਰ੍ਹਾਂ ਜਿਹੜਾ ਹੈਗਾ ਕੋਈ ਵਰਕ ਐਸਾ ਕੀਤਾ ਹੋਵੇ ਜਿਹੜਾ ਉਸ ਵੈਲਿਊ ਦੀ ਟੈਨੈਂਸੀ ਦੀ ਵੈਲਿਊ ਨੂੰ ਖਤਮ ਕਰ ਦੇਵੇ, ਉਹ ਟੈਨੈਂਸੀ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ ਹੈਗਾ। ਡਿਮਿਸ਼ ਕਰ ਦੇਵੇ, ਵੈਲਿਊ ਖਤਮ ਕਰ ਦੇਵੇ ਟੈਨੈਂਸੀ ਦੀ, ਰੇਟ ਉਲਟਾ ਵਧਾਉਣ ਦੀ ਬਜਾਏ ਉਲਟਾ ਰੇਟ ਘਟਾ ਦੇਵੇ, ਟੈਨੈਂਸੀ ਦੀ ਕੀਮਤ ਜਿਹੜੀ ਘਟਾ ਦੇਵੇ, ਉਹ ਟੈਨੈਂਸੀ ਦੀ ਪਰਿਭਾਸ਼ਾ 'ਚ ਨਹੀਂ ਆਉਂਦਾ, ਠੀਕ ਹੈ ਜੀ। ਇਹਦੇ ਨਾਲ ਜਿਹੜਾ ਹੈਗਾ ਆਪਣਾ ਜਿਹੜਾ 20 ਦੀ ਸਬਸੈਕਸ਼ਨ ਹੈ ਇਹ ਡਿਲੀਟ ਹੋ ਚੁੱਕਿਆ ਹੈ, ਤੇ ਜਿਹੜਾ ਅੱਜ ਦਾ ਲੈਕਚਰ ਹੈ ਆਪਣਾ ਪਾਰਟ 1 ਜਿਹੜਾ ਹੈਗਾ ਇੱਥੇ ਖਤਮ ਹੋ ਜਾਂਦਾ ਹੈ। ਸਰ ਜੀ ਇਹਦੇ ਸੈਕਸ਼ਨ ਹੈ ਕਿ ਰੂਲ ਹੈ ਜੀ? ਕਿਹੜੇ ਜੀ? ਜਿਹੜੀ ਆਪਾਂ ਕਿਤਾਬ ਪੜ੍ਹ ਰਹੇ ਹਾਂ ਜੀ, ਸੈਕਸ਼ਨ ਹੈ ਕਿ ਰੂਲ ਹੈ ਜੀ? ਇਹ ਐਕਟ ਹੈ ਜੀ, ਐਕਟ ਦੇ ਵਿੱਚ ਸੈਕਸ਼ਨ ਹੁੰਦੀਆਂ ਨੇ, ਰੂਲ ਨਹੀਂ ਹੁੰਦੇ। ਓਕੇ। ਇਹ ਲੈਂਡ ਇਹ ਆਪਾਂ ਦੀ ਪੰਜਾਬ ਟੈਨੈਂਸੀ ਐਕਟ ਪੜ੍ਹ ਰਹੇ ਹਾਂ, ਹਾਂਜੀ 1887। ਮਾੜਾ ਗਾਈਡਲਾਈਨ ਦਿਓ ਜੀ। ਇਹ ਪੰਜਾਬ ਟੈਨੈਂਸੀ 1887 ਅਸੀਂ ਪੜ੍ਹ ਰਹੇ ਹਾਂ। ਇਹਦੇ ਵਿੱਚ ਨਾ ਜਿਹੜੀ ਬੁੱਕ ਆ ਸਾਡੇ ਕੋਲ, ਇਹਦੇ ਵਿੱਚ ਪੰਜਾਬ ਟੈਨੈਂਸੀ ਐਕਟ ਦੇ ਨਾਲ ਪੰਜਾਬ ਟੈਨੈਂਸੀ ਰੂਲਸ ਵੀ ਆ, ਪੰਜਾਬ ਆਕੂਪੈਂਸੀ ਟੈਨੈਂਟ ਵੈਸਟਿੰਗ ਪ੍ਰਾਪਰਟੀ ਰਾਈਟ 1953 ਵੀ ਆ, ਐਬਸੋਲੂਟ ਟੈਨੈਂਸੀ ਐਂਡ ਐਗਰੀਕਲਚਰ ਲੈਂਡ 1955 ਵੀ ਆ। ਇੱਕ ਤਾਂ ਤੁਸੀਂ ਉਹਦੇ ਵਿੱਚ ਦੂਜੇ ਸਾਨੂੰ ਫਸਟ ਦੇ ਵਿੱਚ ਨਾਲ ਪੜ੍ਹਾਇਆ ਸੀ ਆਪਾਂ ਨੇ, ਉਹ ਪੇਪਰ 4 ਜਾਂਦੇ ਆ। ਮੈਂ ਇਹ ਪੁੱਛਣਾ ਚਾਹੁੰਦਾ ਵੀ ਇਸ ਜਿਹੜਾ ਟੈਨੈਂਸੀ ਐਕਟ ਆ ਇਹਦੇ ਸਿਲੇਬਸ ਦੇ ਵਿੱਚ ਇਹਦੇ ਐਕਟ ਤੋਂ ਤੇ ਰੂਲ ਤੋਂ ਇਲਾਵਾ ਹੋਰ ਕੀ ਆਉਣਾ ਵਿੱਚ? ਇੰਨਾ ਸਰ ਪਲੀਜ਼। ਲੈਂਡ ਐਡਮਿਨਿਸਟ੍ਰੇਟਿਵ ਮੈਨੂਅਲ ਆਏਗਾ, ਸੈਟਲਮੈਂਟ ਮੈਨੂਅਲ ਆਏਗਾ। ਨਹੀਂ ਉਹ ਤਾਂ ਆਉਣਾ ਸਰ, ਇਹਦੇ ਵਿੱਚ ਹੋਰ ਤਾਂ ਨਹੀਂ ਆਉਣੇ ਪੰਜਾਬ ਟੈਨੈਂਸੀ ਐਕਟ ਤੇ ਟੈਨੈਂਸੀ ਰੂਲ ਤੋਂ ਬਾਅਦ? ਇਹਦੇ ਵਿੱਚ ਤਾਂ ਇੰਨੇ ਹੀ ਹੈ ਜਿਹੜੇ ਬਾਕੀ ਤੁਸੀਂ ਪੜ੍ਹ ਰਹੇ ਹੋ, ਜਿਹੜੇ ਤੁਸੀਂ ਬਾਕੀ ਦੇਖ ਰਹੇ ਹੋ, ਉਹ ਪੇਪਰ ਨੰਬਰ 4 ਦੇ ਨਾਲ ਰੈਲੇਵੈਂਸੀ ਉਹਨਾਂ ਦੀ, ਉਹ ਪੇਪਰ ਨੰਬਰ 4 ਚ ਆ ਜਾਂਦੇ ਨੇ। ਆਕੂਪੈਂਸੀ ਟੈਨੈਂਟਸ ਤੇ ਆਕੂਪੈਂਸੀ ਟੈਨੈਂਟਸ ਤਾਂ ਆਪਾਂ ਨੂੰ ਸਿਲੇਬਸ 'ਚ ਹੀ ਨਹੀਂ ਹੈਗਾ।
ਐਕਸੂ ਆਕੂਪੈਂਸੀ ਟੈਨੈਂਟਸ ਵੈਸਟ ਨਹੀਂ ਆਕੂਪੈਂਸੀ ਜਿਹੜੇ ਟੈਨੈਂਟ ਨੇ ਇਹ ਆਪਾਂ ਨੂੰ ਸਿਲੇਬਸ ਚ ਨਹੀਂ ਹੈਗੇ, ਇਹਨਾਂ ਦੇ ਵੈਸੇ ਤੁਸੀਂ ਕਾਟੀ ਮਾਰ ਦੋ। ਇੱਥੇ ਆਕੂਪੈਂਸੀ ਟੈਨੈਂਟ ਦੀ ਗੱਲ ਆ ਜਾਂਦੀ ਹੈ। ਆਕੂਪੈਂਸੀ ਟੈਨੈਂਟ ਦਾ ਕੋਈ ਵੀ ਜਿਹੜਾ ਸੈਕਸ਼ਨ ਹੈ, ਆਪਣਾ ਕੋਈ ਐਕਟ ਹੈ, ਉਹ ਆਪਣੇ ਸਿਲੇਬਸ ਚ ਨਹੀਂ ਹੈਗਾ, ਠੀਕ ਹੈ। ਉਹਦੇ ਟੈਨੈਂਸੀ ਐਕਟ ਤੇ ਟੈਨੈਂਸੀ ਰੂਲਸ ਇਸ ਪੇਪਰ ਦੇ ਇਹ ਜਿਹੜਾ ਪੇਪਰ ਨੰਬਰ 3 ਹੈਗਾ, ਇਹਦੇ ਵਿੱਚ ਅਸੀਂ ਟੈਨੈਂਸੀ ਐਕਟ ਪੜਾਂਗੇ, ਫਿਰ ਅਸੀਂ ਟੈਨੈਂਸੀ ਰੂਲਸ ਪੜਾਂਗੇ, ਫਿਰ ਉਸ ਤੋਂ ਬਾਅਦ ਅਸੀਂ ਜਿਹੜੇ ਦੋ ਹੈਗੇ ਨੇ ਬੁੱਕਸ ਹੈਗੀਆਂ ਨੇ ਸੈਟਲਮੈਂਟ ਤੇ ਐਡਮਿਨਿਸਟ੍ਰੇਟਿਵ ਮੈਨੂਅਲ। ਹਾਂ ਬਸ ਇਹ ਇਹਨਾਂ ਦਾ ਸਿਲੇਬਸ ਹੈਗਾ। ਥੈਂਕ ਯੂ ਸਰ, ਥੈਂਕ ਯੂ। ਠੀਕ ਹੈ, ਅੱਜ ਦਾ ਜਿਹੜਾ ਲੈਕਚਰ ਹੈ ਖਤਮ ਹੋਣ ਤੋਂ ਪਹਿਲਾਂ ਕਿਸੇ ਦਾ ਕੋਈ ਕੁਐਸਚਨ ਹੈ ਜੀ ਕਰ ਸਕਦਾ ਹੈ। ਇੱਕ ਸਰ ਟਨਿਓਰ ਸ਼ਬਦ ਆਉਂਦਾ ਬਾਰ-ਬਾਰ, ਟਨਿਓਰ ਤੇ ਦੱਸਿਓ ਮਾੜਾ ਜਿਹਾ ਕੀ ਹੁੰਦਾ। ਟਨਿਓਰ ਸਮਾਂ ਟਨਿਓਰ ਸਮਾਂ ਸਮੇਂ ਨੂੰ ਟਨਿਓਰ ਕਹਾਂਗੇ। ਕਿੰਨੇ ਟਨਿਓਰ ਦੇ ਲਈ ਕਿਸੇ ਨੇ ਕੋਈ ਜ਼ਮੀਨ ਜਿਹੜੀ ਟੈਨੈਂਸੀ ਹੈ ਕਿੰਨੇ ਟਨਿਓਰ ਦੇ ਲਈ ਦਿੱਤੀ ਵੀ ਹੈ ਕਿਸੇ ਨੂੰ। ਟਨਿਓਰ ਇੱਥੇ ਇਹ ਰੈਫਰ ਕਰਦਾ ਵੀ ਲੈਂਡ ਓਨਰ ਨੇ ਜਿਹੜੀ ਟੈਨੈਂਟ ਨੂੰ ਕਿਸੇ ਕੰਡੀਸ਼ਨ ਦੇ ਤਹਿਤ ਜਾਂ ਕਿੰਨੇ ਸਮੇਂ ਲਈ ਦਿੱਤੀ ਉਹ ਟਨਿਓਰ। ਬਸ ਟਨਿਓਰ ਤੋਂ ਵੱਡਾ ਹੈਗਾ ਸਮਾਂ, ਕਿੰਨੇ ਸਮੇਂ ਲਈ, ਕੋਈ ਕਿੰਨੇ ਟਨਿਓਰ ਦੇ ਲਈ ਦਿੱਤੀ ਹੈ। ਠੀਕ ਹੈ। ठीक है जी, क्लास इज ओवर, थैंक यू वेरी मच। हेलो हाँ जी सर, आपने ਜਿਹੜੇ ਉਹ ਪੜਾਇਆ ਸੀ ਕੱਲ ਤੁਸੀਂ ਨੇ जी ਪੈਂਡਿੰਗ ਆਰਡਰ 'ਚ हाँ जी ਸਰ ਉਹਦੇ ਕੋਈ ਨੋਟਸ ਵਗੈਰਾ ਹੈਗੇ ਕਾਈਂਡਲੀ ਪਾ ਦਿਓ, ਥੋੜਾ ਘੱਟ ਸਮਝ ਲੱਗੇ। अच्छा ਹਾਂਜੀ ਆਪਾਂ ਕੱਲ ਪੜਿਆ ਸੀਗਾ ਟੈਨੈਂਸੀ ਸੌਰੀ ਸਟੈਂਡਿੰਗ ਆਰਡਰ ਨੰਬਰ 2 ਲੈਂਡਲੌਰਡ ਤੇ ਟੈਨੈਂਟ ਦੇ ਸੰਬੰਧ ਵਿੱਚ ਪੜਿਆ ਸੀ ਸਾਰਾ। ਹਾਂਜੀ ਲੈਂਡਲੌਰਡ ਤੇ ਟੈਨੈਂਟ ਕੋਈ ਗੱਲ ਨਹੀਂ, ਜਦੋਂ ਆਪਾਂ ਦੁਬਾਰਾ ਪੜਾਂਗੇ ਨਾ ਉਹ ਪਾ ਵੀ ਦਿੰਨੇ ਆ ਉਹਦੇ ਵਿੱਚ। ਜਦੋਂ ਆਪਾਂ ਦੁਬਾਰਾ ਪੜਾਂਗੇ ਉਹ ਵਾਲਾ ਪੇਪਰ ਨੰਬਰ 1, ਠੀਕ ਹੈ, ਦੁਬਾਰਾ ਇਹਨੂੰ ਰਿਵਾਈਜ਼ ਕਰਦਾ ਇੱਕ ਵਾਰੀ, ਕੋਈ ਗੱਲ ਨਹੀਂ, ਬਹੁਤ ਇੰਪੋਰਟੈਂਟ ਚੈਪਟਰ ਲੈਕਚਰ ਸੀਗਾ ਇਹ, ਉਹਨੂੰ ਇੱਕ ਵਾਰੀ ਫਿਰ ਰਿਵਾਈਜ਼ ਕਰ ਲਾਂਗੇ ਅਸੀਂ, ਹੈ ਜੀ। ਵੈਸੇ ਤਾਂ ਉਹ ਜਿਹੜਾ ਹੈਗਾ ਲੈਕਚਰ ਅਪਲੋਡ ਕਰ ਦਿੱਤਾ ਸੀਗਾ तो दीपक ਲੈਕਚਰ ਅਪਲੋਡ ਕਰ ਦਿੱਤਾ ਸੀਗਾ। ਤੁਸੀਂ ਲੈਕਚਰ ਨੂੰ ਦੁਬਾਰਾ ਸੁਣੋ ਇੱਕ ਵਾਰੀ, ਤੁਸੀਂ ਉਸੇ ਲੈਕਚਰ ਨੂੰ ਦੁਬਾਰਾ ਸੁਣੋ। ਨਹੀਂ ਸਰ ਉਰਦੂ ਦਾ ਹੋ ਗਿਆ, ਦੂਜਾ ਨਹੀਂ ਹੋਇਆ। ਤੁਸੀਂ ਕੌਣ ਬੋਲ ਰਹੇ ਸੀਗੇ? ਵਿਚਿੱਤਰ ਬੋਲਦਾ ਜੀ, ਹੈ ਜੀ ਮੋਹਾਲੀ ਤੋਂ। ਬਚਿੱਤਰ ਬੋਲਦਾ ਜੀ, ਮੋਹਾਲੀ ਤੋਂ। ਹਾਂਜੀ ਸਰ। ਨਹੀਂ ਅਪਲੋਡ ਤਾਂ ਕਰ ਦਿੱਤਾ, ਤੁਸੀਂ ਕਿਉਂ ਨਹੀਂ ਦੇਖ ਪਾ ਰਹੇ? ਉਹਦਾ ਕੀ ਕਾਰਨ ਹੋ ਸਕਦਾ ਹੈ? ਅਪਲੋਡ ਤਾਂ ਹੋਇਆ ਵੈ। ਤੁਸੀਂ ਜਿਹੜੀ ਤੁਹਾਡੀ ਗੱਲ ਸੁਣੋ, ਜਿਹੜੀ ਤੁਹਾਡੀ ਮੇਲ ਹੈਗੀ ਹੈ, ਮੇਲ ਆਈਡੀ YouTube ਦੇ ਨਾਲ ਅਟੈਚ ਹੋਣੀ ਚਾਹੀਦੀ ਹੈ। ਉਹੀ ਮੇਲ ਆਈਡੀ ਤੁਹਾਨੂੰ ਦਿੱਤੀ ਵੀ ਹੈ। ਹਾਂਜੀ ਹਾਂਜੀ ਸਰ ਉਹੀ ਹੈ। ਫਿਰ ਦੇਖੋ ਖੋਲ ਕੇ ਦੁਬਾਰਾ ਦੁਬਾਰਾ ਦੇਖੋ, ਜੇ ਨਹੀਂ ਹੋਇਆ ਤਾਂ ਫਿਰ ਤੁਸੀਂ ਦੀਪਕ ਮੁੰਡਾ ਹੈਗਾ, ਦੀਪਕ ਦਾ ਨੰਬਰ ਕਿੰਨਾ ਨੰਬਰ ਬੇਟੇ ਤੇਰਾ? 0078 ਨੰਬਰ ਨੋਟ ਕਰ ਲਓ ਜੀ। ਹਾਂਜੀ ਸਰ ਪਾਇਆ ਹੋਇਆ ਵੈਸੇ ਤਾਂ ਦੁਬਾਰਾ ਇੱਕ ਵਾਰੀ ਪੂਰਾ ਅਨਾਉਂਸ ਕਰ ਦੇ ਵਿੱਚ। 78 ਹਾਂਜੀ 37 ਹਾਂਜੀ 57 ਹਾਂਜੀ 0078 ਓਕੇ ਸਰ। ਹਾਂਜੀ ਦੱਸ ਇਹ ਮੁੰਡਾ ਦੀਪਕ ਹੈ ਜੀ, ਇਹ ਸਾਰਾ ਦੇਖਦਾ ਹੈਗਾ, ਇੱਥੇ ਵੀ ਅਪਲੋਡਿੰਗ ਦਾ ਕੰਮ ਕਰਦਾ ਹੈਗਾ ਨਾਲ ਸਾਰਾ ਇਹ, ਠੀਕ ਹੈ। ਤੁਸੀਂ ਇਹਨੂੰ ਜੇ ਕਿਸੇ ਨੂੰ ਕੋਈ ਪ੍ਰੋਬਲਮ ਆਉਂਦੀ ਹੈ ਤਾਂ ਇਸ ਨੂੰ ਫੋਨ ਕਰ ਸਕਦੇ ਹੋ ਡਾਇਰੈਕਟਲੀ। ਓਕੇ ਸਰ। ਹਾਂ ਓਕੇ, ਠੀਕ ਹੈ ਜੀ, ਕਲਾਸ ਇਜ਼ ਓਵਰ, ਥੈਂਕ ਯੂ ਵੈਰੀ ਮਚ।